ਵਾਹਿਗੁਰੂ 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 ਜੀ ਇੱਕ ਓੰਕਾਰ। ਸੋ ਅਕਾਲ ਪੁਰਖ ਵਾਹਿਗੁਰੂ ਇੱਕ ਹੈ। ਓੰਕਾਰ ਤੋਂ ਭਾਵ ਹੈ ਉਹਦਾ ਇੱਕ ਹੀ ਇਹ ਸਾਰਾ ਆਕਾਰ ਜਿਹੜਾ ਹੈ। ਸੋ ਆਕਾਰ ਤੋਂ ਭਾਵ ਪਸਾਰਾ ਹੈ। ਓੰਕਾਰ ਜੋ ਸਾਰਿਆਂ ਦਾ ਪ੍ਰਕਾਸ਼ਕ ਹੈ। ਸੋ ਉਹੋ ਹੀ ਉਤਪਤੀ ਕਰਨ ਵਾਲਾ, ਪਾਲਣਾ ਕਰਨ ਵਾਲਾ, ਲਹਿਤਾ ਕਰਨ ਵਾਲਾ ਹੈ। ਸਤਿਨਾਮ, ਉਹਦਾ ਨਾਮ ਤਿੰਨਾਂ ਕਾਲਾਂ ਵਿੱਚ ਸਤ ਹੈ। ਸੋ ਉਹ ਕਦੇ ਕਦੇ ਵੀ ਪਰਮਾਤਮਾ ਜੋ ਹੈ ਕਿਸੇ ਸਮੇਂ ਨਾਸ ਨਹੀਂ ਹੁੰਦਾ। ਕਰਤਾ ਪੁਰਖ, ਉਹ ਅਕਾਲ ਪੁਰਖ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ। ਪੁਰਖ ਤੋਂ ਭਾਵ ਹੈ ਕਿ ਉਹ ਪੂਰਨ ਵਿਆਪਕ ਰੂਪ ਦੇ ਵਿੱਚ ਹੈ। ਨਿਰਭਉ, ਵਾਹਿਗੁਰੂ ਭੈ ਤੋਂ ਰਹਿਤ ਹੈ, ਕਿਉਂਕਿ ਉਹਦੀ ਆਪਣੀ ਅੰਸ਼ ਹੀ ਹੈ ਸਾਰਾ ਸੰਸਾਰ। ਤੇ ਡਰ ਕਾਹਦਾ। ਨਿਰਵੈਰ, ਅਕਾਲ ਪੁਰਖ ਜਿਹਨੂੰ ਕਿਸੇ ਨਾਲ ਵੈਰ ਨਹੀਂ, ਕਿਉਂਕਿ ਸਾਰੇ ਜੀਵ ਉਹਦੇ ਆਪਣੇ ਹਨ। ਅਕਾਲ ਮੂਰਤ, ਕਾਲ ਤੋਂ ਰਹਿਤ ਉਹਦੀ ਮੂਰਤ ਭਾਵ ਹਸਤੀ ਹੈ। ਅਜੂਨੀ, ਜੋ ਜੂਨਾਂ ਵਿੱਚ ਨਹੀਂ ਆਉਂਦੇ ਹਨ। ਸੈ ਭੰ ਸਵੈੰ ਭਵ, ਭਾਵ ਜਾਪ ਸਾਹਿਬ ਦੇ ਵਿੱਚ ਵੀ ਆਉਂਦਾ ਹੈ। ਸੁਤੇ ਸਿੱਧ ਪ੍ਰਕਾਸ਼ ਹੋਣਾ, ਆਪਣੇ ਆਪ ਤੋਂ ਆਪ ਹੀ ਪ੍ਰਕਾਸ਼ਮਾਨ ਹੈ। ਉਹਨੂੰ ਹੋਰ ਕਿਸੇ ਤੋਂ ਪ੍ਰਕਾਸ਼ ਲੈਣ ਦੀ ਜ਼ਰੂਰਤ ਨਹੀਂ ਹੈ। ਗੁਰ ਪ੍ਰਸਾਦ, ਗੁਰਾਂ ਦੀ ਕਿਰਪਾ ਨਾਲ ਸੋ ਅਕਾਲ ਪੁਰਖ ਦੀ ਪ੍ਰਾਪਤੀ ਹੈ। ਜਾਂ ਗੁਰਾਂ ਦੀ ਕਿਰਪਾ ਨਾਲ ਇਹ ਸਾਰੇ ਗੁਣ ਬੰਦੇ ਦੇ ਵਿੱਚ ਆ ਕੇ ਆਪਣੇ ਆਪ ਹੀ ਸਮਾ ਜਾਂਦੇ ਹਨ। ਜਪ, ਸੋ ਇਸ ਪ੍ਰਕਾਰ ਜੋ ਜਪਣੇ ਯੋਗ ਹੈ, ਬਾਣੀ ਦਾ ਨਾਮ ਜਪਜੀ ਸਾਹਿਬ ਹੈ। ਜਪ ਨਾਮ ਹੈ, ਜੀ ਸਤਿਕਾਰ ਨਾਲ ਲਾਉਣੇ ਆ। ਜਪ ਤੋਂ ਭਾਵ ਇੱਕ ਵਾਹਿਗੁਰੂ ਦਾ ਸਿਮਰਨ ਕਰੋ। ਆਦਿ ਸੱਚ, ਉਹ ਵਾਹਿਗੁਰੂ ਜਗਤ ਦੀ ਉਤਪਤੀ ਤੋਂ ਪਹਿਲਾਂ ਵੀ ਸੱਚ ਸੀ। ਜੁਗਾਦ ਸੱਚ, ਜੁਗਾਦ ਹੁੰਦਾ ਯੁੱਗਾਂ ਦੇ ਆਰੰਭ ਵਿੱਚ ਵੀ ਸੱਚ ਸੀ। ਹੈ ਭੀ ਸੱਚ, ਹੈ ਭੀ ਤੋਂ ਭਾਵ ਹੁਣ ਵਰਤਮਾਨ ਸਮੇਂ ਵਿੱਚ ਵੀ ਸੱਚ ਸਰੂਪ ਹੈ ਵਾਹਿਗੁਰੂ। ਨਾਨਕ ਹੋਸੀ ਭੀ ਸੱਚ, ਹੋਸੀ ਭਾਵ ਅੱਗੋਂ ਵਾਲੇ ਭਵਿੱਖਤ ਸਮੇਂ ਵਿੱਚ ਉਹ ਵਾਹਿਗੁਰੂ ਸੱਚ ਹੀ ਹੋਵੇਗਾ। ਸੋ ਹੋਰ ਸਾਰੀਆਂ ਚੀਜ਼ਾਂ ਨਾਸਵਾਨ ਹੈ। ਸੋ ਸਤਿਗੁਰੂ ਨਾਨਕ ਦੇਵ ਜੀ ਕਥਨ ਕਰਦੇ ਹੈ ਭਈ ਭਾਈ ਉਹ ਵਾਹਿਗੁਰੂ ਸਾਰਿਆਂ ਸਮਿਆਂ ਦੇ ਵਿੱਚ ਸੱਚ ਸਰੂਪ ਹੈ। ਸੋਚੈ ਸੋਚ ਨਾ ਹੋਵਈ, ਜੇ ਸੋਚੀ ਲੱਖ ਵਾਰ। ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਦਾ ਇਹ ਸਿੱਧਾਂ ਦੇ ਨਾਲ ਆਪਸ ਵਿੱਚ ਵਿਚਾਰ ਵਟਾਂਦਰਾ ਹੋਇਆ ਹੈ। ਸੋ ਸਰੀਰ ਦੀ ਪਵਿੱਤਰਤਾ ਹੀ ਰੱਖਣ ਨਾਲ ਪਵਿੱਤਰਤਾ ਨਹੀਂ ਰਹਿੰਦੀ। ਭਾਵੇਂ ਲੱਖਾਂ ਵਾਰ ਸਰੀਰ ਨੂੰ ਇਸ਼ਨਾਨ ਕਰਾ ਲਈਏ, ਜਿੰਨੀ ਮਰਜ਼ੀ ਪਵਿੱਤਰਤਾ ਰੱਖ ਲਈਏ, ਸੋਚ ਕਰੈ ਦਿਨ ਸਾਰ ਰਾਤ, ਮਨ ਕੀ ਮੈਲ ਨਾ ਤਨ ਤੇ ਜਾਤ। ਚੁੱਪੈ ਚੁੱਪ ਨਾ ਹੋਵਈ, ਜੇ ਲਾਏ ਰਹਾ ਲਿਵ ਤਾਰ। ਚੁੱਪ ਰਹਿਣ ਨਾਲ ਭਾਵ ਮੌਨ ਧਾਰਨ ਕਰਨ ਨਾਲ, ਮੂੰਹ ਬੰਦ ਕਰਨ ਨਾਲ ਮਨ ਅੰਦਰੋਂ ਚੁੱਪ ਨਹੀਂ ਹੁੰਦਾ, ਸ਼ਾਂਤ ਨਹੀਂ ਹੁੰਦਾ। ਭਾਵੇਂ ਤੇਲ ਧਾਰਾਵਤ ਸਮਾਧੀ ਲਾ ਕੇ ਬੈਠੇ ਰਹੀਏ, ਇੱਕ ਸਾਰ ਲਿਵ ਲਾ ਕੇ ਰੱਖੀਏ। ਭੁੱਖਿਆ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆ ਭਾਰ। ਭੁੱਖੇ ਰਹਿਣ ਨਾਲ ਮਨ ਦੀ ਜਿਹੜੀ ਭੁੱਖ ਹੈ, ਤ੍ਰਿਸ਼ਨਾ ਦੂਰ ਨਹੀਂ ਹੁੰਦੀ। ਭਾਵੇਂ ਸਾਰੀਆਂ ਪੁਰੀਆਂ ਤੋਂ ਭਾਵ ਸਾਰੇ ਤਿੰਨਾਂ ਲੋਕਾਂ ਦੇ ਪਦਾਰਥਾਂ ਦੀਆਂ ਪੰਡਾਂ ਮੰਨ ਕੇ ਦੇ ਦਈਏ, ਉਹਦੇ ਨਾਲ ਜੀਵ ਦੀ ਭੁੱਖ ਨਹੀਂ ਉਤਰਦੀ। ਅੰਨ ਤੇ ਰਹਿਤਾ ਦੁੱਖ ਦੇਹੀ ਸਹਿਤਾ, ਹੁਕਮ ਨਾ ਬੂਝੈ ਵਿਆਪਿਆ ਮਮਤਾ। ਸਹਸ ਸਿਆਣਪਾ ਲੱਖ ਹੋਏ, ਤਾਂ ਇੱਕ ਨਾ ਚੱਲੈ ਨਾਲ। ਭਾਵੇਂ ਹਜ਼ਾਰਾਂ ਤੇ ਲੱਖਾਂ ਸਿਆਣਪਾਂ ਚਤੁਰਾਈਆਂ ਮਨੁੱਖ ਦੇ ਕੋਲ ਹੋਣ, ਹਜ਼ਾਰਾਂ ਲੱਖਾਂ ਪੁਸਤਕਾਂ ਦੀਆਂ ਲੱਖਾਂ ਕਰੋੜਾਂ ਸਿਆਣਪਾਂ ਵੀ ਹੋਣ, ਪਰ ਅੱਗੇ ਪਰਲੋਕ ਵਿੱਚ ਜਾਂ ਪਰਮੇਸ਼ਰ ਦੀ ਪ੍ਰਾਪਤੀ ਦੇ ਵਿੱਚ ਇਹ ਕੰਮ ਨਹੀਂ ਕਰਦੀਆਂ, ਨਾਲ ਨਹੀਂ ਚੱਲਦੀਆਂ। ਅੱਗੇ ਪਰਲੋਕ ਦੇ ਵਿੱਚ ਇਹ ਨਾਲ ਨਹੀਂ ਜਾਂਦੀਆਂ। ਫਿਰ ਪ੍ਰਸ਼ਨ ਕੀਤਾ ਸਿੱਧਾਂ ਨੇ, ਕਿਵ ਸਚਿਆਰਾ ਹੋਈਐ, ਕਿਵ ਕੂੜੈ ਟੁੱਟੈ ਪਾਲ। ਅਸੀਂ ਸਚਿਆਰ ਕਿਵੇਂ ਹੋਈਏ, ਸੱਚ ਦੀ ਪ੍ਰਾਪਤੀ ਵਾਲੇ ਕਿਵੇਂ ਹੋਈਏ, ਅੰਦਰੋਂ ਬਾਹਰੋਂ ਸੁੱਚੇ ਕਿਵੇਂ ਹੋਈਏ, ਸੱਚੇ ਕਿਵੇਂ ਹੋਈਏ। ਸਾਡੇ ਅੰਦਰੋਂ ਕੂੜ ਤੋਂ ਭਾਵ ਹੁੰਦਾ ਝੂਠ ਦੀ ਕੰਧ ਜਿਹੜੀ ਹੈ, ਪਰਦਾ ਅੰਦਰ ਪਿਆ ਹੋਇਆ, ਹਉਮੈ ਦੀ ਕੰਧ ਹੈ, ਇਹ ਟੁੱਟੇ ਕਿਵੇਂ।
ਧੰਨ ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ ਉਹਨਾਂ ਨੂੰ, ਸਾਰੀ ਸੰਗਤ ਨੂੰ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਪਰਮਾਤਮਾ ਦੇ ਹੁਕਮ ਦੇ ਵਿੱਚ ਚੱਲੋ। ਹੁਕਮ ਜਿਹੜੀ ਦੀ ਰਜਾ ਵਿੱਚ ਚੱਲਣ ਨਾਲ ਅਸੀਂ ਸੱਚਿਆਰ ਹੋ ਸਕਦੇ ਹਾਂ ਤੇ ਸਾਡੇ ਅੰਦਰੋਂ ਝੂਠ ਦਾ ਜਿਹੜਾ ਪਰਦਾ ਦੂਰ ਹੋ ਸਕਦਾ ਹੈ। ਇਹ ਹੁਕਮ ਵਾਹਿਗੁਰੂ ਨੇ ਹਰੇਕ ਜੀਵ ਦੇ ਨਾਲ, ਹਰੇਕ ਦੇ ਮੱਥੇ ਉੱਤੇ ਲਿਖਿਆ ਹੋਇਆ। ਪਰਮਾਤਮਾ ਨੇ ਹਰ ਜੀਵ ਦੇ ਮਸਤਕ ਤੇ ਉਹਦੇ ਲੇਖ ਧੁਰ ਤੋਂ ਹੀ ਲਿਖ ਕੇ ਉਹਨੂੰ ਸ੍ਰਿਸ਼ਟੀ ਤੇ ਭੇਜਿਆ। ਉਹਦੀ ਰਜਾ ਭਾਵ ਹੁਕਮ ਵਿੱਚ ਚੱਲਣ ਵਾਲਾ ਜੀਵ ਸੱਚੀ ਦਰਗਾਹ ਵਿੱਚ ਪ੍ਰਵਾਨ ਹੁੰਦਾ। ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ। ਜਿੰਨਾ ਵੀ ਤੁਸੀਂ ਆਕਾਰ ਦੇਖਦੇ ਹੋ, ਚਾਹੇ ਉਹ ਪਹਾੜ ਦਾ ਹੈ, ਚਾਹੇ ਕੀੜੀ ਦਾ, ਚਾਹੇ ਹਾਥੀ ਦਾ, ਚਾਹੇ ਉਹ ਬ੍ਰਹਿਮੰਡ ਦਾ, ਪਰ ਕਹਿੰਦੇ ਨੇ ਉਸ ਹੁਕਮ ਬਾਰੇ ਕੁਛ ਕਿਹਾ ਨਹੀਂ ਜਾ ਸਕਦਾ। ਉਹ ਕਿੰਨਾ ਕੁ ਵੱਡਾ, ਉਹ ਹੁਕਮੀ ਕਿੱਡਾ ਕੁ, ਉਹਦਾ ਹੁਕਮ ਕਿੰਨਾ ਕੁ ਵੱਡਾ। ਹੁਕਮੀ ਹੋਵਨ ਜੀਅ, ਹੁਕਮ ਮਿਲੈ ਵਡਿਆਈ। ਅਕਾਲ ਪੁਰਖ ਦੇ ਹੁਕਮ ਵਿੱਚ ਇਹ ਜੀਵ ਪੈਦਾ ਹੁੰਦੇ ਨੇ ਅਤੇ ਉਹਦੇ ਹੁਕਮ ਦੇ ਵਿੱਚ ਹੀ ਇਹਨਾਂ ਜੀਵਾਂ ਨੂੰ ਵਡਿਆਈ ਮਿਲਦੀ ਹੈ। ਹੁਕਮੀ ਉੱਤਮ ਨੀਚ, ਹੁਕਮੈ ਲਿਖ ਦੁੱਖ ਸੁੱਖ ਪਾਈਐ। ਵਾਹਿਗੁਰੂ ਦੇ ਹੁਕਮ ਨਾਲ ਹੀ ਜੀਵ ਉੱਤਮ ਤੇ ਨੀਚ ਹੁੰਦਾ ਤੇ ਹੁਕਮ ਦੇ ਲਿਖੇ ਅਨੁਸਾਰ ਹੀ ਦੁੱਖ ਅਤੇ ਸੁੱਖ ਜੀਵ ਨੂੰ ਮਿਲਦਾ। ਕਿਉਂ ਜੀਵ ਨੂੰ ਜਾਣਨਾ ਚਾਹੀਦਾ ਵੀ ਦੁੱਖ ਆ ਗਿਆ ਤਾਂ ਨਾਲ ਹੀ ਲਿਖਿਆ ਹੋਇਆ ਮੇਰੇ ਦੁੱਖ ਵੀ, ਇਹ ਪਹਿਲਾਂ ਤੋਂ ਹੀ ਮਸਤਕ ਤੇ ਪਾਇਆ ਹੋਇਆ ਸਾਰਾ ਲਿਖ ਦਾਤ ਜੋਤ ਵਡਿਆਈ। ਤਾਂ ਕਹਿੰਦੇ ਭਾਣੇ ਅੰਦਰ ਚੱਲੋ। ਇਸ ਤਰ੍ਹਾਂ ਸਾਰਾ ਕੁਛ ਉਹਦੇ ਹੁਕਮ 'ਚ ਮਿਲਦਾ ਆਪਾਂ ਨੂੰ। ਇੱਕ ਨਾ ਹੁਕਮੀ ਬਖਸ਼ੀਸ, ਇੱਕ ਹੁਕਮੀ ਸਦਾ ਭਵਾਈ ਹੈ। ਕਈ ਜਿਹੜੇ ਨੇ ਜੀਵ ਉਸ ਵਾਹਿਗੁਰੂ ਦੇ ਹੁਕਮ ਨਾਲ ਬਖਸ਼ਿਸ਼ਾਂ ਪ੍ਰਾਪਤ ਕਰਦੇ ਨੇ, ਕਈ ਹੁਕਮ ਨਾਲ ਭਵਾਏ ਜਾਂਦੇ ਨੇ, ਜੂਨਾਂ ਦੇ ਵਿੱਚ ਗੇੜੇ ਖਵਾਏ ਜਾਂਦੇ ਨੇ, ਖੱਜਲ ਖੁਆਰੀ ਹੁੰਦੇ ਰਹਿੰਦੇ ਨੇ। ਉਹ ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਸਾਰੇ ਜੀਵ ਜੰਤ ਵਾਹਿਗੁਰੂ ਦੇ ਹੁਕਮ ਵਿੱਚ ਚੱਲਦੇ ਨੇ। ਹੁਕਮ ਤੋਂ ਬਾਹਰ ਕੋਈ ਵੀ ਜੀਵ ਜੰਤ ਨਹੀਂ ਚੱਲਦਾ। ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹੈ ਨਾ ਕੋਏ। ਧੰਨ ਗੁਰੂ ਨਾਨਕ ਦੇਵ ਮਹਾਰਾਜ ਫਰਮਾਉਂਦੇ ਆ, ਜਿਹੜਾ ਕੋਈ ਹੁਕਮ ਸਮਝ ਲੈਂਦਾ ਉਹ ਫਿਰ ਹਉਮੈ ਨਹੀਂ ਕਹਿੰਦਾ ਵੀ ਮੈਂ ਕੀਤਾ ਨਹੀਂ। ਆਪਾਂ ਜੋ ਕੁਛ ਕਰਦੇ ਹਾਂ ਸਭ ਵਾਹਿਗੁਰੂ ਦੀ ਕਿਰਪਾ ਨਾਲ ਕਰਦੇ ਹਾਂ, ਉਹਦੀ ਰਜਾ ਵਿੱਚ ਕਰਦੇ ਹਾਂ। ਕਦੇ ਵੀ ਹਉਮੈ ਸਹਿਤ ਕਰਮ ਨਹੀਂ ਕਰਨਾ। ਹਉਮੈ ਨਾਲ ਕੀਤੀ ਹੋਈ ਸੇਵਾ ਸਿਮਰਨ ਬੇਅਰਥ ਹੋ ਜਾਂਦਾ। ਹਉਮੈ ਨਹੀਂ ਕਰਨੀ। ਇਹੀ ਕਹਿਣਾ ਵਾਹਿਗੁਰੂ ਜੀ ਇਹ ਤੁਸੀਂ ਕਰਵਾਇਆ, ਸਭ ਤੁਹਾਡੀ ਕਿਰਪਾ, ਉਹਦੀ ਰਜਾ ਵਿੱਚ ਚੱਲਣਾ। ਫਿਰ ਕਹਿੰਦਾ ਜੀ ਸਿੱਧਾਂ ਨੇ ਅਸਲ 'ਚ ਪ੍ਰਸ਼ਨ ਕੀਤੇ ਸੀਗੇ। ਉਹ ਪਹਿਲੀ ਅੰਮ੍ਰਿਤ ਬਾਣੀ ਜਿਹੜੀ ਹੈਗੀ ਆ ਕਥਾ, ਉਹਦੇ ਸ਼ਰਵਣ ਕਰ ਸਕਦੇ ਹਾਂ ਖੁੱਲ੍ਹ ਕੇ। ਵਾਹਿਗੁਰੂ ਦਾ ਬਲ ਤੇ ਉਹਦੇ ਕਰਤੱਬਾਂ ਦਾ ਵਰਣਨ ਕਰੋ ਤਾਂ ਮਹਾਰਾਜ ਫਰਮਾਉਂਦੇ ਨੇ, ਗਾਵੈ ਕੋ ਤਾਣ ਹੋਵੈ ਕਿਸੈ ਤਾਣ। ਭਾਈ ਜਿੰਨਾ ਕਿਸੇ 'ਚ ਜ਼ੋਰ ਹੁੰਦਾ ਓਨਾ ਕਿ ਉਹ ਵਾਹਿਗੁਰੂ ਦੇ ਬਲ ਨੂੰ ਗਾਉਂਦਾ। ਤਾਣ ਕਹਿੰਦੇ ਨੇ ਬਲ ਨੂੰ। ਗਾਵੈ ਕੋ ਦਾਤ ਜਾਣੈ ਨੀਸਾਨ। ਕੋਈ ਉਹਦੀਆਂ ਦਾਤਾਂ ਨੂੰ ਗਾਉਂਦਾ ਜਿੰਨਾ ਕੁ ਉਹਦੀਆਂ ਦਾਤਾਂ ਨੂੰ ਉਹ ਨਿਸ਼ਾਨਾਂ ਤੋਂ ਭਾਵ ਜਾਣਦਾ, ਪ੍ਰਗਟ ਕਰਕੇ ਦਿਖਾਉਂਦਾ। ਗਾਵੈ ਕੋ ਦਾਤ ਜਾਣੈ ਨੀਸਾਨ। ਨੀਸਾਨ ਦਾ ਪ੍ਰਗਟ ਕਰਕੇ ਦਿਖਾਉਣੀ, ਮੈਨੂੰ ਰੱਬ ਨੇ ਆਹ ਦਿੱਤਾ, ਮੈਨੂੰ ਆਹ ਦਿੱਤਾ, ਮੈਨੂੰ ਉਹ ਦਿੱਤਾ, ਇਉਂ ਗਾਉਂਦਾ। ਗਾਵੈ ਕੋ ਗੁਣ ਵਡਿਆਈਆ ਚਾਰ। ਕੋਈ ਉਹਦੇ ਹੁਣ ਵਡਿਆਈਆਂ ਕਰਦਾ, ਉਹਦੇ ਗੁਣਾਂ ਨੂੰ ਗਾਉਂਦਾ। ਉਹਦੀਆਂ ਚਾਰ ਹੁੰਦਾ ਸੁੰਦਰ, ਉਹਦੇ ਗੁਣਾਂ ਤੇ ਸੁੰਦਰ ਵਡਿਆਈਆਂ ਨੂੰ ਕੋਈ ਗਾਉਂਦਾ ਹੈ। ਗਾਵੈ ਕੋ ਵਿਦਿਆ ਵਿਖਮ ਵਿਚਾਰ। ਕੋਈ ਕਹਿੰਦਾ ਉਹਦੀ ਵਿਦਿਆ ਦਾ ਵਿਚਾਰ ਕਰਨਾ ਬਹੁਤ ਕਠਿਨ ਹੈ, ਕੋਈ ਉਹਨੂੰ ਕਠਿਨ ਵਿਦਿਆ ਦੁਆਰਾ ਗਾਉਂਦਾ ਹੈ। ਗਾਵੈ ਕੋ ਸਾਜ ਕਰੇ ਤਾਨੁ ਖੇਹ। ਕੋਈ ਇਸ ਪ੍ਰਕਾਰ ਗਾਉਂਦਾ ਵਾਹਿਗੁਰੂ ਨੂੰ ਕਿ ਸਿਰਜਣਹਾਰ ਇਸ ਸਰੀਰ ਨੂੰ ਰਚ ਕੇ ਫਿਰ ਖੇਹ ਕਰ ਦਿੰਦਾ, ਮਿੱਟੀ ਕਰ ਦਿੰਦਾ ਇਸ ਸਰੀਰ ਦੇ ਤਾਈਂ। ਗਾਵੈ ਕੋ ਜੀਅ ਲੈ ਫਿਰ ਦੇਹ। ਇਸ ਪ੍ਰਕਾਰ ਫਰਮਾਉਂਦੇ ਨੇ, ਕੋਈ ਇਹ ਗਾਉਂਦਾ ਕਿ ਉਹ ਜਿੰਦ ਲੈਂਦਾ ਸਾਡੀ, ਸੋ ਜਿੰਦ ਲੈ ਕੇ ਫਿਰ ਵਾਪਸ ਦੇ ਦਿੰਦਾ। ਭਾਵ ਇਹ ਵੀ ਕਹਿੰਦੇ ਨੇ ਗਾਵੈ ਕੋ ਜੀਅ ਲੈ ਫਿਰ ਦੇ। ਉਹ ਜੀ ਆਤਮਾ ਲੈ ਕੇ ਇੱਕ ਸਰੀਰ 'ਚੋਂ ਫਿਰ ਦੂਜੀ ਦੇਹੀ ਦੇ ਦਿੰਦਾ। ਗਾਵੈ ਕੋ ਜਾਪੈ ਦਿਸੈ ਦੂਰ। ਕੋਈ ਇਹ ਕਹਿੰਦਾ ਕਿ ਉਸ ਨੂੰ ਪ੍ਰਭੂ ਪ੍ਰਤੀਤ ਹੁੰਦਾ ਪਰ ਦਿਸਦਾ ਦੂਰ ਹੈ। ਪ੍ਰਤੀਤ ਤਾਂ ਹੁੰਦਾ ਹੈ ਪਰ ਦੂਰ ਦਿਖਦਾ। ਕਹਿੰਦੇ ਚਲੋ ਸ਼ੁਕਰ ਹੈ ਦਿਖਦਾ ਤਾਂ ਹੈ। ਕਈ ਕਹਿੰਦੇ ਉਹ ਨੀਲੀ ਛੱਤ ਵਾਲਾ, ਜਿਵੇਂ ਲੋਕ ਕਹਿੰਦੇ ਨੇ, ਹੈਗਾ। ਹੁਣ ਗਾਵੈ ਕੋ ਵੇਖੈ ਹਾਦਰਾ ਹਦੂਰ।
ਕੋਈ ਕਹਿੰਦਾ ਮੈਨੂੰ ਵਾਹਿਗੁਰੂ ਹਾਜ਼ਰ ਹਜ਼ੂਰ ਦਿਖਦਾ, ਸਾਹਮਣੇ ਹਾਜ਼ਰਾ ਹਜ਼ੂਰ ਹੈ ਵਾਹਿਗੁਰੂ, ਹਾਜ਼ਰ ਨਾਜ਼ਰ ਹੈ ਵਾਹਿਗੁਰੂ। ਪਰ ਕਹਿੰਦੇ ਇਸ ਤਰ੍ਹਾਂ ਸਾਰੇ ਆਪੋ ਆਪਣੇ ਜਿੰਨੀ ਕੁ ਬੁੱਧੀ, ਆਪ ਆਪਣੀ ਬੁੱਧ ਹੈ ਜੇਤੀ ਬਰਨਤ ਭਿੰਨ ਭਿੰਨ ਤੋਹਿ ਤੇਤੀ, ਆਪੋ ਆਪਣਾ ਸਾਰੇ ਗਾਉਂਦੇ ਜਿੰਨਾ ਕਿਸੇ ਜੋਰ ਹੈ। ਕਥਨਾ ਕਥੀ ਨਾ ਆਵੈ ਟੋਟ, ਸਿਰਫ ਉਹਦੇ ਸੰਬੰਧੀ ਜਿਹੜੀ ਕਥਾ ਕਰਨ ਨਾਲ ਉਹਦਾ ਕੋਈ ਅੰਤ ਨਹੀਂ ਪਾਇਆ ਜਾਂਦਾ। ਤਾਂ ਕਹਿੰਦੇ ਸਿਰਫ ਇਹ ਬੋਲਣ ਨਾਲ ਉਹਦਾ ਅੰਤ ਨਹੀਂ ਪਾ ਸਕਦੇ ਆਪਾਂ ਪਰਮਾਤਮਾ ਦਾ। ਕਾਥ ਕਾਥ ਕਥੀ ਕੋਟੀ ਕੋਟ ਕੋਟ, ਕਈ ਕਰੋੜਾਂ ਕਥਕੜਾਂ ਨੇ ਉਹਦੇ ਬਾਰੇ ਕਥਨ ਕੀਤਾ ਹੈ। ਅਨੇਕਾਂ ਰਿਸ਼ੀਆਂ ਮੁਨੀਆਂ ਤੇ ਵਿਦਵਾਨਾਂ ਨੇ ਉਹਦੀਆਂ ਕਥਾ ਲਿਖੀਆਂ ਨੇ, ਪਰ ਉਹਦਾ ਕੋਈ ਅੰਤ ਨਹੀਂ ਪਾ ਸਕਿਆ ਹੁਣ ਤੱਕ ਉਹ ਵਾਹਿਗੁਰੂ। ਇਸ ਪ੍ਰਕਾਰ ਅਕਾਥੀ ਹੈ। ਦੇਦਾ ਦੇ ਲੈਂਦੇ ਥੱਕ ਪਾਹੇ, ਉਹ ਵਾਹਿਗੁਰੂ ਦਾਤਾਂ ਦਿੰਦਾ ਤੇ ਲੈਣ ਵਾਲੇ ਜੀਵ ਥੱਕ ਜਾਂਦੇ ਨੇ, ਭਾਵ ਖਤਮ ਹੋ ਜਾਂਦੇ। ਉਹ ਦੇ ਹੀ ਜਾ ਰਿਹਾ, ਲੈ ਕੇ ਖਾ ਕੇ ਫੇਰ ਚਲੇ ਜਾਂਦੇ ਆ, ਫੇਰ ਆ ਜਾਂਦੇ ਨੇ। ਜੁਗਾ ਜੁਗੰਤਰ ਖਾਹੀ ਖਾਹੇ, ਇਹ ਜੁਗਾਂ ਜੁਗੰਤਰਾਂ ਤੋਂ ਜੀਵ ਉਹਦੇ ਦਿੱਤੇ ਹੋਏ ਪਦਾਰਥਾਂ ਨੂੰ ਖਾਹੀ, ਭਾਵ ਖਾਣ ਵਾਲੇ ਹੋ ਕੇ ਖਾਈ ਜਾ ਰਹੇ ਆ, ਖਾਈ ਜਾ ਰਹੇ ਨੇ। ਹੁਕਮੀ ਹੁਕਮ ਚਲਾਏ ਰਾਹ, ਨਾਨਕ ਵਿਗਸੈ ਵੇ ਪਰਵਾਹ, ਉਹ ਹੁਕਮੀ ਪਰਮਾਤਮਾ ਹੁਕਮ ਕਰਨ ਵਾਲੇ ਦਾ ਹੁਕਮ ਜਿਹੜਾ ਹੈ ਨਾ, ਉਹ ਹੁਕਮ ਹੀ ਇਹ ਸਾਰੀ ਮਰਿਆਦਾ ਚਲਾ ਰਿਹਾ, ਹੁਕਮ ਦੇ ਵਿੱਚ ਸਭ ਕੁਝ ਚੱਲ ਰਿਹਾ। ਧੰਨ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹੈ ਕਿ ਉਹ ਬੇਪਰਵਾਹ ਵਾਹਿਗੁਰੂ ਆਪਣੀ ਇਸ ਸਾਰੀ ਸ੍ਰਿਸ਼ਟੀ ਨੂੰ ਵੇਖ ਕੇ ਬਹੁਤ ਪ੍ਰਸੰਨ ਹੋ ਰਿਹਾ ਹੈ। ਸਾਚਾ ਸਾਹਿਬ ਸਾਚ ਨਾਏ, ਭਾਖਿਆ ਭਾਉ ਅਪਾਰ, ਜਿਹੜਾ ਵਾਹਿਗੁਰੂ ਇੰਨੇ ਬਲ ਤੇ ਹੁਕਮ ਵਾਲਾ ਹੈ, ਉਹ ਸੰਸਾਰੀ ਰਾਜਿਆਂ ਮਹਾਰਾਜਿਆਂ ਵਾਂਗੂ ਆਉਂਦਾ ਜਾਂਦਾ ਨਾਸਵੰਤ ਹੈ ਕਿ ਉਹਨੂੰ ਕਿਵੇਂ ਸਿਮਰੀਏ। ਇਸ ਤਰ੍ਹਾਂ ਦਾ ਹੈ ਵਾਹਿਗੁਰੂ। ਮਹਾਰਾਜ ਕਹਿੰਦੇ ਭਾਈ ਜੋ ਆਪਣਾ ਮਾਲਕ ਹੈ ਨਾ ਪਰਮਾਤਮਾ, ਉਹ ਮਾਲਕ ਵਾਹਿਗੁਰੂ ਆਪ ਸੱਚਾ ਹੈ ਤੇ ਉਹਦਾ ਨਾਮ ਵੀ ਸੱਚਾ ਹੈ। ਤੇ ਭਾਖਿਆ ਭਾਵ ਅਪਾਰ, ਵੱਖੋ ਵੱਖਰੀਆਂ ਬੋਲੀਆਂ ਦੇ ਪ੍ਰਭਾਵ ਕਰਕੇ ਉਹਦੇ ਅਨੇਕਾਂ ਹੀ ਨਾਮ ਨੇ। ਜਿਨ੍ਹਾਂ ਨੇ ਭਾਖਿਆ ਉਹਨੂੰ ਕਿਹਾ ਭਾਉ ਅਪਾਰ, ਅਪਾਰ ਪਾਰਾਵਾਰ ਤੋਂ ਰਹਿ ਜੋ ਪਰਮੇਸ਼ਰਾਂ ਨੂੰ ਭਾਉ ਨਾਲ ਕਹਿਣਾ, ਪ੍ਰੇਮ ਨਾਲ ਕਹਿਣਾ। ਸਾਚਾ ਸਾਹਿਬ ਸਾਚ ਨਾਏ, ਸੱਚਾ ਮਾਲਕ ਸਾਹਿਬ ਜੀ ਸੱਚੇ ਨੇ, ਉਹਨਾਂ ਦਾ ਨਾਮ ਵੀ ਸੱਚਾ ਹੈ। ਕਿਸੇ ਵੀ ਧਰਮ ਵਿੱਚ ਉਹਨੇ ਦੇ ਅਲੱਗ-ਅਲੱਗ ਨਾਮ ਨੇ, ਪਰ ਜਿਸ ਧਰਮ ਵਿੱਚ ਕੋਈ ਵੀ ਮਨੁੱਖ ਉਹਨੂੰ ਭਾਵਨਾ ਨਾਲ ਕਹਿੰਦਾ, ਪ੍ਰੇਮ ਨਾਲ ਕਹਿੰਦਾ, ਉਹਨੂੰ ਪ੍ਰਾਪਤੀ ਹੁੰਦੀ ਹੈ। ਆਖਹਿ ਮੰਗਹਿ ਦੇਹ ਦੇਹ, ਦਾਤ ਕਰੇ ਦਾਤਾਰ, ਸਾਰੇ ਜੀਵ ਉਹਨੂੰ ਆਖਦੇ ਨੇ, ਉਚਾਰਦੇ ਨੇ, ਮੰਗਾ ਮੰਗਦੇ ਹੋਏ ਦੇਹ ਦੀ ਆਹ ਦਿਓ, ਪੁੱਤ ਦਿਓ, ਦੁੱਧ ਦਿਓ, ਪੈਸਾ ਦਿਓ, ਇਹ ਦੇਹ ਦੇ ਕਹਿੰਦੇ ਨੇ। ਸੋ ਉਹ ਦਾਤਾਂ ਸਭ ਨੂੰ ਦਾਤਾਂ ਬਖਸ਼ਦਾ, ਉਹ ਦਾਤਾ ਅਕਾਲ ਪੁਰਖ ਕਿਰਪਾ ਕਰਦਾ ਹੈ, ਮਿਹਰ ਭਰਿਆ ਹੱਥ ਰੱਖਦਾ ਹੈ। ਸੋ ਇਸ ਪ੍ਰਕਾਰ ਬਚਨ ਫਿਰ ਅੱਗੇ ਪ੍ਰਸ਼ਨ ਦੇ ਰੂਪ ਵਿੱਚ ਹੈ। ਫੇਰ ਕੇ ਅੱਗੇ ਰੱਖੀਐ ਜੇਤੋ ਦਿਸੈ ਦਰਬਾਰ, ਉਹਦੀਆਂ ਦਿੱਤੀਆਂ ਦਾਤਾਂ ਵਿੱਚੋਂ ਅਸੀਂ ਮੋੜ ਕੇ ਉਹਦੇ ਅੱਗੇ ਕਿਹੜੀ ਵਸਤੂ ਰੱਖੀਏ, ਕਿਹੜੀ ਜਿਸ ਕਰਕੇ ਸਾਨੂੰ ਉਹਦਾ ਦਰਬਾਰ ਹੁੰਦਾ, ਸਰੂਪ ਦਿਖ ਪਵੇ, ਉਹਦਾ ਦਰਬਾਰ ਸੱਚਖੰਡ ਦਿਖ ਪਵੇ। ਮੁਹਾਓ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ, ਆਹੇ ਨੂੰ ਕਨੌੜਾ ਹੋਣ ਕਰਕੇ ਮੁਹਾਓ। ਫਿਰ ਅਸੀਂ ਆਪਣੇ ਮੂੰਹ ਤੋਂ ਕਿਹੜਾ ਬੋਲ ਬੋਲੀਏ ਜਿਹਨੂੰ ਸੁਣ ਕੇ ਉਹ ਸਾਡੇ ਨਾਲ ਵਾਹਿਗੁਰੂ ਪਿਆਰ ਕਰੇ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਸਤਿਗੁਰੂ ਮਹਾਰਾਜ ਫਰਮਾਉਂਦੇ ਹਨ ਭਾਈ ਉਹਦੀ ਜਿਹੜੀ ਪ੍ਰਾਪਤੀ ਹੈ ਉਹ ਅੰਮ੍ਰਿਤ ਵੇਲੇ ਉਹਦੇ ਸੱਚੇ ਨਾਮ ਦਾ ਜਾਪ ਕਰੀਏ ਉੱਠ ਕੇ, ਤੇ ਉਹਦੀਆਂ ਵਡਿਆਈਆਂ ਦੀ ਵਿਚਾਰ ਕਰੀਏ, ਉਹਦੀਆਂ ਵਡਿਆਈਆਂ ਕਰੀਏ, ਵਾਹਿਗੁਰੂ ਦੀਆਂ ਕੀਰਤਨ ਦੇ ਰਾਹੀਂ ਵਿਚਾਰ ਕਰੀਏ, ਸ਼ਬਦ ਦੀ ਵਿਚਾਰ ਰਾਹੀਂ। ਜਾਂ ਜਦੋਂ ਵਾਹੇ ਕਹਿੰਦੇ ਆ ਉਹ ਬੜਾ ਆਸ਼ਚਰਜ ਹੈ, ਗੋ ਅਗਿਆਨ ਦੇ ਹਨੇਰੇ ਨੂੰ ਮੇਟ ਕੇ ਰੂਪ ਭਾਵ ਕਰਦਾ ਹੈ ਪ੍ਰਕਾਸ਼। ਜਾਂ ਜਦੋਂ ਬਾਣੀ ਪੜ੍ਹਦੇ ਆ ਜਪਜੀ ਸਾਹਿਬ, ਜਾਪ ਸਾਹਿਬ, ਜਿਹੜੀ ਵੀ ਬਾਣੀ, ਉਹਦੀ ਵਡਿਆਈ ਦੇਖੋ ਤੇ ਨਾਲ ਵਿਚਾਰ ਕਰੋ ਕਿ ਇਹਦਾ ਅਰਥ ਭਾਵ ਕੀ ਹੈ। ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ, ਸੋ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਚੰਗੇ ਕਰਮਾਂ ਕਰਕੇ ਮਨੁੱਖਾ ਦੇ ਰੂਪ ਕੱਪੜਾ ਮਿਲਦਾ ਤੇ ਉਹਦੀ ਮਿਹਰ ਦੀ ਦ੍ਰਿਸ਼ਟੀ ਨਾਲ ਮੁਕਤੀ ਜਾਂ ਗਿਆਨ ਪ੍ਰਾਪਤ ਹੁੰਦਾ। ਸੋ ਕਰਮੀ ਆਵੈ ਕੱਪੜਾ, ਸੋ ਜਿਹੜਾ ਹੈ ਨਾ ਇਹ ਪ੍ਰੇਮ ਪਟੋਲਾ ਤੈਂ ਸਹਿ ਦਿੱਤਾ ਢੱਕਣ ਕੂ ਪਤ ਮੇਰੀ ਦਾਨਾ ਬੀਨਾ ਸਾਈਂ ਮਹਿੰਡਾ ਨਾਨਕ ਸਾਰ ਨਾ ਜਾਣਾ ਤੇਰੀ, ਜਾਂ ਉਹ ਨਦਰੀ ਪਰਮਾਤਮਾ ਦੀ ਕਿਰਪਾ ਦ੍ਰਿਸ਼ਟੀ ਦੁਆਰਾ ਉਹ ਮੋਖ ਦੁਆਰ ਕੀ ਮਿਲਦਾ, ਗਿਆਨ ਮਿਲਦਾ ਸਾਨੂੰ।
ਨਾਨਕ ਏ ਵੈ ਜਾਣੀਐ ਸਭ ਆਪੇ ਸਚਿਆਰ। ਇਹ ਨੂੰ ਲੱਗੀ ਹੋਈ ਹੈ ਲਾਂ ਤੇ ਵੈ ਦਲਾਈਆਂ, ਏ ਵੈ ਜਾਣੀਐ ਸਭ ਆਪੇ ਸਚਿਆਰ। ਮਹਾਰਾਜ ਕਥਨ ਕਰਦੇ ਆ ਕਿ ਭਾਈ ਇਉਂ ਜਾਣੋ ਕਿ ਸਭ ਕੁਝ ਸੱਚਾ ਪਰਮਾਤਮਾ ਆਪ ਹੀ ਹੈ, ਜਾਂ ਇਉਂ ਜਾਣੋ ਕਿ ਸਾਰੇ ਥਾਈਂ ਉਹ ਸਚਿਆਰ ਵਾਹਿਗੁਰੂ ਜਾਣ ਲਈਦਾ ਵਿਆਪਕ ਰੂਪ ਦੇ ਵਿੱਚ। ਸੋ ਮਹਾਰਾਜ ਅੱਗੇ ਫੇਰ ਪ੍ਰਸ਼ਨ ਕੀਤਾ, ਜਿਸ ਪਰਮਾਤਮਾ ਦਾ ਸਰੂਪ ਆਪ ਨੇ ਵਰਣਨ ਕੀਤਾ ਉਹ ਸੁਤੰਤਰ ਹੈ ਜਾਂ ਪਤੰਤਰ ਹੈ, ਮਾਇਆ ਸਹਿਤ ਹੈ ਜਾਂ ਮਾਇਆ ਤੋਂ ਰਹਿਤ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਉਹਦਾ ਕੋਈ ਕਥਨ ਨਹੀਂ ਕਰ ਸਕਦਾ। ਥਾਪਿਆ ਨਾ ਜਾਏ ਕੀਤਾ ਨਾ ਹੋਏ, ਵਾਹਿਗੁਰੂ ਦਾ ਕੋਈ ਸਰੂਪ ਕਾਇਮ ਨਹੀਂ ਕੀਤਾ ਜਾ ਸਕਦਾ ਤੇ ਨਾ ਹੀ ਉਹ ਕਿਸੇ ਦਾ ਬਣਾਇਆ ਹੋਇਆ। ਸੋ ਇਸੇ ਪ੍ਰਕਾਰ ਥਾਪਿਆ ਨਾ ਜਾਏ, ਜਿਵੇਂ ਕਿਸੇ ਨੂੰ ਥਾਪਦੇ ਆਪਾਂ ਗੱਦੀ ਤੇ ਅੱਗੇ ਜਾਂ ਪੈਦਾ ਕੀਤਾ ਹੋਇਆ, ਤਾਂ ਨਾ ਤਾਂ ਉਹ ਨਾਦੀ ਔਲਾਦ ਹੈ ਨਾ ਬਿੰਦੀ ਔਲਾਦ ਹੈ। ਆਪੇ ਆਪ ਨਿਰੰਜਨ ਸੋਏ, ਉਹ ਮਾਇਆ ਤੋਂ ਰਹਿਤ ਪਵਿੱਤਰ ਪਰਮਾਤਮਾ ਆਪਣੇ ਆਪ ਤੋਂ ਹੀ ਹੈ ਨਿਰੰਜਨ, ਮਾਇਆ ਤੋਂ ਰਹਿਤ ਹੈ। ਕਿਉਂਕਿ ਬਾਹਲੇ ਖੁੱਲ੍ਹੇ ਹੱਥ ਨਹੀਂ ਨਾ ਕਰਨੇ, ਇਹ ਤਾਂ ਸਿਰਫ ਜਦੋਂ ਪਾਠ ਕਰਨ ਵਾਸਤੇ ਦੱਸੇ ਆ। ਪਾਠ ਕਰਨ ਵੇਲੇ ਬਸ ਐਂ ਧਿਆਨ ਦੇਈ ਜਾਣਾ ਨਾਲ ਨਾਲ, ਇਹਦਾ ਭਾਵ ਕੀ ਹੈ। ਜਿਨ ਸੇਵਿਆ ਤਿਨ ਪਾਇਆ ਮਾਨ, ਜਿਹਨੇ ਉਸ ਅਕਾਲ ਪੁਰਖ ਨੂੰ ਸਿਮਰਿਆ ਜਾਂ ਸੇਵਾ ਕੀਤੀ ਹੈ ਉਹਨੇ ਹੀ ਮਾਣ ਵਡਿਆਈ ਪ੍ਰਾਪਤ ਕੀਤੀ ਹੈ। ਨਾਨਕ ਗਾਵੀਐ ਗੁਣੀ ਨਿਧਾਨ, ਧੰਨ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਆ ਕਿ ਉਹ ਗੁਣਾਂ ਦੇ ਖਜ਼ਾਨੇ ਵਾਹਿਗੁਰੂ ਦਾ ਜਸ ਗਾਉਣਾ ਚਾਹੀਦਾ। ਭਾਈ ਕਿਵੇਂ ਗਾਈਏ? ਗਾਵੀਐ ਸੁਣੀਐ ਮਨ ਰੱਖੀਐ ਭਾਉ, ਭਾਈ ਮੂੰਹ ਦੇ ਨਾਲ ਗਾਓ ਤੇ ਕੰਨਾਂ ਨਾਲ ਸੁਣੋ, ਮਨ ਦੇ ਵਿੱਚ ਪਿਆਰ ਰੱਖੋ, ਨਾ ਪ੍ਰੇਮ ਕਰੋ। ਸੋ ਇਸ ਪ੍ਰਕਾਰ ਕਹਿੰਦੇ ਜੇ ਪ੍ਰਮਾਤਮਾ ਦੇ ਗੁਣਾਂ ਨੂੰ ਗਾਈਏ ਫਿਰ ਸੁਣੀਏ ਵੀ ਤੇ ਨਾਲ ਹੀ ਉਹਦਾ ਪ੍ਰੇਮ ਮਨ ਵਿੱਚ ਰੱਖੀਏ ਤਾਂ ਦੁੱਖ ਪਰ ਹਰ ਸੁੱਖ ਘਰ ਲੈ ਜਾਏ। ਫਿਰ ਇਹ ਜੀਵ ਦੁੱਖਾਂ ਨੂੰ ਨਾਸ ਕਰਕੇ ਸੁੱਖਾਂ ਨੂੰ ਘਰ ਭਾਵ ਹਿਰਦੇ 'ਚ ਪ੍ਰਾਪਤ ਕਰ ਲੈਂਦਾ, ਆਪਣੇ 'ਚ ਪ੍ਰਤੱਖ ਘਰ ਵਿੱਚ ਵੀ ਸੁੱਖ ਪ੍ਰਾਪਤ ਹੋ ਜਾਂਦਾ ਹੈ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹਿ ਮਿਟਾਵੋ। ਗੁਰਮੁਖ ਨਾਦੰ ਗੁਰਮੁਖ ਵੇਦੰ, ਗੁਰਮੁਖ ਰਹਿਆ ਸਮਾਈ। ਸੋ ਗੁਰਾਂ ਦੇ ਮੁਖ ਤੋਂ ਨਿਕਲੀ ਹੋਈ ਬਾਣੀ ਸਾਡਾ ਨਾਦ ਭਾਵ ਸ਼ਬਦ ਹੈ। ਗੁਰਬਾਣੀ ਹੀ ਸਾਡਾ ਵੇਦ ਹੈ, ਗੁਰਬਾਣੀ ਸਾਡੇ ਹਿਰਦੇ 'ਚ ਸਮਾ ਰਹੀ ਹੈ। ਗੁਰਮੁਖ ਨਾਦੰ ਤੋਂ ਭਾਵ ਕੀਰਤਨ ਕਰਦੇ ਨੇ, ਗੁਰਮੁਖ ਵੇਦੰ ਗਿਆਨ ਦੀ ਕਥਾ ਕਰਦੇ ਨੇ, ਤੇ ਗੁਰਮੁਖ ਵੇਦ ਬਾਅਦ ਵਿੱਚ ਵੀ ਪ੍ਰਮਾਤਮਾ 'ਚ ਸਮਾਏ ਰਹਿੰਦੇ ਨੇ। ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ। ਮਹਾਰਾਜ ਨੂੰ ਕਹਿਣ ਲੱਗੇ ਤੁਸੀਂ ਇਹਨਾਂ ਨੂੰ ਨਹੀਂ ਮੰਨਦੇ ਦੇਵਤਿਆਂ ਨੂੰ। ਸਤਿਗੁਰੂ ਕਹਿੰਦੇ ਮੇਰਾ ਗੁਰੂ ਪਰਮੇਸ਼ਰ ਜਿਹੜਾ ਨਾ, ਮੇਰਾ ਗੁਰੂ, ਉਹ ਗੁਰੂ ਮੇਰਾ ਸ਼ਿਵ ਜੀ ਹੈ, ਗੁਰੂ ਮੇਰਾ ਗੋਰਖ ਤੋਂ ਭਾਵ ਵਿਸ਼ਨੂੰ ਹੈ, ਉਹ ਗੁਰੂ ਹੀ ਮੇਰਾ ਬ੍ਰਹਮ ਹੈ ਤੇ ਗੁਰੂ ਹੀ ਪਾਰਬਤੀ, ਤੇ ਮੇਰਾ ਸਤਿਗੁਰੂ ਅਕਾਲ ਪੁਰਖ ਹੀ ਮੇਰੀ ਲక్ష్ਮੀ ਆ, ਉਹੀ ਮੇਰੀ ਸਰਸਤੀ ਹੈ। ਕਹਿਣ ਤੋਂ ਭਾਵ ਮੈਂ ਆਪਣੇ ਸੱਚੇ ਸਤਿਗੁਰੂ ਤੋਂ ਬਿਨਾਂ ਹੋਰ ਕਿਸੇ ਦੇਵੀ ਦੇਵਤੇ ਨੂੰ ਨਹੀਂ ਮੰਨਦਾ। ਗੁਰੂ ਹੀ ਮੇਰਾ ਸਾਰਾ ਕੁਛ ਹੈ। ਪਰਮਾਤਮਾ ਜਿੱਥੇ ਉਹ ਆਪ ਆ ਗਿਆ ਉੱਥੇ ਹੁਣ ਹੋਰ ਕੋਈ ਲੋੜ ਰਹਿ ਗਈ? ਜੇ ਤੁਸੀਂ ਪਹਿਲਾਂ ਥੱਲੇ ਥੱਲੇ ਵਾਲੇ ਨੂੰ ਮੰਨੋਗੇ, ਫਿਰ ਹੋਰ ਉੱਤੇ ਵਾਲੇ ਨੂੰ, ਫਿਰ ਹੋਰ ਉੱਤੇ ਵਾਲੇ ਨੂੰ, ਫਿਰ ਪਹਿਲਾਂ ਹੀ ਸਿਰੇ ਵਾਲੇ ਨੂੰ ਮੰਨ ਲਓ। ਇੱਕ ਓਂਕਾਰ ਦੀ ਮਾਨਤਾ ਕਰਿਆ ਕਰੋ ਪਹਿਲਾਂ ਹੀ। ਜੇ ਹਉ ਜਾਣਾ ਆਖਾ ਨਾਹੀ, ਕਹਿਣਾ ਕਥਨ ਨਾ ਜਾਈ। ਜੇ ਮੈਂ ਉਸ ਵਾਹਿਗੁਰੂ ਦੇ ਕਿਸੇ ਹੋਰ ਸਰੂਪ ਨੂੰ ਜਾਣਦਾ ਵੀ ਹੋਵਾਂ ਤਾਂ ਵੀ ਮੈਂ ਉਹਦਾ ਬਿਆਨ ਨਹੀਂ ਕਰ ਸਕਦਾ, ਕਿਉਂਕਿ ਉਹਦੇ ਗੁਣ ਅਕਥ ਨੇ, ਉਹ ਕਥਨ ਤਾਂ ਹੋ ਹੀ ਨਹੀਂ ਸਕਦਾ। ਜੇ ਹਉ ਜਾਣਾ, ਭਾਵੇਂ ਮੈਂ ਜਾਣਦਾ ਸਭ ਕੁਛ, ਪਰ ਉਹ ਇੱਕ ਮਨੁੱਖੀ ਬੋਲੀ ਵਿੱਚ ਕਥਨ ਨਹੀਂ ਕੀਤਾ ਜਾ ਸਕਦਾ। ਗੁਰਾ ਇੱਕ ਦੇਹ ਬੁਝਾਈ, ਇਹ ਸਤਿਗੁਰੂ ਮੈਨੂੰ ਇੱਕੋ ਇੱਕ ਗੱਲ ਬੁਝਾ ਦਿਓ, ਜਾਂ ਸਤਿਗੁਰਾਂ ਨੇ ਮੈਨੂੰ ਇੱਕੋ ਇੱਕ ਗੱਲ ਬੁਝਾਈ ਸਮਝਾਈ ਹੈ। ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਸਾਰਿਆਂ ਜੀਆਂ ਦਾ ਜੋ ਇੱਕੋ ਇੱਕ ਦਾਤਾ ਉਹ ਮੈਨੂੰ ਭੁੱਲ ਨਾ ਜਾਵੇ, ਬਸ ਸਦਾ ਮੇਰੇ ਹਿਰਦੇ 'ਚ ਉਹ ਵਾਹਿਗੁਰੂ ਵਸਦਾ ਰਹੇ। ਇਹ ਯਾਦ ਰਹੇ ਕਿ ਸਾਰਿਆਂ ਜੀਆਂ ਦਾ ਇੱਕੋ ਹੀ ਦਾਤਾ ਹੈ, ਕਿਸੇ ਨਾਲ ਦਵੈਸ਼ ਭਾਵ ਨਾ ਹੋਵੇ ਮੇਰੇ ਮਨ ਦੇ ਅੰਦਰ। ਚਲੋ ਕਹਿੰਦੇ ਜੀ ਫਿਰ ਆਪਾਂ ਤੀਰਥਾਂ ਤੇ ਨਹਾ ਕੇ ਪਵਿੱਤਰ ਹੋਈਏ।
ਸ਼ਾਸਤਰਾਂ ਵਿੱਚ ਵਿਦਵਾਨਾਂ ਨੇ ਲਿਖਿਆ ਤੀਰਥਾਂ ਦੇ ਇਸ਼ਨਾਨ ਕਰਨ ਨਾਲ ਮਨ ਪਵਿੱਤਰ ਹੁੰਦਾ, ਮੁਕਤੀ ਮਿਲਦੀ ਹੈ। ਤੁਹਾਡਾ ਕੀ ਖਿਆਲ ਹੈ? ਤੀਰਥ ਨਹਾਵਾ ਜੇ ਤਿਸ ਭਾਵਾ ਵਿਣ ਭਾਣੇ ਕੇ ਨਹਾਏ ਕਰੀ। ਕਹਿਣ ਲੱਗੇ ਸਿੱਧੋ ਤੀਰਥਾਂ ਦੇ ਇਸ਼ਨਾਨ ਤਦ ਕਰੀਏ ਜਾ ਕੇ ਜੇ ਉਸ ਵਾਹਿਗੁਰੂ ਨੂੰ ਚੰਗੇ ਲੱਗ ਜਾਈਏ। ਜੇ ਉਹਨੂੰ ਇਹ ਕੰਮ ਪ੍ਰਵਾਨ ਹੀ ਨਹੀਂ ਤਾਂ ਫਿਰ ਤੀਰਥਾਂ 'ਤੇ ਇਸ਼ਨਾਨ ਕਿਉਂ ਕਰੀਏ? ਤੀਰਥ ਇਸ਼ਨਾਨ ਦਾ ਕੋਈ ਲਾਭ ਨਹੀਂ ਹੈ, ਕਿਉਂਕਿ ਸੁਣਿਆ 68 ਕਾ ਇਸ਼ਨਾਨ ਅੱਗੇ ਜਾ ਕੇ ਦੱਸਣਗੇ। ਫਿਰ ਇਸ ਪ੍ਰਕਾਰ ਬਚਨ ਫਰਮਾਉਂਦੇ ਹਨ, ਜੇਤੀ ਸਿਰਠ ਉਪਾਈ ਵੇਖਾ ਵਿਣ ਕਰਮਾ ਕੇ ਮਿਲੈ ਲਈ। ਪਰਮੇਸ਼ਰ ਦੀ ਆ ਤੁਸੀਂ ਰਚੀ ਹੋਈ ਜਿੰਨੀ ਸ੍ਰਿਸ਼ਟੀ ਦੇਖਦੇ ਹੋ ਜਾਂ ਮੈਂ ਵੇਖ ਰਿਹਾ, ਉਸ 'ਚ ਬਿਨਾਂ ਭਾਗਾਂ ਤੋਂ ਕੀ ਮਿਲਦਾ? ਮੱਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ। ਜੇ ਇੱਕ ਸੱਚੇ ਸਤਿਗੁਰ ਦੀ ਸਿੱਖਿਆ ਭਾਵ ਉਪਦੇਸ਼ ਨੂੰ ਸੁਣਿਆ ਜਾਵੇ ਨਾ ਬਹਿ ਕੇ ਪਿਆਰ ਨਾਲ, ਕੀਰਤਨ ਕਥਾ, ਤਾਂ ਮਨੁੱਖ ਦੀ ਬੁੱਧੀ ਵਿੱਚ ਹੀ ਰਤਨ ਜਵਾਹਰ ਤੇ ਮਾਣਕ ਇਹ ਅਮੁੱਲ ਪਦਾਰਥ ਪ੍ਰਗਟ ਹੋ ਜਾਂਦੇ ਨੇ। ਜਦੋਂ ਬਾਣੀ ਨੂੰ ਐਨ ਪਿਆਰ ਨਾਲ ਵਿਚਾਰ ਕੇ ਸੁਣੀ, ਜਿਵੇਂ ਆਪਾਂ ਹੁਣ ਜਪਜੀ ਸਾਹਿਬ ਦੀ ਕਥਾ ਕਰ ਰਹੇ ਹਾਂ, ਇਹ ਵਿਚਾਰਨ ਵਾਸਤੇ ਹੀ ਦੱਸ ਰਹੇ ਹਾਂ। ਬਹੁਤਾ ਹੀ ਛੋਟੇ ਛੋਟੇ ਸੂਖਮ ਜਿਹੇ ਅਰਥ ਨੇ ਤਾਂ ਕਿ ਆਪਾਂ ਨੂੰ ਪਤਾ ਲੱਗੇ ਵੀ ਆਪਾਂ ਕੀ ਪੜ੍ਹ ਰਹੇ ਹਾਂ। ਤਾਂ ਮਹਾਰਾਜ ਕਹਿੰਦੇ ਨੇ, ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਕਹਿੰਦੇ ਗੁਰਾਂ ਨੇ ਤਾਂ ਮੈਨੂੰ ਬਸ ਇੱਕੋ ਹੀ ਗੱਲ ਸਮਝਾ ਦਿੱਤੀ ਹੈ, ਜਾਂ ਆਪਾਂ ਬੇਨਤੀ ਕਰੀਏ ਸਤਿਗੁਰੂ ਮੈਨੂੰ ਇੱਕੋ ਹੀ ਬਚਨ ਸਮਝਾ ਦਿਓ, ਇਹ ਮੇਰੇ ਮਨ 'ਚ ਪੱਕਾ ਹੋ ਜਾਵੇ ਕਿ ਸਾਰਿਆਂ ਜੀਆਂ ਦਾ ਇੱਕੋ ਹੀ ਦਾਤਾ ਹੈ, ਉਹ ਮੇਰੇ ਮਨ 'ਚੋਂ ਕਦੇ ਭੁੱਲ ਨਾ ਜਾਵੇ ਜੀ। ਜੇ ਜੁਗ ਚਾਰੇ ਯਾਰ ਜਾ ਹੋਰ ਦਸੂਣੀ ਹੋਏ। ਸੋ ਕਹਿੰਦੇ ਜੀ ਲੰਬੀ ਉਮਰ ਕਰ ਦਿੰਦੇ ਆ ਤੁਹਾਡੀ। ਸਿੱਧ ਕਹਿਣ ਲੱਗੇ ਤੁਸੀਂ ਲੰਬੀ ਉਮਰ 'ਚ ਭਰੋਸਾ ਕਰਦੇ ਹੋ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਜੇ ਕਿਸੇ ਬੰਦੇ ਦੀ 4 ਯੁੱਗਾਂ ਜਿੰਨੀ ਉਮਰ ਲੰਬੀ ਹੋ ਜੇ, ਜਾਂ ਫਿਰ ਇਹਦੇ ਨਾਲੋਂ ਵੱਧ ਕੇ 10 ਗੁਣਾ ਹੋਰ ਵੱਧ ਜੇ ਉਮਰ, ਫੇਰ ਕੀ ਹੋ ਜੂ? ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ। ਫੇਰ ਕਿ ਸਾਰੀ ਸ੍ਰਿਸ਼ਟੀ ਉਹਦੇ ਨਾਮ ਨਾਲ, ਉਹਦਾ ਨਾਮ ਦੁਨੀਆ 'ਚ ਪ੍ਰਸਿੱਧ ਹੋ ਜੇ ਤੇ ਉਹਦੇ ਸਤਿਕਾਰ ਵਜੋਂ ਸਭ ਕੋਈ ਉਹਦੀ ਹਜ਼ੂਰੀ 'ਚ ਨਾਲ ਤੁਰਦਾ। ਜਿੱਧਰ ਨੂੰ ਜਾਵੇ ਸਾਰੀ ਦੁਨੀਆ ਨਾਲ ਤੁਰੇ। ਨਵਾਂ ਖੰਡਾ ਮਤਲਬ ਆ ਜਿਹੜੀ ਧਰਤੀ ਹੈ 9 ਖੰਡ ਨੇ, ਇਹਦੇ ਕੋਲ 9 ਟੁਕੜੇ ਨੇ। ਇਸ ਕਰਕੇ ਚੰਗਾ ਨਾਉ ਰਖਾਏ ਕੈ ਜਸ ਕੀਤ ਜਗ ਲੇ। ਆਪਣਾ ਨਾਮ ਸਤਿਕਾਰ ਵਾਲਾ ਰਖਵਾ ਕੇ ਬੜਾ ਵੱਡਾ ਸਾਰੇ ਜਗਤ ਦੇ 'ਚ ਮਾਣ ਵਡਿਆਈ ਪ੍ਰਾਪਤ ਕਰ ਲਏ। ਧਰਮੀ, ਦਾਨੀ, ਪਰਉਪਕਾਰੀ, ਧਰਮਾਤਮਾ ਨਾਵਾਂ ਦੇ ਨਾਲ ਉਹਦਾ ਸਤਿਕਾਰ ਹੁੰਦਾ ਹੋਵੇ, ਚਾਰੇ ਪਾਸੇ ਦੁਨੀਆ ਅੱਗੇ ਪਿੱਛੇ ਭੱਜੀ ਫਿਰੇ। ਪਰ ਜੇ ਤਿਸ ਨਦਰ ਨ ਆਵਈ ਤਾਂ ਬਾਤ ਨਾ ਪੁੱਛੈ ਕਿ। ਤਿਸ ਦੇ ਸੱਸੇ ਨੂੰ ਔਂਕੜ ਕਹਿੰਦਾ ਤਿਸ ਪਰਮਾਤਮਾ। ਪਰ ਇਹੋ ਜਿਹਾ ਮਾਣ ਵਡਿਆਈ ਵਾਲਾ ਬੰਦਾ ਜੋ ਪਰਮਾਤਮਾ ਦੀ ਨਜ਼ਰ ਵਿੱਚ ਨਹੀਂ ਆਉਂਦਾ, ਉਹ ਨਿਗਾਹ ਭਰ ਕੇ ਵੀ ਨਹੀਂ ਦੇਖਦਾ ਉਹਦੇ ਵੱਲ, ਕਹਿੰਦਾ ਤੁਰਿਆ ਫਿਰ। ਕਿਉਂਕਿ ਹੰਕਾਰੀ ਜੋ ਹੋਇਆ, ਕੋਈ ਦਿਨ ਇਹੋ ਜਿਹਾ ਆਵੇਗਾ ਕਿ ਉਹਦੀ ਕੋਈ ਬਾਤ ਨਹੀਂ, ਸੁੱਖ ਸਾਂਦ ਵੀ ਨਹੀਂ ਪੁੱਛੇਗਾ, ਉਹਦੀ ਕੋਈ ਗੱਲ ਹੀ ਨਹੀਂ ਪੁੱਛੇਗਾ। ਬਾਤ ਨਾ ਪੁੱਛੇ ਕਿ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ। ਸੋ ਮਹਾਰਾਜ ਫਰਮਾਉਂਦੇ ਪਰਮਾਤਮਾ ਨੂੰ ਕੀੜਿਆਂ ਵਿੱਚ ਇੱਕ ਕੀੜਾ ਕਰਕੇ ਜਾਣਦਾ ਤੇ ਗੁਨਾਹੀਆਂ ਵਿੱਚੋਂ ਗੁਨਾਹੀ ਠਹਿਰਾਉਂਦਾ। ਪਰਮਾਤਮਾ ਉਹ ਪਾਪੀ ਨੂੰ ਵੱਡਾ ਦੋਸ਼ੀ ਨਿਸ਼ਚਿਤ ਕਰਕੇ ਨਾ ਕੀੜਿਆਂ ਦੀ ਜੂਨੀ ਜਨਮ ਦਿੰਦਾ। ਕੀਟਾ ਅੰਦਰ ਕੀਟ ਕਰ, ਕੀੜਿਆਂ ਵਿੱਚੋਂ ਵੀ ਇਹੋ ਜਿਹਾ ਭ੍ਰਿਸ਼ਟ ਕੀੜਾ ਬਣਾਉਂਦਾ ਜਿਹੜਾ ਗੰਦਗੀ ਦਾ ਕੀੜਾ ਹੁੰਦਾ। ਦੋਸ਼ੀ ਦੋਸ਼ ਧਰੇ, ਜਿਹੜਾ ਦੋਸ਼ੀ ਬੰਦਾ ਨਾ ਉਹ ਵੀ ਉਹਦੇ 'ਚ ਦੋਸ਼ ਧਰਦਾ ਕਿ ਇੰਨੇ ਭੈੜੇ ਤਾਂ ਅਸੀਂ ਵੀ ਨਹੀਂ, ਇਹ ਬਹੁਤਾ ਹੀ ਭੈੜਾ ਆਦਮੀ ਹੈ। ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ। ਸੋ ਸਤਿਗੁਰੂ ਮਹਾਰਾਜ ਫਰਮਾਉਂਦੇ ਆ ਕਿ ਪਰਮੇਸ਼ਰ ਜਿਹੜਾ ਹੈ ਨਾ ਉਹ ਗੁਣਹੀਣ ਬੰਦਿਆਂ ਨੂੰ ਗੁਣਾਂ ਵਾਲਾ ਕਰ ਦਿੰਦਾ, ਅਤੇ ਜੋ ਅੱਗੇ ਹੀ ਗੁਣਵਾਨ ਨੇ ਉਹਨਾਂ ਨੂੰ ਹੋਰ ਸ਼ੁਭ ਗੁਣਾਂ ਦੀ ਦਾਤ ਬਖਸ਼ਿਸ਼ ਕਰ ਦਿੰਦਾ ਹੈ। ਇਸ ਪ੍ਰਕਾਰ ਕਹਿੰਦੇ ਨੇ ਤੇਹਾ ਕੋਇ ਨਾ ਸੁਝਈ ਜੇ ਤਿਸ ਗੁਣ ਕੋਇ ਕਰੇ। ਪਰ ਇਹੋ ਜਿਹਾ ਕੋਈ ਬੰਦਾ ਹੋਰ ਕੋਈ ਪਰਮਾਤਮਾ ਤੋਂ ਬਿਨਾਂ ਤੁਹਾਨੂੰ ਹੋਰ ਕੋਈ ਨਜ਼ਰ ਆਉਂਦਾ ਜੋ ਪਰਮਾਤਮਾ ਉੱਤੇ ਕੋਈ ਗੁਣ ਕਰੇ, ਪਰਉਪਕਾਰ ਕਰੇ? ਤੋ ਇਹੋ ਜਿਹਾ ਕੋਈ ਸਮਝ ਆਉਂਦਾ ਜਿਹੜਾ ਉਹਦੇ ਉੱਤੇ ਪਰਉਪਕਾਰ ਕਰੇ? ਉਹਦੇ ਤੋਂ ਵੱਡਾ ਹੋਰ ਕੋਈ ਨਹੀਂ। ਫਿਰ ਕਹਿਣ ਲੱਗੇ ਜੀ ਜਿਹੜਾ ਹੈ ਨਾ ਸਿੱਧ ਆਸਣਾ ਤੇ ਕਰਮ ਕਾਂਡਾਂ ਨਾਲ ਉਹ ਪ੍ਰਸੰਨ ਨਹੀਂ ਹੁੰਦਾ, ਉੱਥੇ ਕੇਵਲ ਸ਼ਰਧਾ ਭਗਤੀ ਤੇ ਨਿਮਰਤਾ ਕੰਮ ਆਉਂਦੀ ਹੈ। ਇਸ ਤਰ੍ਹਾਂ ਫਿਰ ਮਹਾਰਾਜ ਸੱਚੇ ਪਾਤਸ਼ਾਹ ਨੇ ਸਮਝਾ ਕੇ ਉਹਨਾਂ ਨੂੰ ਹੋਰ ਦੱਸਿਆ ਹੈ ਕਿ ਹੁਣ ਨਾਮ ਦੇ ਸੁਣਨ ਦੀ ਮਹਿਮਾ ਅੱਗੇ ਸ਼ਰਵਣ ਕਰੋ। ਵੀ ਜੇ ਆਪਾਂ ਕਹਿੰਦੇ ਨਾ ਗਾਵੀ ਹੈ ਸੁਣੀ ਹੈ,
ਮਨ ਰੱਖੀਐ ਭਾਉ। ਕਹਿੰਦੇ ਜਦੋਂ ਮੂੰਹ ਨਾਲ ਗਾਓ ਤਾਂ ਕੰਨਾਂ ਨਾਲ ਸੁਣੋ, ਮਨ 'ਚ ਪ੍ਰੇਮ ਰੱਖੋ, ਤਾਂ ਇਹਦਾ ਫਿਰ ਲਾਭ ਆਪਾਂ ਨੂੰ ਕੀ ਮਿਲਣਾ ਹੈ। ਸੁਣਿਐ ਸਿੱਧ ਪੀਰ ਸੁਰ ਨਾਥ, ਨਾਮ ਦੇ ਸੁਣ ਕਰਕੇ ਸਿੱਧ ਪੀਰ ਦੇਵਤੇ ਤੇ ਜੋਗੀ ਬਣੇ ਨੇ। ਉਹ ਤਾਂ ਹੁਣ ਉਹਨਾਂ ਦੀ ਮਰਜ਼ੀ ਹੋ ਗਈ ਨਾ ਵੀ ਨਾਮ ਸ਼ਰਵਣ ਕਰਨ ਨਾਲ ਕਿੰਨਾ ਵੱਡਾ ਮਹਾਤਮ ਹੈ। ਬਾਕੀ ਤਾਂ ਦੂਜੇ ਸੀੜੀਆਂ ਵਿੱਚ ਸੁਣ ਸਕਦੇ ਹਾਂ ਖੁੱਲ੍ਹ ਕੇ ਆਪਾਂ। ਸੁਣਿਆ ਦਾ ਮਹਾਤਮ ਜਿਹੜਾ ਉਹ ਸਿੱਧ ਪੀਰ ਸੁਰਨਾਥ ਵੀ ਕਥਨ ਕਰਦੇ ਨੇ, ਤੇ ਫਿਰ ਕਈ ਅਰਥ ਬਣ ਜਾਂਦੇ ਅੱਗੇ, ਪਰ ਸੌਖਾ ਸੌਖਾ ਆਪਾਂ ਵਿਚਾਰਦੇ ਹਾਂ। ਸੁਣਿਆ ਧਰਤ ਧਵਲ ਆਕਾਸ, ਐੜੇ ਨੂੰ ਕੰਨਾ ਆਕਾਸ। ਨਾਮ ਦੇ ਸੁਣ ਕਰਕੇ ਧਰਤੀ ਧੌਲਾ ਬਲਦ ਤੇ ਆਕਾਸ਼ ਹਨ। ਨਾਮ ਦੇ ਆਸਰੇ ਖੜੇ ਆ ਸਾਰੇ ਇਹ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ। ਸੁਣਿਆ ਦੀਪ ਲੋਹ ਪਾਤਾਲ, ਨਾਮ ਦੇ ਸੁਣਨ ਕਰਕੇ 7 ਦੀਪ 7 ਲੋਕ ਤੇ 7 ਪਤਾਲ ਨੇ, ਉਹਦੇ ਆਸਰੇ ਹੈ। ਨਾਮ ਦੇ ਸੁਣਨੇ ਕਰਕੇ ਹੀ ਇਹਨਾਂ ਦਾ ਗਿਆਨ ਹੋ ਜਾਂਦਾ ਹੈ। ਦੀਪ ਲੋਹ ਪਾਤਾਲ ਵੀ ਸੁਣਨ ਦੀ ਮਹਿਮਾ ਨੂੰ ਕਥਨ ਕਰਦੇ ਨੇ। ਸੁਣਿਆ ਪੋਹੇ ਨਾ ਸਕੈ ਕਾਲ, ਨਾਮ ਦੇ ਸੁਣਨ ਕਰਕੇ ਮੌਤ ਦਾ ਅਸਰ ਹੀ ਨਹੀਂ ਹੁੰਦਾ, ਮੌਤ ਤੋਂ ਮਨੁੱਖ ਡਰਦਾ ਹੀ ਨਹੀਂ। ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਮਹਾਰਾਜ ਕਥਨ ਕਰਦੇ ਆ ਕਿ ਭਗਤ ਜਿਨ੍ਹਾਂ ਨੂੰ ਸਦਾ ਹੀ ਵਿਗਾਸ ਤੋਂ ਭਾਵ ਹੁੰਦਾ ਆਨੰਦ, ਖੇੜਾ, ਖੇੜੇ ਰਹਿੰਦੇ ਨੇ, ਕਿਉਂਕਿ ਨਾਮ ਦੇ ਸੁਣਨ ਕਰਕੇ ਦੁੱਖਾਂ ਤੇ ਪਾਪਾਂ ਦਾ ਜਿਹੜਾ ਨਾ ਨਾਸ ਹੋ ਜਾਂਦਾ ਹੈ। ਕਹਿਣ ਤੋਂ ਭਾਵ ਹੈ ਕਿ ਇਹ ਜੀਵ ਨੂੰ ਪਾਪਾਂ ਕਰਕੇ ਦੁੱਖ ਮਿਲਦੇ ਆ, ਤੇ ਨਾਮ ਸੁਣਨ ਤੇ ਸਿਮਰਨ ਕਰਨ ਨਾਲ ਜੀਵ ਦੇ ਸਾਰੇ ਪਾਪ ਨਾਸ ਹੋ ਜਾਂਦੇ ਆ। ਫਿਰ ਉਹ ਸਦਾ ਹੀ ਵਿਗਾਸ ਵਿੱਚ ਰਹਿੰਦਾ, ਖੇੜੇ 'ਚ ਰਹਿੰਦਾ, ਆਨੰਦ ਦੇ ਵਿੱਚ ਰਹਿੰਦਾ। ਸੁਣਿਆ ਈਸ਼ਰ ਬਰਮਾ ਇੰਦ, ਨਾਮ ਦੇ ਸੁਣਨ ਕਰਕੇ ਸ਼ਿਵ ਜੀ ਬ੍ਰਹਮਾ ਤੇ ਇੰਦਰ ਬਣੇ ਨੇ, ਨਾਮ ਕਰਕੇ ਬਣੇ ਨੇ। ਉਹ ਵੀ ਨਾਮ ਦਾ ਮਹਾਤਮੀ ਕਹਿੰਦੇ ਭਈ ਸੁਣਿਆ ਕਰੋ ਨਾਮ। ਇਹ ਪਾਠ ਦਾ ਵੀ ਧਿਆਨ ਦੇਣਾ, ਸੁਣਿਆ ਕਰਨਾ। ਇਹਦੇ ਲਈ ਤੁਹਾਨੂੰ ਸਾਰਿਆਂ ਨੂੰ ਦੇਖਣੀ ਚਾਹੀਦੀ ਹੈ ਜਿਹੜੀ ਆਪਣੀ ਸੰਥਿਆ ਦੀ, ਜਿਹੜੀ 7 ਬਾਣੀਆਂ ਦੀ ਆਪਣੀ ਸੀੜੀ ਬਣਾਈ ਹੋਈ ਹੈ। ਸੁਣਿਆ ਮੁਖ ਸਾਲਾਹਣ ਮੰਦ, ਨਾਮ ਦੇ ਸੁਣਨ ਕਰਕੇ ਮਾੜਾ ਬੰਦਾ ਵੀ ਸਿਫਤ ਸਲਾਹ ਕਰਕੇ ਮੁਖੀ ਬਣ ਜਾਂਦਾ, ਭਾਵ ਸ੍ਰੇਸ਼ਟ ਹੋ ਜਾਂਦਾ, ਉਹ ਵੀ ਵੱਡਾ ਬਣ ਜਾਂਦਾ। ਨਾਮ ਦੇ ਸੁਣਨੇ ਕਰਕੇ ਜਿਹੜਾ ਮੁਖ ਸਾਲਾਹਣ ਮੰਦ, ਮੰਦਾ ਬੰਦਾ ਵੀ ਮੁੱਖੋਂ ਸਲਾਹੁਣੇ ਯੋਗ ਹੋ ਜਾਂਦਾ। ਸੁਣਿਆ ਜੋਗ ਜੁਗਤ ਤਨ ਭੇਦ, ਨਾਮ ਦੇ ਸੁਣਨ ਕਰਕੇ ਸਰੀਰ ਵਿੱਚ ਯੋਗ ਦੀਆਂ ਜੁਗਤੀਆਂ ਦੇ ਭੇਦ ਪਤਾ ਲੱਗ ਜਾਂਦੇ ਨੇ। ਸੁਣਿਆ ਸਾਸਤ ਸਿਮਰਤ ਵੇਦ, ਨਾਮ ਦੇ ਸੁਣਨ ਨਾਲ 6 ਸ਼ਾਸਤਰ 27 ਸਿਮਰਤੀਆਂ ਤੇ 4 ਵੇਦਾਂ ਦੇ ਸਿਧਾਂਤ ਦਾ ਗਿਆਨ ਆਪਣੇ ਆਪ ਹੀ ਹੋ ਜਾਂਦਾ। ਨਾਮ ਬੜੀ ਵੱਡੀ ਤਾਕਤ ਹੈ। ਜਿਨ੍ਹਾਂ ਨੇ ਨਾਮ ਜਪ ਕੇ ਹਿਰਦੇ ਦੇ ਅੰਦਰ ਪ੍ਰਕਾਸ਼ ਹੋ ਗਿਆ, ਉਹਨਾਂ ਨੂੰ ਸਾਰਾ ਬ੍ਰਹਮ ਗਿਆਨ ਇਸੇ ਨੂੰ ਕਹਿੰਦੇ ਨੇ। ਬ੍ਰਹਮ ਗਿਆਨ ਦੀ ਕਥਾ ਹੈ ਜਪਜੀ ਸਾਹਿਬ ਸਾਰੀ। ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਕਿਉਂਕਿ ਭਗਤਾਂ ਨੂੰ ਗੁਰੂ ਨਾਨਕ ਸਾਹਿਬ ਕਹਿੰਦੇ ਸਦਾ ਹੀ ਵਿਗਾਸ, ਖੇੜਾ ਬਣਿਆ ਰਹਿੰਦਾ। ਜਦੋਂ ਬਾਣੀ ਜਿਉਂ-ਜਿਉਂ ਸੁਣੀ ਜਾਓ ਤਿਉਂ-ਤਿਉਂ ਮਨ ਖਿੜੀ ਜਾਂਦਾ। ਤੇ ਬਾਣੀ ਦੇ ਸੁਣਨ ਨਾਲ ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁੱਖ ਪਰ ਹਰ ਸੁੱਖ ਕਰ ਲੈ ਜਾਏ। ਸੁਣਨ ਦੇ ਨਾਲ ਦੁੱਖਾਂ ਤੇ ਪਾਪਾਂ ਦਾ ਨਾਸ ਹੋ ਜਾਂਦਾ। ਸੁਣਿਐ ਸਤ ਸੰਤੋਖ ਗਿਆਨ, ਨਾਮ ਦੇ ਸੁਣਨ ਵਾਲੇ ਬੰਦੇ ਨੂੰ ਸੱਚ, ਸੰਤੋਖ ਤੇ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਬਾਣੀ ਸੁਣਨ ਪੜ੍ਹਨ ਨਾਲੇ ਲਾਭ ਹੁੰਦੇ ਨੇ, ਮਹਾਰਾਜ ਦੱਸਦੇ ਨੇ, ਨਾਲੇ ਮਨ ਨੂੰ ਸ਼ਾਂਤੀ ਵੀ ਆਉਂਦੀ ਹੈ। ਸੁਣਿਆ 68 ਕਾਏ ਇਸ਼ਨਾਨ, ਪਰਮੇਸ਼ਰ ਦਾ ਨਾਮ ਸ਼ਰਵਣ ਕਰਨ ਵਾਲੇ ਜੀਵ ਨੂੰ ਗੰਗਾ ਜਮਨਾ ਸਰਸਤੀ ਪ੍ਰਯਾਗਰਾਜ ਆਦਿਕ ਜਿਹੜੇ ਪ੍ਰਸਿੱਧ 68 ਤੀਰਥਾਂ ਦੇ ਇਸ਼ਨਾਨ ਦਾ ਫਲ ਘਰ ਹੀ ਮਿਲ ਜਾਂਦਾ। ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ। ਤੀਰਥ ਸ਼ਬਦ ਵੀ 4 ਅੰਤਰ ਗਿਆਨ ਹੈ। ਸੁਣਿਆ ਪੜ੍ਹ ਪੜ੍ਹ ਭਾਵ ਹੈ ਮਾਨ, ਪਰਮੇਸ਼ਰ ਦੇ ਨਾਮ ਨੂੰ ਸੁਣ ਕੇ ਤੇ ਪੜ੍ਹ ਕੇ ਭਾਵ ਨਾਮ ਦਾ ਸਿਮਰਨ ਕਰਕੇ ਪ੍ਰਾਣੀ ਮਾਤਰ ਜਿਹੜੇ ਸਾਰੇ ਨੇ ਉਹ ਮਾਣ ਵਡਿਆਈ ਪਾ ਲੈਂਦੇ ਨੇ। ਸੁਣਿਆ ਲਾਗੈ ਸਹਿਜ ਧਿਆਨ, ਨਾਮ ਦੀ ਮਹਿਮਾ ਸੁਣ ਕਰਕੇ ਆਪਣਾ ਸੁਤੇ ਸਿੱਧੀ ਪਰਮਾਤਮਾ ਵਿੱਚ ਧਿਆਨ ਜੁੜ ਜਾਂਦਾ, ਲੱਗ ਜਾਂਦਾ। ਕਈ ਕਹਿੰਦੇ ਸਾਡਾ ਧਿਆਨ ਨਹੀਂ ਲੱਗਦਾ। ਧਿਆਨ ਤਾਂ ਨਹੀਂ ਲੱਗਦਾ, ਪਾਠ ਮੂੰਹ 'ਚ ਹੋ ਰਿਹਾ, ਮਨ ਕਿਤੇ ਫਿਰਦਾ, ਤੇ ਧਿਆਨ ਕਿਵੇਂ ਲੱਗੇ? ਪਾਠ ਨੂੰ ਸੁਣੋ। ਅੱਜ ਜਿਵੇਂ ਹੁਣ ਅਰਥ ਦੱਸ ਰਹੇ ਇਹਨਾਂ ਨੂੰ ਸੁਣੋ। ਜੇ ਨਾਲ ਨਾਲ ਅਰਥ ਮਾੜੇ ਮਾੜੇ ਵੀ ਸਮਝ ਹੀ ਜਾਓ ਨਾ ਵੀ ਇਹਦਾ ਮਤਲਬ ਆਹ ਹੈ, ਇਹਦਾ ਮਤ ਇਹ ਹੈ, 8-10 ਵਾਰੀ ਜਦੋਂ ਸੁਣੋਗੇ ਸਾਰੇ ਸਟੀਕ ਅਰਥ, ਫਿਰ ਮੁੜ ਕੇ ਲੋੜ ਹੀ ਨਹੀਂ ਪੈਣੀ। ਜਦੋਂ ਬਾਣੀ ਪੜ੍ਹੋਗੇ ਆਪੇ ਅਰਥ ਅੱਖਾਂ ਅੱਗੇ ਆਈ ਜਾਣੇ ਨੇ, ਦਿਮਾਗ 'ਚ ਆਈ ਜਾਣੇ, ਆਪੇ ਮਨ ਨੇ ਟਿਕ ਜਾਣਾ।
ਨਾਨਕ ਭਗਤਾ ਸਦਾ ਵਿਗਾਸ, ਸੁਣਿਐ ਦੂਖ ਪਾਪ ਕਾ ਨਾਸ। ਮਹਾਰਾਜ ਫਰਮਾਉਂਦੇ ਭਗਤਾਂ ਨੂੰ ਸਦਾ ਹੀ ਖੇੜਾ ਬਣਿਆ ਰਹਿੰਦਾ, ਨਾਮ ਸੁਣਨ ਕਰਕੇ ਦੁੱਖਾਂ ਪਾਪਾਂ ਦਾ ਨਾਸ ਹੋ ਜਾਂਦਾ ਉਹਨਾਂ ਦਾ। ਸੁਣਿਐ ਸਾਰਾ ਗੁਣਾ ਕੇ ਗਾਹ, ਪਰਮੇਸ਼ਰ ਦਾ ਨਾਮ ਸੁਣਨ ਨਾਲ ਜੋ ਗੁਣਾਂ ਦੇ ਸਰਾ ਦੇ ਭਾਵ ਜਾਣਨਹਾਰ ਹੋਈ ਜਾਈਦਾ। ਇਸ ਪ੍ਰਕਾਰ ਫਰਮਾਉਂਦੇ ਨੇ, ਸੁਣਿਐ ਸਰਾ ਗੁਣਾ ਕੇ ਗਾਹੇ ਦੇ ਕਈ ਅਰਥ ਨੇ। ਤੋ ਗਾਹ ਭਾਵ ਜਾਣਨਹਾਰ, ਪਰਮੇਸ਼ਰ ਦਾ ਨਾਮ ਸੁਣਨ ਨਾਲ ਗੁਣਾਂ ਦੇ ਸਰਾ ਹੁੰਦਾ, ਇਹ ਸਰਾ ਦੇ ਜਾਣਨਹਾਰ ਹੋ ਜਾਈਦਾ। ਇਸ ਤਰ੍ਹਾਂ ਹੀ ਲਾ ਲੈਣਾ। ਸੁਣਿਐ ਸੇਖ ਪੀਰ ਪਾਤਸ਼ਾਹ, ਨਾਮ ਦੇ ਸੁਣਨ ਨਾਲ ਸ਼ੇਖ ਪੀਰ ਤੇ ਪਾਤਸ਼ਾਹ ਦੀਨ ਦੁਨੀਆ ਦੇ ਵੱਡੇ ਬਣ ਜਾਈਦਾ। ਸੇਖ ਪੀਰ ਪਾਤਸ਼ਾਹ ਕਿਵੇਂ ਬਣੇ? ਕਹਿੰਦੇ ਉਹ ਨਾਮ ਸੁਣਿਆ ਪਹਿਲਾਂ, ਉਹਨਾਂ ਨੇ ਕਮਾਈ ਕੀਤੀ ਹੈ। ਸੁਣਿਐ ਅੰਧੇ ਪਾਵ ਹੈ ਰਾਹ, ਪਰਮੇਸ਼ਰ ਦਾ ਨਾਮ ਸੁਣਨ ਨਾਲ ਅਗਿਆਨੀ ਬੰਦੇ ਵੀ ਜਿਹੜੇ ਹੁੰਦੇ ਨੇ ਗਿਆਨ ਦਾ ਰਸਤਾ ਪ੍ਰਾਪਤ ਕਰ ਲੈਂਦੇ ਨੇ। ਸੁਣਿਐ ਹਾਥ ਹੋਵੈ ਅਸਗਾਹ, ਨਾਮ ਦੇ ਸੁਣਨ ਕਰਕੇ ਅਸਗਾਹ ਜਿਹੜਾ ਥਾਹ ਸਮੁੰਦਰਾ ਹੱਥ ਭਰ ਰਹਿ ਜਾਂਦਾ, ਭਾਵ ਔਖੇ ਤੋਂ ਔਖਾ ਕੰਮ ਵੀ ਆਸਾਨ ਹੋ ਜਾਂਦਾ। ਡੂੰਘਾ ਸਮੁੰਦਰ ਵੀ ਹਾਥ ਭਾਵ ਹੱਥ ਜਿੰਨਾ ਹੀ ਰਹਿ ਜਾਂਦਾ, ਜਿਹਦਾ ਕੋਈ ਹਾਥ ਨਹੀਂ। ਨਾਨਕ ਭਗਤਾ ਸਦਾ ਵਿਗਾਸ, ਸੁਣਿਐ ਦੁਖ ਪਾਪ ਕਾ ਨਾਸ। ਭਗਤਾਂ ਨੂੰ ਸਦਾ ਹੀ ਵਿਗਾਸ ਹੈ, ਖੇੜਾ ਹੋਇਆ ਰਹਿੰਦਾ। ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਕਿਉਂ ਜੀ ਭਗਤ ਕਿਉਂ ਖਿੜੇ ਰਹਿੰਦੇ ਨੇ? ਕਹਿੰਦੇ ਕਿਉਂਕਿ ਉਹ ਨਾਮ ਨੂੰ ਸੁਣਦੇ ਨੇ, ਉਹਨਾਂ ਦੇ ਅੰਦਰ ਨਾ ਦੁੱਖ ਨਾ ਪਾਪ, ਉਹਨਾਂ ਦਾ ਨਾਸ ਹੋ ਗਿਆ, ਫਿਰ ਬੰਦਾ ਖਿੜਿਆ ਰਹਿੰਦਾ। ਪਾਪੀ ਬੰਦਾ ਜਿਹੜਾ ਹੁੰਦਾ, ਦੁਖੀ ਬੰਦਾ, ਉਹਦਾ ਮੂੰਹ ਮੁਰਝਾਇਆ ਰਹਿੰਦਾ। ਬਸ ਗੱਲ ਤਾਂ ਇਹ ਹੈ। ਮੰਨੇ ਕੀ ਗਾਤੇ ਕਹੀ ਨਾ ਜਾਏ, ਹੁਣ ਨਾਮ ਨੂੰ ਸੁਣ ਕੇ ਮੰਨ ਲੈਣ ਵਾਲੇ ਦੀ ਜਿਹੜੀ ਗਤੀ ਹੁੰਦੀ, ਅਵਸਥਾ, ਉਹ ਕਥਨ ਨਹੀਂ ਕੀਤੀ ਜਾ ਸਕਦੀ। ਜੇ ਕੋ ਕਹੈ ਪਿਛੈ ਪਛਤਾਏ, ਜੇ ਕੋਈ ਨਾਮ ਦੇ ਮੰਨਣ ਵਾਲਿਆਂ ਦੀ ਅਵਸਥਾ ਬਾਰੇ ਕੁਝ ਕਹਿੰਦਾ, ਉਹ ਪੂਰੀ ਤਾਂ ਫਿਰ ਕਹਿ ਨਹੀਂ ਸਕਦਾ, ਤਾਂ ਉਹ ਬਾਅਦ 'ਚ ਪਛਤਾਉਂਦਾ। ਕਿਉਂਕਿ ਨਾਮ ਜਪਣ ਵਾਲੇ ਬੰਦੇ ਦੀ ਜਿਹੜੀ ਮਹਿਮਾ ਬਿਆਨ ਕਰਨ ਦੇ ਵਿੱਚ ਕਿਸੇ ਦੀ ਸਮਰੱਥਾ ਨਹੀਂ ਹੁੰਦੀ। ਕਹਿੰਦੇ ਫਿਰ ਲਿਖ ਲੈਂਦੇ, ਕਾਗਦ ਕਲਮ ਨਾ ਲਿਖਣ ਹਾਰ, ਨਾਮ ਦੇ ਮੰਨਣ ਵਾਲੇ ਦੀ ਮਹਿਮਾ ਲਿਖਣ ਵਾਲੀ ਕਲਮ, ਕਾਗਜ਼ ਜਾਂ ਲਿਖਣ ਵਾਲਾ ਕੋਈ ਲਿਖਾਰੀ ਲਿਖ ਨਹੀਂ ਸਕਦਾ। ਮੰਨੇ ਕਾ ਬਹਿ ਕਰਨ ਵਿਚਾਰ, ਤੋ ਫਰਮਾਉਂਦੇ ਨੇ ਨਾਮ ਦੇ ਮੰਨਣ ਵਾਲੇ ਜਿਹੜਾ ਜੀਵ ਆ ਨਾ, ਜਾਂ ਉਹ ਪ੍ਰਾਣੀ ਨਾਮ ਜਪਣ ਵਾਲੇ ਪ੍ਰਾਣੀ ਦਾ ਸਤਸੰਗੀ ਬੈਠ ਕੇ ਵਿਚਾਰ ਕਰਦੇ ਆ। ਵਿਚਾਰ ਕੀ ਕਰਦੇ? ਉਹਦੀ ਪ੍ਰਸ਼ੰਸਾ ਕਰਦੇ ਨੇ ਵੀ ਬੜਾ ਨਾਮ ਜਪਿਆ ਉਹਨੇ, ਬੜਾ ਮੰਨਣ ਕੀਤਾ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਾਨੈ ਕੋਏ। ਸੋ ਇਸ ਪ੍ਰਕਾਰ ਫਰਮਾਉਂਦੇ ਆ, ਇਹ ਗੱਲ ਨੂੰ ਕੌਣ ਜਾਣ ਸਕਦਾ? ਐਸਾ ਨਾਮ ਨਿਰੰਜਨ ਹੋਏ। ਨਿਰੰਜਨ ਮਾਇਆ ਕਾਲਖ ਤੋਂ ਰਹਿਤ ਪਰਮਾਤਮਾ, ਜੋ ਮਾਇਆ ਤੋਂ ਰਹਿਤ ਵਾਹਿਗੁਰੂ ਦਾ ਨਾਮ ਐਸਾ ਪਵਿੱਤਰ ਤੇ ਫਲਦਾਤਾ ਹੈ। ਪਰ ਇਸ ਗੱਲ ਨੂੰ ਉਹ ਜਾਣ ਸਕਦਾ ਜਿਹੜਾ ਆਪਣੇ ਮਨ ਵਿੱਚ ਨਾਮ ਨੂੰ ਮੰਨਣ ਕਰ ਲਵੇ। ਸੁਣ ਕੇ ਫਿਰ ਮੰਨਣਾ, ਇਹ ਨਹੀਂ ਕਹਿਣਾ ਵੀ ਇਹ ਪਤਾ ਨਹੀਂ ਹੈ ਕਿ ਨਹੀਂ। ਇਹ ਦੂਸਰੀ ਅਵਸਥਾ ਹੈ। ਪਹਿਲਾਂ ਸੁਣੋ, ਪਹਿਲਾਂ ਕਹਿੰਦੇ ਗਾਵੀਐ, ਫਿਰ ਸੁਣਨਾ, ਫਿਰ ਮੰਨਣ ਕਰਨਾ। ਮੰਨੈ ਸੁਰਤ ਹੋਵੈ ਮਨ ਬੁੱਧ, ਗੁਰਾਂ ਦਾ ਉਪਦੇਸ਼ ਜਾਂ ਨਾਮ ਨੂੰ ਮੰਨ ਲੈਣ ਵਾਲੇ ਜੀਵ ਦੇ ਮਨ ਵਿੱਚ ਬੁੱਧੀ ਵਿੱਚ ਗਿਆਨਮਈ ਸੋਝੀ ਹੋ ਜਾਂਦੀ ਹੈ। ਨਾਮੀ ਬੰਦੇ ਦੀ ਸੂਝ ਬੂਝ ਬੜੀ ਉੱਚੀ ਹੋ ਜਾਂਦੀ ਹੈ। ਮੰਨੈ ਸਗਲ ਭਵਨ ਕੀ ਸੁਧ, ਤੇ ਉਹਨੂੰ ਫਿਰ ਕੀ ਹੁੰਦਾ? ਸਾਰੇ ਜਿਹੜੇ ਭਵਨ ਨੇ, 14 ਭਵਨ, 7 ਆਕਾਸ਼ 7 ਪਤਾਲ, ਇਹਨਾਂ ਦੀ ਸਾਰੇ ਸੰਸਾਰ ਦੀ ਉਹਨੂੰ ਸੋਝੀ ਪੈਦਾ ਹੋ ਜਾਂਦੀ ਹੈ। ਇੱਥੋਂ ਅੱਖਾਂ ਬੰਦ ਕਰਕੇ ਦੇਖ ਲੈਂਦਾ ਸਾਰਾ ਕੁਝ। ਸੋਝੀ ਪੈਦਾ ਹੋ ਗਈ ਉਹਦੇ ਅੰਦਰ, ਸੁੱਧ ਹੋ ਗਈ, ਉਹਨੂੰ ਗਿਆਤ ਹੋ ਗਈ। ਮੰਨੈ ਮੋਹ ਚੋਟਾ ਨਾ ਖਾਏ, ਨਾਮ ਨੂੰ ਮੰਨਣ ਵਾਲਾ ਬੰਦਾ ਕਦੇ ਮੂੰਹ ਦੇ ਉੱਤੇ ਜਮਾਂ ਦੀਆਂ ਚੋਟਾਂ, ਸੰਸਾਰਕ ਦੁੱਖ ਕਲੇਸ਼ਾਂ ਦੀਆਂ ਸੱਟਾਂ ਨਹੀਂ ਖਾਂਦਾ। ਤਾਂ ਫਰਮਾਉਂਦੇ ਨੇ ਮਹਾਰਾਜ ਜੀ, ਮੰਨੈ ਜਮ ਕੈ ਸਾਥ ਨਾ ਜਾਏ। ਸੋ ਇਸ ਪ੍ਰਕਾਰ ਬਚਨ ਫਰਮਾਉਂਦੇ, ਨਾਮ ਨੂੰ ਮੰਨ ਲੈਣ ਵਾਲੇ ਜਿਹੜੇ ਜੀਵ ਨੇ, ਕੋਈ ਵੀ ਗੁਰਮੁਖ, ਉਹ ਸੰਸਾਰ ਵਿੱਚੋਂ ਜਦੋਂ ਜਾਂਦੇ ਨੇ, ਫਿਰ ਮਰਨ ਤੋਂ ਪਿੱਛੋਂ ਜਮਾਂ ਦੇ ਨਾਲ ਨਰਕਾਂ ਵਿੱਚ ਨਹੀਂ ਜਾਂਦੇ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਨਿਰੰਜਨ ਮਾਇਆ ਕਾਲਖ ਤੋਂ ਰਹਿਤ ਪ੍ਰਭੂ ਦਾ ਨਾਮ ਐਸਾ ਪਵਿੱਤਰ ਤੇ ਫਲਦਾਤਾ ਹੈ। ਇਸ ਗੱਲ ਨੂੰ ਉਹ ਜਾਣ ਸਕਦਾ ਜਿਹੜਾ ਆਪਣੇ ਮਨ ਵਿੱਚ ਨਾਮ ਨੂੰ ਮੰਨਣ ਕਰ ਲਵੇ। ਮੰਨੈ ਮਾਰਗ ਠਾਕ ਨਾ ਪਾਏ, ਨਾਮ ਨੂੰ ਮੰਨਣ ਵਾਲੇ ਦੇ ਰਾਹ ਵਿੱਚ ਕਿਸੇ ਤਰ੍ਹਾਂ ਦੀ ਠਾਕ ਹੁੰਦੀ, ਕਦੇ ਰੁਕਾਵਟ ਨਹੀਂ ਪੈਂਦੀ। ਉਹ ਆਪਣੀ ਜ਼ਿੰਦਗੀ ਨਾਮ ਦਾ ਸਿਮਰਨ ਕਰਕੇ ਬੜੀ ਸੌਖੀ ਬਤੀਤ ਕਰਦਾ।
ਮੰਨੈ ਪਤ ਸਿਉ ਪਰਗੁਟ ਜਾਏ। ਨਾਮ ਦੇ ਮੰਨਣ ਵਾਲਾ ਜਿਹੜਾ ਬੰਦਾ ਨਾ ਸੰਸਾਰ ਵਿੱਚੋਂ ਬੜੀ ਇੱਜ਼ਤ ਤੇ ਸਤਿਕਾਰ ਨਾਲ ਜਾਂਦਾ। ਭਾਵੇਂ ਜਗਤ ਵਿੱਚੋਂ ਜਾਣ ਸਮੇਂ ਨਾਮੀ ਬੰਦੇ ਦਾ ਮੁੱਖ ਸ਼ੁਭ ਕਰਮਾਂ ਕਰਕੇ ਬੜਾ ਉਜਲਾ ਹੁੰਦਾ ਹੈ। ਮੰਨੈ ਮਗ ਨਾ ਚੱਲੈ ਪੰਥ ਮਗ, ਓਲਾ ਜਿਹਾ ਬੋਲਣਾ। ਨਾਮ ਦੇ ਮੰਨਣ ਵਾਲਾ ਸੰਸਾਰ ਜਿਹੜਾ ਨਾ ਭਾਵ ਮਨੁੱਖ ਕੋਈ ਵੀ ਆ, ਸੰਸਾਰ ਦੇ ਵੱਖੋ ਵੱਖਰੇ ਭੇਖਾਂ ਦੇ ਰਸਤੇ ਨਹੀਂ ਚੱਲਦਾ। ਉਹਦਾ ਮਾਰਗ ਇੱਕ ਪਰਮੇਸ਼ਰ ਵਾਲਾ ਹੀ ਹੁੰਦਾ। ਮੰਨੈ ਧਰਮ ਸੇਤੀ ਸੰਬੰਧ। ਮਹਾਰਾਜ ਸੱਚੇ ਪਾਤਸ਼ਾਹ ਪਾਵਨ ਬਚਨ ਫਰਮਾਉਂਦੇ ਹਨ ਕਿ ਨਾਮ ਦੇ ਮੰਨਣ ਵਾਲੇ ਜੀਵ ਦਾ ਸੰਬੰਧ ਇੱਕ ਸੱਚੇ ਧਰਮ ਦੇ ਨਾਲ ਹੋ ਜਾਂਦਾ। ਸਗਲ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਉਹ ਅਧਰਮੀਆਂ ਦੀ ਸੰਗਤ ਨਹੀਂ ਫਿਰ ਕਰਦਾ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਮਾਇਆ ਤੋਂ ਰਹਿਤ ਪਰਮੇਸ਼ਰ ਦਾ ਨਾਮ ਇਹੋ ਜਿਹਾ ਪਵਿੱਤਰ ਤੇ ਫਲ ਦੇ ਦੇਣ ਵਾਲਾ ਹੈ, ਪਰ ਇਸ ਗੱਲ ਨੂੰ ਉਹੀ ਜਾਣ ਸਕਦਾ ਜਿਹੜਾ ਆਪਣੇ ਮਨ ਵਿੱਚ ਨਾਮ ਨੂੰ ਮੰਨਣ ਕਰਨ ਲਵੇ। ਮੰਨੈ ਪਾਵਹਿ ਮੋਖ ਦੁਆਰ। ਨਾਮ ਦੇ ਮੰਨਣ ਵਾਲਾ ਜੀਵ ਮੁਕਤੀ ਦਾ ਦਰਵਾਜ਼ਾ ਗਿਆਨ ਪ੍ਰਾਪਤ ਕਰ ਲੈਂਦਾ। ਮੰਨੈ ਪਰਵਾਰੈ ਸਾਧਾਰ। ਤੇ ਨਾਮੀ ਬੰਦਾ ਆਪਣੇ ਪਰਿਵਾਰ ਨੂੰ ਨਾਮ ਦੇ ਆਸਰੇ ਸਹਿਤ ਕਰ ਲੈਂਦਾ। ਪਰਿਵਾਰੈ ਸਾਧਾਰ ਕਹਿਣ ਤੋਂ ਭਾਵ ਉਹ ਕਿਸੇ ਨੂੰ ਨਿਆਸਰਾ ਨਹੀਂ ਰਹਿਣ ਦਿੰਦਾ। ਮੰਨੈ ਤਰੈ ਤਾਰੇ ਗੁਰ ਸਿੱਖ। ਨਾਮ ਦੇ ਮੰਨਣ ਵਾਲਾ ਆਪ ਗੁਰਸਿੱਖ ਬਣ ਕੇ ਤਰਦਾ ਤੇ ਕਈ ਹੋਰਨਾਂ ਨੂੰ ਸਿੱਖ ਬਣਾ ਕੇ ਤੇ ਉਪਦੇਸ਼ ਦੇ ਕੇ ਤਾਰ ਦਿੰਦਾ ਹੈ। ਮੰਨੈ ਨਾਨਕ ਭਵੈ ਨ ਭਿਖ। ਨਾਮ ਦੇ ਮੰਨਣ ਵਾਲਾ ਜੀਵ ਮੰਗਤਾ ਬਣ ਕੇ ਭਿਖਿਆ ਮੰਗਣ ਲਈ ਥਾਂ ਥਾਂ ਭਾਉਂਦਾ ਨਹੀਂ ਫਿਰਦਾ। ਦਾਤਾ ਬਣ ਕੇ ਸਗੋਂ ਸਾਰਿਆਂ ਨੂੰ ਦਾਤਾਂ ਬਖਸ਼ਦਾ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਸੋ ਇਸ ਪ੍ਰਕਾਰ ਜਿਹੜਾ ਹੈ ਫਰਮਾਉਂਦੇ ਨੇ ਕਿ ਮਾਇਆ ਤੋਂ ਰਹਿਤ ਪਰਮੇਸ਼ਰ ਦਾ ਨਾਮ ਐਸਾ ਪਵਿੱਤਰ ਤੇ ਫਲ ਦੇ ਦੇਣ ਵਾਲਾ ਹੈ, ਪਰ ਇਹ ਗੱਲ ਨੂੰ ਉਹ ਜਾਣ ਸਕਦਾ ਜਿਹੜਾ ਆਪਣੇ ਮਨ ਵਿੱਚ ਨਾਮ ਦਾ ਮੰਨਣ ਕਰਨਾ ਜਾਣ ਲਵੇ, ਉਹਦੇ ਤੇ ਕਿਰਪਾ ਹੁੰਦੀ ਹੈ। ਪੰਜ ਪਰਵਾਨ ਪੰਜ ਪ੍ਰਧਾਨ, ਪੰਚੇ ਪਾਵਹਿ ਦਰਗਹਿ ਮਾਨ। ਸੋ ਇਸ ਤਰ੍ਹਾਂ ਪਾਵਨ ਬਚਨ ਫਰਮਾਉਂਦੇ ਹਨ। ਪੰਜ ਪ੍ਰਵਾਨ ਹਨ, ਪੰਜ ਪੁਰਸ਼ਾਂ ਨੂੰ ਹਰ ਥਾਂ ਦੇ ਉੱਤੇ ਮੰਨਿਆ ਜਾਂਦਾ ਹੈ ਤੇ ਪੰਜ ਹੀ ਪ੍ਰਧਾਨ ਤੋਂ ਭਾਵ ਮੁਖੀ ਨੇ। ਸੋ ਇਸ ਪ੍ਰਕਾਰ ਜਿਨ੍ਹਾਂ ਗੁਰਮੁਖਾਂ ਨੇ ਪਹਿਲਾਂ ਨਾਮ ਨੂੰ ਸੁਣਿਆ, ਫਿਰ ਮੰਨਿਆ ਤੇ ਫਿਰ ਉਹ ਨਾਮ ਦੀ ਕਮਾਈ ਕਰਕੇ ਪਰਮ ਪਦਵੀ ਪ੍ਰਾਪਤ ਕੀਤੀ ਹੈ, ਸਤਿਗੁਰੂ ਜੀ ਉਹਨਾਂ ਮਹਾਨ ਜੀਵਾਂ ਨੂੰ, ਉਹਨਾਂ ਗੁਰਮੁਖਾਂ ਨੂੰ ਪੰਚ ਕਰਕੇ ਮੰਨਦੇ ਨੇ। ਪੈਂਚ ਭਾਵ ਮੁਖੀ, ਜਿਨ੍ਹਾਂ ਨੇ ਪਿਛਲੀ ਸਾਰੀ ਕਮਾਈ ਕੀਤੀ। ਪਹਿਲਾਂ ਸੁਣਿਆ, ਪਹਿਲਾਂ ਗਾਇਆ, ਫਿਰ ਸੁਣਿਆ, ਫਿਰ ਮੰਨਿਆ, ਫਿਰ ਕਮਾਇਆ। ਇਹ ਕਮਾਉਣ ਦੀ ਪੌੜੀ ਹੈ, ਨਿਧਿਆਸਣ ਦੀ ਪੌੜੀ ਇਹਨੂੰ ਕਿਹਾ। ਇਹ ਪਿੱਛੇ ਆਪਾਂ ਜਿਹੜੀਆਂ ਵੱਡੀਆਂ ਕਥਾਵਾਂ ਉਹਨਾਂ ਵਿੱਚ ਫਿਰ ਸ਼ਰਵਣ ਕਰ ਸਕਦੇ ਹਾਂ। ਪੰਚੇ ਸੋਹੈ ਦਰ ਰਾਜਾਨ, ਪੰਚਾਂ ਕਾ ਗੁਰ ਏਕ ਧਿਆਨ। ਸੋ ਇਸ ਪ੍ਰਕਾਰ ਬਚਨ ਫਰਮਾਉਂਦੇ ਕਿ ਸੰਤ ਜਨ ਜੋ ਰਾਜਿਆਂ ਦੇ ਰਾਜੇ ਨੇ, ਦਰ ਰਾਜਾਨ, ਉਹ ਪਰਮੇਸ਼ਰ ਦੇ ਦਰਬਾਰ ਵਿੱਚ ਸ਼ੋਭਨੀਕ ਹੁੰਦੇ ਆ। ਪੰਜਾਂ ਦਾ ਕੇਵਲ ਇੱਕ ਗੁਰੂ ਪਰਮਾਤਮਾ ਵੱਲ ਹੀ ਧਿਆਨ ਲੱਗਿਆ ਰਹਿੰਦਾ। ਉਹਨਾਂ ਦੀ ਸੁਰਤੀ ਸੰਸਾਰਕ ਝਮੇਲਿਆਂ ਤੋਂ ਨਿਰਲੇਪ ਰਹਿ ਕੇ ਪ੍ਰਭੂ ਦੇ ਸਿਮਰਨ ਵਿੱਚ ਲੱਗੀ ਰਹਿੰਦੀ ਹੈ। ਜੇ ਕੋ ਕਹੈ ਕਰੈ ਵਿਚਾਰ, ਕਰਤੇ ਕੈ ਕਰਣੈ ਨਾਹੀ ਸੁਮਾਰ। ਕਹਿੰਦੇ ਜੇ ਕੋਈ ਕਰਤਾਰ ਦੀ ਰਚਨਾ ਦਾ ਕਥਨ ਕਰਕੇ ਵਿਚਾਰ ਕਰੇ ਤਾਂ ਕਰਤਾਰ ਦੀ ਰਚਨਾ ਦਾ ਉਹ ਅੰਤ ਨਹੀਂ ਪਾ ਸਕਦਾ। ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ। ਕਿਉਂਕਿ ਧੌਲਾ ਬਲਦ ਧਰਮ ਹੈ ਜੋ ਦਇਆ ਦਾ ਪੁੱਤਰ ਹੈ, ਜਿਹਨੇ ਸੰਤੋਖ ਧਾਰਨ ਕਰਕੇ ਸਾਰੀ ਧਰਤੀ ਨੂੰ ਮਰਿਆਦਾ ਵਿੱਚ ਰੱਖਿਆ ਹੋਇਆ। ਕਿਉਂਕਿ ਜਿਹੜਾ ਧਰਮ ਹੈ ਦਇਆ ਤੋਂ ਪੈਦਾ ਹੁੰਦਾ ਤੇ ਸੰਤੋਖ ਕਰਕੇ ਧਰਮ ਜਿਹੜਾ ਕਾਇਮ ਰਹਿੰਦਾ। ਸੰਤੋਖ ਥਾਪ ਰੱਖਿਆ ਜਿਨ ਸੂਤ, ਤਾਂ ਕਹਿੰਦੇ ਨੇ ਵੀ ਸੰਤੋਖ ਕਰਕੇ ਧਰਮ ਕਾਇਮ ਰਹਿੰਦਾ ਹੈ। ਇਸ ਤੋਂ ਬਿਨਾਂ ਕਿਸੇ ਬੈਲ ਦਾ ਧਰਤੀ ਨੂੰ ਆਪਣੇ ਸਿੰਗਾਂ ਤੇ ਚੁੱਕੀ ਰੱਖਣ ਦਾ ਵਿਚਾਰ ਝੂਠਾ ਹੀ ਹੈ। ਸੰਤੋਖ ਥਾਪ ਰੱਖਿਆ ਜਿਨ ਸੂਤ, ਸੂਤ ਹੁੰਦੀ ਮਰਿਆਦਾ, ਜਾਂ ਸੂਤ ਇਉਂ ਕਹਿ ਲਓ ਵੀ ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ। ਸੰਤੋਖ ਦਾ ਹੀ ਚਾਰਾ ਚਰਦਾ ਉਹ ਬਲਦ, ਧਰਮ ਰੂਪੀ ਬਲਦ ਹੈ। ਜਦ ਤੱਕ ਧਰਮ ਕਾਇਮ ਹੈ ਧਰਤੀ ਤੇ, ਉਦੋਂ ਤੱਕ ਜਾਣੋ ਪਈ ਧਰਤੀ ਖੜੀ ਹੈ। ਜਦੋਂ ਧਰਮ ਇੱਥੋਂ ਖਤਮ ਹੋ ਜਾਂਦਾ ਹੈ,
ਉਸ ਵਕਤ ਸਾਰਾ ਕੁਝ ਹੀ ਖਤਮ ਹੋ ਜਾਂਦਾ ਹੈ। ਧਰਤੀ ਤੇ ਜਦੋਂ ਤੱਕ ਧਰਮ ਹੈ ਨਾ, ਸਮਝ ਲਓ ਉਦੋਂ ਤੱਕ ਹੀ ਸਾਰਾ ਕੁਝ ਠੀਕ ਰਹਿਣਾ, ਨਹੀਂ ਤਾਂ ਉਦੋਂ ਬਾਅਦ ਸਾਰਾ ਕੁਝ ਖਤਮ ਹੋ ਜਾਂਦਾ ਹੈ। ਜੇ ਕੋ ਬੁੱਝੈ ਹੋਵੈ ਸਚਿਆਰ, ਧਵਲੈ ਉੱਪਰ ਕੇਤਾ ਭਾਰ। ਸੋ ਜਿਹੜਾ ਜੀਵ ਇਸ ਭੇਦ ਨੂੰ ਬੁੱਝ ਲੈਂਦਾ ਉਹ ਸੱਚ ਦੇ ਜਾਣਨ ਵਾਲਾ ਹੋ ਜਾਂਦਾ। ਕਿ ਜਿਹੜਾ ਇਹ ਕਹਿੰਦੇ ਕਿ ਇਸ ਧਰਤੀ ਨੂੰ ਬਲਦ ਨੇ ਚੁੱਕਿਆ ਹੋਇਆ, ਉਹ ਇਹ ਦੱਸਣ ਕਿ ਧੌਲੇ ਬਲਦ ਉੱਤੇ ਕਿੰਨਾ ਕੁ ਭਾਰ ਹੈ। ਧਰਤੀ ਹੋਰ ਪਰੈ ਹੋਰ ਹੋਰ, ਤਿਸ ਤੇ ਭਾਰ ਤਲੈ ਕਵਣ ਜੋਰ। ਕਿਉਂਕਿ ਧਰਤੀਆਂ ਤਾਂ ਪਰੇ ਤੋਂ ਪਰੇ ਨੇ, ਹੋਰ ਅਨੇਕਾਂ ਨੇ। ਉਹਨਾਂ ਧਰਤੀਆਂ ਦੇ ਹੇਠਾਂ ਕਿਹੜਾ ਏਡਾ ਜ਼ੋਰ ਵਾਲਾ ਬਲਦ ਹੈ ਜਿਹਨੇ ਇਹਨਾਂ ਅਨੇਕਾਂ ਧਰਤੀਆਂ ਦੇ ਭਾਰ ਨੂੰ ਚੁੱਕਿਆ ਹੋਇਆ। ਧਰਤੀ ਹੋਰ ਪਰੈ ਹੋਰ ਹੋਰ, ਧਰਤੀ ਥੱਲੇ ਜੇ ਬਲਦ ਖੜਾ ਉਹਦੇ ਥੱਲੇ ਫਿਰ ਇੱਕ ਧਰਤੀ ਚਾਹੀਦੀ ਹੈ, ਫਿਰ ਉਹਦੇ ਥੱਲੇ ਇੱਕ ਬਲਦ ਚਾਹੀਦਾ, ਉਹਦੇ ਥੱਲੇ ਫਿਰ ਇੱਕ ਧਰਤੀ ਚਾਹੀਦੀ ਹੈ, ਉਹਦੇ ਥੱਲੇ ਫਿਰ ਇੱਕ। ਕਿੱਥੇ ਕੁ ਤੱਕ ਜਾਓਗੇ? ਅਸਲ ਤਾਂ ਧਰਮ ਧੌਲਾ ਬਲਦ ਕਿਹੜਾ, ਉਹ ਧਰਮ ਹੀ ਹੈ। ਤਿਸ ਤੇ ਭਾਰਤ ਲੈ ਕਵਣ ਜੋਰ। ਉਹਨਾਂ ਧਰਤੀਆਂ ਦੇ ਹੇਠਾਂ ਫਿਰ ਕਿਹੜਾ ਏਡੇ ਜ਼ੋਰ ਵਾਲਾ ਜਿਹਨੇ ਇਹਨਾਂ ਅਨੇਕਾਂ ਧਰਤੀਆਂ ਦੇ ਭਾਰ ਨੂੰ ਚੁੱਕਿਆ ਹੋਇਆ। ਜੀ ਜਾਤ ਰੰਗਾ ਕੇ ਨਾਵ, ਸਭਨਾ ਲਿਖਿਆ ਬੁੜੀ ਕਲਾਮ। ਇਹ ਧਰਤੀ ਉੱਤੇ ਕਈ ਜਾਤਾਂ ਰੰਗਾਂ ਤੇ ਨਾਵਾਂ ਵਾਲੇ ਜੀਵ ਵੱਸਦੇ ਆ। ਇਹਨਾਂ ਸਾਰਿਆਂ ਜੀਆਂ ਦਾ ਲੇਖਾ ਕਰਤਾਰ ਦੀ ਹੁਕਮ ਰੂਪੀ ਕਲਮ ਨਾਲ ਲਿਖਿਆ ਹੋਇਆ ਹੈ। ਬੁੜੀ ਕਲਾਮ ਜਿਹੜੀ ਇੱਕ ਰਸ ਆਪਣੇ ਆਪ ਚੱਲਦੀ ਹੈ। ਇਹੋ ਲੇਖਾ ਲਿਖ ਜਾਣੈ ਕੋਇ, ਲੇਖਾ ਲਿਖਿਆ ਕੇਤਾ ਹੋਏ। ਇਹ ਲੇਖਾ ਲਿਖਣਾ ਕੌਣ ਜਾਣ ਸਕਦਾ? ਵਾਹਿਗੁਰੂ ਦੀ ਰਚਨਾ ਦਾ ਲੇਖਾ ਇੰਨਾ ਵੱਡਾ ਹੈ ਕਿ ਇਹਦੇ ਲਿਖਣ ਦੀ ਕਿਸੇ ਸਮਰੱਥਾ ਹੀ ਨਹੀਂ। ਤੇ ਇਹ ਸਾਰੀ ਰਚਨਾ ਦਾ ਲਿਖਿਆ ਹੋਇਆ ਲੇਖਾ ਕਿੰਨਾ ਕੁ ਹੋਵੇਗਾ ਫਿਰ, ਇਹ ਨਹੀਂ ਕੋਈ ਜਾਣ ਸਕਦਾ। ਕੇਤਾ ਤਾਣ ਸਵਾਲਿਆ ਰੂਪ। ਇਸ ਰਚਨਾ ਭਾਵ ਕੁਦਰਤ ਦੇ ਰਚਨਹਾਰ ਦਾ ਜ਼ੋਰ ਕਿੰਨਾ ਕੁ ਹੈ, ਸੋ ਉਹਦਾ ਰੂਪ ਕਿੰਨਾ ਕੁ ਸੁੰਦਰ ਹੈ। ਕੇਤੀ ਦਾਤ ਜਾਣੈ ਕੌਣ ਕੂਤ। ਉਹਦੀਆਂ ਜਿਹੜੀ ਦਾਤਾਂ ਕਿੰਨੀਆਂ ਕੁ ਨੇ, ਇਹ ਜਾਣਨ ਦੀ ਕਿਹਦੇ ਵਿੱਚ ਸ਼ਕਤੀ ਹੈ, ਭਾਵ ਕੋਈ ਨਹੀਂ ਜਾਣ ਸਕਦਾ। ਕੂਤ ਹੁੰਦਾ ਪਹਿਲਾਂ ਮਿਣਤੀ ਕਰਨ ਵਾਲੇ ਹੁੰਦੇ, ਕੂਤੀਆ ਕਹਿੰਦੇ ਸਿਆਣੇ ਨੂੰ। ਕਿਹੜਾ ਸਿਆਣਾ ਹੈ, ਕਿਹਦੀ ਇੰਨੀ ਤਾਕਤ ਆ, ਕਿਹਦਾ ਇੰਨਾ ਜ਼ੋਰ ਹੈ ਜਿਹੜਾ ਉਹਦੇ ਬਲ ਨੂੰ ਜਾਣ ਸਕਦਾ। ਕੀਤਾ ਪਸਾਓ ਏਕੋ ਕਵਾਓ, ਤਿਸ ਤੇ ਹੋਏ ਲੱਖ ਦਰਿਆਓ। ਉਸ ਵਾਹਿਗੁਰੂ ਨੇ ਸਾਰਾ ਪਸਾਰਾ ਆਪਣੀ ਇੱਕ ਆਵਾਜ਼ ਤੋਂ ਹੀ ਪੈਦਾ ਕਰ ਦਿੱਤਾ। ਓੰਕਾਰ ਅੱਖਰ ਬੋਲ ਕੇ ਸ੍ਰਿਸ਼ਟੀ ਉਤਪੰਨ ਕਰਤੀ ਹੈ। ਉਸ ਵਾਹਿਗੁਰੂ ਦੇ ਇੱਕ ਬੋਲ ਤੋਂ ਹੀ ਲੱਖਾਂ ਦਰਿਆ ਪੈਦਾ ਹੋ ਗਏ। ਇਹ ਸਾਰੀ ਸ੍ਰਿਸ਼ਟੀ ਤੇ ਇਹ ਸਾਰੇ ਜੀ ਜੰਤ ਉਹਦੇ ਇੱਕ ਬੋਲ ਤੋਂ ਹੀ ਪੈਦਾ ਹੋ ਗਏ ਆ। ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ। ਮੇਰੇ ਵਿੱਚ ਕੀ ਤਾਕਤ ਹੈ, ਭਾਵ ਕੁਦਰਤ ਮੇਰੀ ਕੀ ਸ਼ਕਤੀ ਹੈ ਕਿ ਮੈਂ ਉਸ ਦੀ ਇਹ ਰਚਨਾ ਦੀ ਵਿਚਾਰ ਕਹਿ ਸਕਾਂ। ਭਾਵ ਉਹਦੀ ਰਚਨਾ ਇੰਨੀ ਬੇਅੰਤ ਹੈ ਕਿ ਮੇਰੇ ਵਰਗੇ ਜਿਹੜੇ ਅਲਪੱਗ ਜੀਵ ਹੈ, ਸੋ ਇੰਨੀ ਮੇਰੇ ਵਿੱਚ ਕਿੱਥੇ ਤਾਕਤ ਹੈ, ਉਸ ਬਾਰੇ ਕੁਝ ਕਹਿਣ ਦੀ ਸਮਰੱਥਾ ਨਹੀਂ। ਇੰਨੀ ਨਿਮਰਤਾ ਵੀ ਦਿਖਾਉਂਦੇ ਆ। ਮਹਾਰਾਜ ਕਹਿੰਦੇ ਜਦ ਮੈਂ ਨਹੀਂ ਕਹਿ ਸਕਦਾ ਤਾਂ ਤੁਸੀਂ ਕਿਹੜਾ ਕਹੋਗੇ। ਨਾਨਕ ਕਥਨਾ ਕਰੜਾ ਸਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਸੋ ਇਸ ਪ੍ਰਕਾਰ ਫਰਮਾਉਂਦੇ ਨੇ। ਸੋ ਇਹੋ ਜਿਹੇ ਸਰਬ ਸ਼ਕਤੀਮਾਨ ਵਾਹਿਗੁਰੂ ਤੋਂ ਮੈਂ ਇੱਕ ਵਾਰ ਵੀ ਬਲਿਹਾਰ ਨਹੀਂ ਜਾ ਸਕਦਾ, ਕਿਉਂਕਿ ਉਹ ਆਪ ਤੇ ਉਹਦੀ ਰਚਨਾ ਬੇਅੰਤ ਹੈ ਅਕਾਲ ਪੁਰਖ ਦੀ। ਕਹਿੰਦੇ ਹੇ ਸਰਬ ਸਮਰੱਥ ਵਾਹਿਗੁਰੂ, ਜੋ ਤੈਨੂੰ ਭਾਉਂਦੀ ਹੈ ਸਾਡੇ ਤੇ ਤਾਂ ਉਹੀ ਗੱਲ ਚੰਗੀ ਹੈ। ਜੋ ਤੁਧ ਭਾਵੈ ਸਾਈ ਭਲੀ ਕਾਰ। ਸੋ ਇਹ ਪਿਛਲੀ ਜਿਹੜੀ ਪੰਕਤੀ ਸੀ ਆਪਣੀ, ਕੁਦਰਤ ਕਵਣ ਕਹਾ ਵਿਚਾਰ। ਮੇਰੇ 'ਚ ਕਿੰਨੀ ਸ਼ਕਤੀ ਹੈ, ਮੈਂ ਕਹਿ ਸਕਦਾ ਕਿਤੇ। ਵਾਰਿਆ ਨਾ ਜਾਵੇ ਇੱਕ ਵਾਰ। ਇਹੋ ਜਿਹੇ ਸਰਬ ਸ਼ਕਤੀਮਾਨ ਵਾਹਿਗੁਰੂ ਤੋਂ ਮੈਂ ਇੱਕ ਵਾਰ ਵੀ ਬਲਿਹਾਰ ਨਹੀਂ ਜਾ ਸਕਦਾ, ਕਿਉਂਕਿ ਉਹ ਆਪ ਤੇ ਉਹਦੀ ਰਚਨਾ ਬੇਅੰਤ ਹੈ। ਫਿਰ ਅੱਗੇ ਕਹਿੰਦੇ ਜੋ ਤੁਧ ਭਾਵੈ ਸਾਈ ਭਲੀ ਕਾਰ। ਇਹ ਸਰਬ ਕਲਾ ਸਮਰੱਥ ਵਾਹਿਗੁਰੂ, ਜੋ ਤੈਨੂੰ ਭਾਉਂਦੀ ਹੈ ਸਾਡੇ ਲਈ ਤਾਂ ਉਹੀ ਗੱਲ ਚੰਗੀ ਹੈ ਜੀ। ਤੂੰ ਸਦਾ ਸਲਾਮਤ ਨਿਰੰਕਾਰ। ਤੂੰ ਮਾਇਆ ਤੋਂ ਰਹਿਤ ਸਦਾ ਸਥਰ ਰਹਿਣ ਵਾਲਾ, ਇੱਕ ਜਗ੍ਹਾ ਟਿਕਣ ਵਾਲਾ। ਸਲਾਮਤ ਹੁੰਦਾ ਇੱਕ ਜਗ੍ਹਾ ਟਿਕਣ ਵਾਲਾ, ਸਥਰ ਸਦਾ ਰਹਿਣ ਵਾਲਾ, ਜੋ ਸਦਾ ਹੀ ਸਲਾਮਤ ਹੈ। ਆਦ ਸੱਚ ਜੁਗਾ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਹੋਰ ਤੇਰੀ ਰਚਨਾ ਜਿਹੜੀ ਹੈ ਨਾ ਸਾਰੀ, ਹੋਰ ਤੇਰੀ ਰਚੀ ਸਾਰੀ ਰਚਨਾ ਨਾਸਵਾਨ ਹੈ ਤੇ ਤੂੰ ਸਦਾ ਸਲਾਮਤ ਹੈ। ਅਸੰਖ ਜਪ ਅਸੰਖ ਭਾਉ, ਅਸੰਖ ਪੂਜਾ ਅਸੰਖ ਤਪ ਤਾਉ। ਅਣਗਿਣਤ ਜੀਵ ਪ੍ਰਮਾਤਮਾ ਦਾ ਜਾਪ ਕਰਨ ਵਾਲੇ ਨੇ, ਅਣਗਿਣਤ ਪ੍ਰਕਾਰ ਦੇ ਜਾਪ ਨੇ।
ਬੇਅੰਤ ਮਨੁੱਖ ਜਿਹੜੇ ਉਹ ਪ੍ਰੇਮਾ ਭਗਤੀ ਕਰਨ ਵਾਲੇ ਨੇ। ਸੋ ਇਸ ਪ੍ਰਕਾਰ ਅਸੰਖ ਜਪ, ਅਸੰਖ ਭਾਵ ਪ੍ਰੇਮ ਕਰਨ ਵਾਲੇ ਆ। ਅੱਗੇ ਕੀ ਕਹਿੰਦੇ ਨੇ? ਅਣਗਿਣਤ ਪੂਜਾ ਕਰਨ ਵਾਲੇ ਤੇ ਅਣਗਿਣਤੀ ਜਿਹੜੇ ਆ ਉਹ ਬੜੀ ਕਠਿਨ ਤਪੱਸਿਆ ਕਰਨ ਵਾਲੇ। ਅਸੰਖ ਪੂਜਾ, ਅਸੰਖ ਤਪ ਤਾਉ, ਅਸੰਖ ਗ੍ਰੰਥ ਮੁਖ ਵੇਦ ਪਾਠ। ਅਸੰਖਾਂ ਮਨੁੱਖ ਜਿਹੜੇ ਉਹ ਧਾਰਮਿਕ ਗ੍ਰੰਥਾਂ, ਵੇਦਾਂ ਤੇ ਸ਼ਾਸਤਰਾਂ ਦਾ ਮੂੰਹ ਨਾਲ ਪਾਠ ਕਰਨ ਵਾਲੇ ਆ। ਅਸੰਖ ਜੋਗ ਮਨ ਰਹਿ ਹੈ ਉਦਾਸ। ਅਣਗਿਣਤ ਜੋਗ ਧਾਰਨ ਕਰਕੇ ਸੰਸਾਰ ਵੱਲੋਂ ਪ੍ਰਾਣ ਰਹਿਣ ਵਾਲੇ ਨੇ। ਅਸੰਖ ਭਗਤ ਗੁਣ ਗਿਆਨ ਵਿਚਾਰ। ਅਣਗਿਣਤ ਭਗਤ ਵਾਹਿਗੁਰੂ ਦੇ ਗਿਆਨ ਤੇ ਗੁਣਾਂ ਦੀ ਵਿਚਾਰ ਕਰਨ ਵਾਲੇ ਨੇ। ਅਸੰਖ ਸਤੀ, ਅਸੰਖ ਦਾਤਾਰ। ਅਣਗਿਣਤ ਜਿਹੜੇ ਨੇ ਉਹ ਸੱਚ ਦੀ ਪਾਲਣਾ ਕਰਨ ਵਾਲੇ ਤੇ ਅਣਗਿਣਤੀ ਦਾਨ ਕਰਨ ਵਾਲੇ ਦਾਤੇ ਨੇ। ਅਸੰਖ ਸੂਰ ਮੋਹ ਪਖ ਸਾਰ। ਬੇਅੰਤ ਸੂਰਮੇ ਰਣ ਭੂਮੀ ਜਾ ਕੇ ਲੜਨ ਵਾਲੇ ਆ ਤੇ ਆਪਣੇ ਮੂੰਹਾਂ ਤੇ ਸ਼ਸਤਰਾਂ ਦੀ ਮਾਰ ਖਾਣ ਵਾਲੇ ਨੇ। ਸੂਰਮੇ ਮੂੰਹ ਦੇ ਉੱਤੇ ਭਖ, ਸਾਰ ਹੁੰਦਾ ਲੋਹਾ, ਭਖਦੇ ਨੇ ਭਾਵ ਖਾਂਦੇ ਨੇ। ਅਸੰਖ ਮੋਨ ਲਿਵ ਲਾਏ ਤਾਰ। ਅਣਗਿਣਤ ਮੋਨੀ ਬਣ ਕੇ ਚੁੱਪ ਰਹਿਣ ਵਾਲੇ ਹਨ ਤੇ ਅਣਗਿਣਤੀ ਇੱਕ ਰਸ ਸਮਾਧੀ ਲਾ ਕੇ ਬੈਠੇ ਰਹਿੰਦੇ ਨੇ। ਕੁਦਰਤ ਕਵਣ ਕਹਾ ਵਿਚਾਰ। ਮੇਰੇ ਵਿੱਚ ਕੀ ਸ਼ਕਤੀ ਹੈ ਜੋ ਮੈਂ ਵਾਹਿਗੁਰੂ ਦੀ ਕੁਦਰਤ ਦਾ ਵਰਣਨ ਕਰ ਸਕਾਂ। ਵਾਰਿਆ ਨਾ ਜਾਵਾ ਏਕ ਵਾਰ। ਮੈਂ ਇੱਕ ਵਾਰ ਵੀ ਉਹਦੇ ਤੋਂ ਪਰਮੇਸ਼ਰ ਤੋਂ ਬਲਿਹਾਰ ਨਹੀਂ ਜਾ ਸਕਦਾ। ਜੋ ਤੁਧ ਭਾਵੈ ਸਾਈ ਭਲੀ ਕਾਰ। ਇਹ ਅਕਾਲ ਪੁਰਖ ਜੀ, ਜੋ ਤੁਹਾਨੂੰ ਭਾਉਂਦੀ ਆ ਉਹੀ ਕਾਰ ਚੰਗੀ ਹੈ, ਸਭ ਤੋਂ ਕੰਮ ਚੰਗਾ ਹੈ। ਤੂੰ ਸਦਾ ਸਲਾਮਤ ਨਿਰੰਕਾਰ। ਤੂੰ ਨਿਰਗੁਣ ਸਰੂਪ ਸਦਾ ਹੀ ਕਾਇਮ ਰਹਿਣ ਵਾਲਾ ਹੈ, ਬਾਕੀ ਸਭ ਨਾਸਵੰਤ ਹੈ। ਅਸੰਖ ਮੂਰਖ ਅੰਧ ਘੋਰ। ਅਸੰਖ ਚੋਰ ਹਰਾਮ ਖੋਰ। ਹੁਣ ਤਮੋ ਗੁਣੀ ਜਿਹੜੇ ਜੀਵ ਆ ਉਹਨਾਂ ਦੀ ਜਿਹੜੀ ਆ ਨਾ ਅਣਗਿਣਤ ਜੀਵਾਂ ਦਾ ਵਰਣਨ ਕਰਦੇ ਕਿ ਜਿਹੜੇ ਸਦਾ ਹੀ ਖੋਟੇ ਕਰਮਾਂ 'ਚ ਖਚਿਤ ਹੋਏ ਰਹਿੰਦੇ ਨੇ। ਕਹਿੰਦੇ ਅਣਗਿਣਤੀ ਮੂਰਖ ਤੇ ਅਣਗਿਣਤੀ ਮਹਾ ਅਗਿਆਨੀ ਹੈ ਦੁਨੀਆ 'ਚ। ਤੇ ਅਣਗਿਣਤੀ ਚੋਰ ਆ ਜੋ ਪਰਾਇਆ ਪੈਸਾ ਹੀ ਚਲਾਉਂਦੇ ਰਹਿੰਦੇ, ਪਰਾਇਆ ਧਨ ਮਾਲ ਚਲਾਉਂਦੇ ਰਹਿੰਦੇ ਆ। ਅਸੰਖ ਅਮਰ ਕਰ ਜਾਹੇ ਜੋਰ। ਅਸੰਖ ਗਲ ਵੱਢ ਹੱਤਿਆ ਕਮਾਹੇ। ਅਣਗਿਣਤ ਜ਼ੋਰ ਜ਼ਬਰ ਨਾਲ ਹੁਕਮ ਕਰਨ ਵਾਲੇ ਹੋ ਕੇ ਚਲੇ ਗਏ ਇੱਥੋਂ। ਅਣਗਿਣਤ ਜਿਹੜੇ ਬੰਦੇ ਨੇ ਉਹ ਜੀਵਾਂ ਦੇ ਗਲ ਵੱਢ ਕੇ ਹੱਤਿਆ ਕਮਾਉਂਦੇ ਨੇ। ਉਹ ਪਾਪੀ ਲੋਕ ਗਾਲੀ ਵੱਢੀ ਜਾਂਦੇ, ਦੂਜਿਆਂ ਦੀ ਗੱਲ ਵੱਢ ਦਿੰਦੇ ਨੇ, ਭਾਵ ਗੱਲ ਵੀ ਕੱਟ ਦਿੰਦੇ ਨੇ ਅਗਲੇ ਦੀ ਤੇ ਗਲ ਵੀ ਵੱਢ ਦਿੰਦੇ ਨੇ। ਸੋ ਇਸ ਕਰਕੇ ਕਹਿੰਦੇ ਨੇ ਜਿਹੜੇ ਨੇ ਅਸੰਖ ਪਾਪੀ, ਪਾਪ ਕਰਕੇ ਤੁਰੇ ਜਾਂਦੇ ਨੇ ਇੱਥੋਂ। ਬਹੁਤ ਲੋਕ ਪਾਪ ਹੀ ਕਰੀ ਜਾਂਦੇ ਆ। ਅਣਗਿਣਤ ਪਾਪੀ ਪੁਰਸ਼ ਦੁਨੀਆ 'ਚ ਪਾਪ ਕਰਮ ਕਰਕੇ ਚਲੇ ਜਾਂਦੇ ਨੇ। ਬੇਅੰਤ ਬੰਦੇ ਇਹ ਜਿਨ੍ਹਾਂ ਨੇ ਕਦੇ ਨੇਕੀ ਦਾ ਕਰਮ ਹੀ ਨਹੀਂ ਕੀਤਾ ਕੋਈ। ਅਸੰਖ ਕੂੜਿਆਰ ਕੂੜੇ ਫਿਰਾਹ। ਅਸੰਖ ਮਲੇਸ਼ ਮਲ ਭਖ ਖਾਹੇ। ਇਸ ਤਰ੍ਹਾਂ ਫਰਮਾਉਂਦੇ ਅਣਗਿਣਤ ਝੂਠੇ ਬੰਦੇ ਜਿਹੜੇ ਨਾ ਉਹ ਕੂੜੇ ਤੋਂ ਭਾਵ ਝੂਠੇ ਕੰਮਾਂ ਵਿੱਚ ਲੱਗੇ ਰਹਿੰਦੇ ਆ, ਉਹ ਕਦੇ ਸੱਚ ਵਾਲੇ ਪਾਸੇ ਨਹੀਂ ਤੁਰਦੇ। ਤੇ ਅਣਗਿਣਤ ਮਲੀਨ ਬੁੱਧੀ ਵਾਲੇ ਗੰਦੀ ਖੁਰਾਕ ਹੀ ਖਾਂਦੇ, ਮਲੇਸ਼ ਮਲ ਭਖ ਖਾਹੇ। ਤੇ ਖੋਟੇ ਕਰਮ ਕਰਕੇ ਆਪਣੀ ਉਪਜੀਵਕਾ ਪੈਦਾ ਕਰਦੇ ਨੇ। ਮਲ ਭਖ ਹੁੰਦੀ ਗੰਦੀ ਖੁਰਾਕ। ਸੋ ਘੋਰੀ ਆਦਿਕ ਜਿਹੜੇ ਨੇ ਉਹ ਗੰਦਗੀ ਖਾਂਦੇ ਰਹਿੰਦੇ ਨੇ। ਸੋ ਇਸ ਪ੍ਰਕਾਰ ਬਚਨ ਫਰਮਾਉਂਦੇ ਹਨ। ਅਸੰਖ ਨਿੰਦਕ ਸਿਰ ਕਰਹਿ ਭਾਰ। ਨਾਨਕ ਨੀਚ ਕਹਿ ਵਿਚਾਰ। ਬੇਅੰਤ ਨਿੰਦਕ ਬੰਦੇ ਦਿਨ ਰਾਤ ਨਿੰਦਿਆ ਹੀ ਕਰਦੇ, ਸਿਰ ਤੇ ਨਿੰਦਿਆ ਦਾ ਭਾਰ ਹੀ ਚੱਕੀ ਫਿਰਦੇ ਨੇ। ਇਹ ਨੀਚ ਕਰਮ ਕਰਨ ਵਾਲਿਆਂ ਦੀ ਵਿਚਾਰ ਮੈਂ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਆਪਣੇ ਆਪ ਨੂੰ ਨੀਵਾਂ ਕਹਿੰਦੇ ਨੇ। ਕਹਿੰਦੇ ਮੈਂ ਨੀਵਾਂ ਕਿਵੇਂ ਕਹਿ ਸਕਦਾ ਉਹ ਵਿਚਾਰ ਨੂੰ। ਇੱਥੇ ਵੀ ਆਪਣੀ ਨਿਮਰਤਾ ਜਨਾਈ ਹੈ। ਅਥਵਾ ਜਿਹੜੇ ਨੀਚ ਪੁਰਸ਼ ਨੇ ਕਹਿੰਦੇ ਉਹਨਾਂ ਦੇ ਵਿਚਾਰ ਕਹੇ। ਵਾਰਿਆ ਨਾ ਜਾਵਾ ਏਕ ਵਾਰ। ਮਹਾਰਾਜ ਜੀ ਪਾਵਨ ਬਚਨ ਫਰਮਾਉਂਦੇ ਆ, ਮੈਂ ਇੱਕ ਵਾਰ ਵੀ ਉਸ ਸਮਰੱਥ ਪਰਮੇਸ਼ਰ ਤੋਂ ਬਲਿਹਾਰ ਨਹੀਂ ਜਾ ਸਕਦਾ। ਜੋ ਤੁਧ ਭਾਵੈ ਸਾਈ ਭਲੀ ਕਾਰ। ਤੂੰ ਸਦਾ ਸਲਾਮਤ ਨਿਰੰਕਾਰ। ਇਹ ਅਕਾਲ ਪੁਰਖ ਵਾਹਿਗੁਰੂ ਜੋ ਕਾਰ ਭਾਵ ਗੱਲ ਤੈਨੂੰ ਭਾਉਂਦੀ ਆ ਉਹੀ ਚੰਗੀ ਹੈ। ਇਹ ਵਾਹਿਗੁਰੂ ਤੂੰ ਮਾਇਆ ਤੋਂ ਨਿਰਲੇਪ ਹੈ, ਨਿਰਗੁਣ ਰੂਪ ਸਦਾ ਹੀ ਸਥਿਰ ਰਹਿਣ ਵਾਲਾ ਹੈ, ਬਾਕੀ ਸਭ ਕੁਝ ਨਾਸਵੰਤ ਹੈ। ਅਸੰਖ ਨਾਵ ਅਸੰਖ ਥਾਵ। ਅਗੰਮ ਅਗੰਮ ਅਸੰਖ ਲੋਹ। ਉਹ ਪ੍ਰਮਾਤਮਾ ਦੇ ਅਣਗਿਣਤੀ ਨਾਂ ਨੇ ਤੇ ਅਣਗਿਣਤੀ ਉਹਦੇ ਥਾਂ ਟਿਕਾਣੇ ਹੈ। ਸੋ ਅਣਗਿਣਤੀ ਬ੍ਰਹਿਮੰਡ ਹੈ, ਜੋ ਸਾਡੀ ਪਹੁੰਚ ਉਹ ਸਾਰਾ ਕੁਝ ਪਰੇ ਹੀ ਹੈ। ਅਸੰਖ ਕਹਿ ਸਿਰ ਭਾਰ ਹੋਏ। ਅਖਰੀ ਨਾਮ ਅਖਰੀ ਸਾਲਾਹ।
ਸੋ ਇਸ ਪ੍ਰਕਾਰ ਪਾਵਨ ਬਚਨ ਫਰਮਾਉਂਦੇ ਆ, ਜਦੋਂ ਅਸੀਂ ਉਹਦੀ ਰਚਨਾ ਨੂੰ ਅਸੰਖ ਕਹਿੰਦੇ ਹਾਂ ਤੇ ਇਹ ਕਹਿਣ ਨਾਲ ਵੀ ਸਾਡੇ ਸਿਰ ਤੇ ਪਾਪਾਂ ਦਾ ਭਾਰ ਆਉਂਦਾ ਹੈ, ਕਿਉਂਕਿ ਉਹਦੀ ਰਚਨਾ ਗਿਣਤੀ ਤੋਂ ਬਾਹਰ ਹੈ। ਸੋ ਅੱਖਰਾਂ ਦੁਆਰੇ ਹੀ ਪ੍ਰਭੂ ਦਾ ਨਾਂ ਲਿਖਿਆ ਜਾਂਦਾ ਹੈ ਤੇ ਅੱਖਰਾਂ ਰਾਹੀਂ ਉਹਦੀ ਜਿਹੜੀ ਹੈ ਨਾ ਉਹਦੀ ਸਲਾਹ ਤੋਂ ਭਾਵ ਸਿਫਤ ਲਿਖੀ ਜਾਂਦੀ ਹੈ। ਅੱਖਰੀ ਗਿਆਨ ਗੀਤ ਗੁਣ ਗਾਹ, ਅੱਖਰੀ ਲਿਖਣ ਬੋਲਣ ਬਾਣ, ਅੱਖਰਾ ਸਿਰ ਸੰਜੋਗ ਵਖਾਣ। ਸੋ ਇਸ ਪ੍ਰਕਾਰ ਬਚਨ ਫਰਮਾਉਂਦੇ ਨੇ ਕਿ ਅੱਖਰਾਂ ਦੁਆਰਾ ਉਸ ਅਕਾਲ ਪੁਰਖ ਦਾ ਗਿਆਨ ਗੀਤ ਤੇ ਗੁਣਾਂ ਦੀ ਵਿਚਾਰ ਕੀਤੀ ਜਾਂਦੀ ਹੈ। ਅੱਖਰਾਂ ਦੁਆਰਾ ਹੀ ਉਸ ਵਾਹਿਗੁਰੂ ਦੀ ਬਾਣੀ ਦਾ ਲਿਖਣਾ ਤੇ ਬੋਲਣਾ ਹੁੰਦਾ। ਅੱਖਰਾਂ ਨਾਲ ਹੀ ਸਿਰ ਹੁੰਦਾ, ਮੱਥੇ ਦੇ ਭਾਗਾਂ ਦਾ ਜਿਹੜਾ ਕਥਨ ਕੀਤਾ ਜਾਂਦਾ। ਸਿਰ ਦੇ ਉੱਤੇ ਲਿਖੇ ਹੋਏ ਲੇਖ ਨੇ ਜਿਹੜੇ ਆਪਣੇ ਮੱਥੇ ਤੇ, ਜਿਨ ਇਹ ਲਿਖੇ ਤਿਸ ਸਿਰ ਨਾਹੇ, ਜਿਵ ਫਰਮਾਏ ਤਿਵ ਤਿਵ ਪਾਹੇ। ਜਿਸ ਵਾਹਿਗੁਰੂ ਨੇ ਜੀਵਾਂ ਦੇ ਭਾਗ ਲਿਖੇ ਨੇ ਮੱਥੇ ਤੇ, ਉਹਦੇ ਆਪਣੇ ਸਿਰ ਤੇ ਇਹ ਭਾਗ ਕਿਸੇ ਦੇ ਲਿਖੇ ਹੋਏ ਨਹੀਂ ਹਨ। ਭਾਵ ਉਹਦੇ ਆਪਣੇ ਸਿਰ ਤੇ ਕੋਈ ਭਾਗ ਨਹੀਂ, ਉਹ ਸਾਰਿਆਂ ਦੇ ਭਾਗ ਲਿਖਣ ਵਾਲਾ ਜੋ ਹੋਇਆ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ। ਜਿਵ ਫਰਮਾਏ ਤਿਵ ਤਿਵ ਪਾਹੇ, ਜਿਵੇਂ ਉਹ ਫਰਮਾਉਂਦਾ ਉਵੇਂ ਉਵੇਂ ਜੀਵ ਪਾਉਂਦੇ ਨੇ, ਪ੍ਰਾਪਤੀ ਕਰਦੇ ਨੇ ਉਹਦੇ ਹੁਕਮ ਅਨੁਸਾਰ। ਕੋਈ ਦੁੱਖ ਕੋਈ ਸੁੱਖ, ਜੇਤਾ ਕੀਤਾ ਤੇਤਾ ਨਾਉ, ਵਿਣ ਨਾਵੈ ਨਾਹੀ ਕੋ ਥਾਉ। ਸੋ ਇਹ ਜਿੰਨੀ ਰਚਨਾ ਵਾਹਿਗੁਰੂ ਨੇ ਰਚੀ ਹੈ ਇਹ ਸਭ ਨਾਮ ਹੀ ਹੈ। ਨਾਮ ਤੋਂ ਬਿਨਾਂ ਹੋਰ ਕੋਈ ਥਾਂ ਨਹੀਂ ਹੈ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਇਹ ਅਰਥ ਪਿੱਛੇ ਆਪਾਂ ਕਰ ਚੁੱਕੇ ਹਾਂ, ਫਿਰ ਇਸੇ ਕਰਕੇ ਆਪਾਂ ਚਾਰੇ ਪੰਕਤੀਆਂ ਇਕੱਠੀਆਂ ਪੜ੍ਹ ਕੇ ਅਰਥ ਕਰਦੇ ਹਾਂ। ਸੋ ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਫਰਮਾਉਂਦੇ ਨੇ ਪਾਵਨ ਵਚਨ ਕਿ ਕੁਦਰਤ ਕਵਣ ਕਹਾ ਵਿਚਾਰ। ਇਹ ਵਾਹਿਗੁਰੂ ਮੇਰੇ ਵਿੱਚ ਕੀ ਤਾਕਤ ਹੈ ਜੋ ਮੈਂ ਤੇਰੀ ਰਚਨਾ ਦੀ ਕੋਈ ਵਿਚਾਰ ਕਹਿ ਸਕਾਂ। ਮੈਂ ਇੱਕ ਵਾਰ ਵੀ ਤੇਰੇ ਤੋਂ ਬਲਿਹਾਰ ਨਹੀਂ ਜਾ ਸਕਦਾ। ਇਹ ਅਕਾਲ ਪੁਰਖ ਜੋ ਕਾਰ ਤੋਂ ਭਾਵ ਜੋ ਗੱਲ ਹੈ, ਜੋ ਕੰਮ ਤੈਨੂੰ ਭਾਉਂਦੇ ਨੇ, ਮੇਰੇ ਲਈ ਉਹੀ ਚੰਗੀ ਕਾਰ ਹੈ ਬਸ। ਇਹ ਪਰਮੇਸ਼ਰ ਤੂੰ ਨਿਰਗੁਣ ਸਰੂਪ ਸਦਾ ਹੀ ਸਥਰ ਰਹਿਣ ਵਾਲਾ ਹੈ। ਹੋਰ ਤੇਰੀ ਕੀਤੀ ਸਾਰੀ ਰਚਨਾ ਬਿਨਸਨਹਾਰ ਹੈ। ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤੈ ਉਤਰ ਸੁਖੇਹ। ਸੋ ਪਿਛਲੀਆਂ ਪੌੜੀਆਂ ਵਿੱਚ ਤਿੰਨ ਤਰ੍ਹਾਂ ਦੀ ਜਿਹੜੀ ਸ੍ਰਿਸ਼ਟੀ ਕਥਨ ਕੀਤੀ ਅਸੀਂ ਸੁਣਿਆ। ਹੁਣ ਪ੍ਰਸ਼ਨ ਕੀਤਾ ਹੈ ਕਿ ਇਹ ਜੀਵ ਦਾ ਮਨ ਪਾਪਾਂ ਤੋਂ ਸ਼ੁੱਧ ਕਰਨ ਲਈ ਕਿਹੜਾ ਉਪਾਅ ਕਰੀਏ। ਇਹ ਪ੍ਰਸ਼ਨ ਦਾ ਉੱਤਰ ਮਹਾਰਾਜ ਜੀ ਅਗਲੀ ਪੌੜੀ 'ਚ ਬਖਸ਼ਿਸ਼ ਕਰਦੇ ਕਿ ਪਰਮੇਸ਼ਰ ਦਾ ਨਾਮ ਹੀ ਸਭ ਪਾਪਾਂ ਨੂੰ ਦੂਰ ਕਰਨ ਮਾਤਰਿਕ ਉਪਾਅ ਹੈ, ਹੋਰ ਕੋਈ ਯਤਨ ਨਾ ਕਰੋ। ਜਿਵੇਂ ਇਹਦੇ 'ਚ ਪ੍ਰਮਾਣ ਦੇਣਗੇ, ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤੈ ਉਤਰੋ ਸੁਖੇਹ। ਜੇ ਇਹ ਹੱਥ ਪੈਰ ਤੇ ਸਰੀਰ ਮੈਲ ਨਾਲ ਜਾਂ ਗੰਦਗੀ ਨਾਲ ਲਿਬੜ ਜਾਣ ਤਾਂ ਸਾਫ਼ ਪਾਣੀ ਨਾਲ ਧੋਤਿਆਂ ਉਹ ਮਿੱਟੀ ਜਾਂ ਗੰਦ ਲੈ ਜਾਂਦਾ। ਸੋ ਖੇਹ ਤੋਂ ਭਾਵ ਮਿੱਟੀ, ਸਵਾਹ ਮਿੱਟੀ ਹੈ ਇਤਿਆਦਿਕ ਸਾਰੀਆਂ ਚੀਜ਼ਾਂ। ਤੋ ਤਨ ਦੇਹ ਜਿਹੜਾ ਸਾਰਾ ਸਮੁੱਚਾ ਸਰੀਰ ਹੈ। ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਉਹ ਧੋਏ। ਜੇ ਕੋਈ ਕੱਪੜਾ ਮਲ ਮੂਤਰ ਨਾਲ ਗੰਦਾ ਹੋ ਜਾਂਦਾ ਤਾਂ ਉਹਨੂੰ ਆਪਾਂ ਸਾਬਣ ਦੇ ਨਾਲ ਸਾਫ਼ ਕਰ ਲੈਂਦੇ ਹਾਂ। ਦੇ ਸਾਬੂਣ ਲਈਆ ਉਹ ਧੋਏ, ਸਾਬਣ ਦੇ ਕੇ ਸਾਫ਼ ਕਰ ਲੈਂਦੇ ਹਾਂ। ਹੁਣ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਤਾਂ ਹੈ ਕਿ ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਆ ਉਹ ਧੋਏ। ਭਰੀਐ ਮਤ ਪਾਪਾ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਪਰ ਜੇ ਮਾਤੀ ਪਾਪਾਂ ਨਾਲ ਬੰਦੇ ਦੀ ਭਰ ਜਾਵੇ ਜੀ, ਚਲੋ ਹੱਥ ਪੈਰ ਤਨ ਤੇ ਧੋ ਲਏ, ਕੱਪੜੇ ਧੋ ਲਏ, ਬੰਦੇ ਦੀ ਮੱਤ ਹੀ ਮਲੀਨ ਹੋ ਜਾਏ ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜੇ ਕਿਸੇ ਬੰਦੇ ਦੀ ਬੁੱਧੀ ਪਾਪਾਂ ਨਾਲ ਭਰ ਜਾਏ, ਗੰਦੀ ਹੋ ਜਾਏ, ਉਹਦਾ ਵੀ ਇਲਾਜ ਹੈਗਾ। ਤਾਂ ਉਹ ਪਰਮੇਸ਼ਰ ਦੇ ਨਾਮ ਦੇ ਰੰਗ ਨਾਲ ਸ਼ੁੱਧ ਹੁੰਦੀ। ਫਿਰ ਨਾਮ ਜਪੀ ਜਾਵੇ। ਪੁੰਨੀ ਪਾਪੀ ਆਖਣ ਨਾਹਿ, ਕਰ ਕਰ ਕਰਨਾ ਲਿਖ ਲੈ ਜਾਹੋ। ਸਤਿਗੁਰੂ ਮਹਾਰਾਜ ਫਰਮਾਉਂਦੇ ਪੁੰਨੀ ਤੇ ਪਾਪੀ ਕੇਵਲ ਕਹਿਣ ਮਾਤਰੀ ਨਹੀਂ, ਸਗੋਂ ਹਰ ਕੋਈ ਆਪਣੇ ਕੀਤੇ ਚੰਗੇ ਮੰਦੇ ਕਰਮਾਂ ਦਾ ਫਲ ਆਪਣੇ ਨਾਲ ਲੈ ਕੇ ਜਾਂਦਾ ਹੈ। ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵਹੋ ਜਾਹੋ। ਕਹਿੰਦੇ ਹਰ ਕੋਈ ਆਪਣੇ ਕੀਤੇ ਚੰਗੇ ਮੰਦੇ ਕਰਮਾਂ ਦਾ ਫਲ ਆਪਣੇ ਨਾਲ ਲੈ ਕੇ ਜਾਂਦਾ ਹੈ, ਕਿਉਂਕਿ ਮਨੁੱਖ ਆਪਣੇ ਬੀਜੇ ਕਰਮਾਂ ਦਾ ਫਲ ਆਪ ਹੀ ਖਾਂਦਾ। ਜਿਹਾ ਬੀਜੈ ਸੋ ਲੁਣੈ, ਕਰਮਾ ਸੰਦੜਾ ਖੇਤ। ਮਹਾਰਾਜ ਨੇ ਜਿਵੇਂ ਬਾਣੀ ਅੰਦਰ ਬਚਨ ਕੀਤੇ ਨੇ, ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੈ ਤਿਲ ਕਾ ਮਾਨ।
ਹੁਣ ਤੀਰਥ ਯਾਤਰਾ ਕਰਦੇ ਆ, ਤਪ ਸਾਧਨਾ ਕਰਦੇ ਆ, ਦਇਆ ਕਰਨੀ ਤੇ ਲੋੜਵੰਦਾਂ ਨੂੰ ਦਾਨ ਕਰਨਾ ਚੰਗੀ ਗੱਲ ਹੈ। ਪਰ ਜੇ ਕਿਸੇ ਨੂੰ ਇਹ ਪੁੰਨ ਕਰਮ ਪ੍ਰਾਪਤ ਹੋ ਜਾਣ ਤਾਂ ਇਹਨਾਂ ਕਰਮਾਂ ਦਾ ਫਲ ਕਰਨ ਵਾਲੇ ਨੂੰ ਬਹੁਤ ਥੋੜਾ ਪ੍ਰਾਪਤ ਹੋਵੇਗਾ। ਕਿੰਨਾ ਕਹਿੰਦੇ ਉਹਨੂੰ ਤਿਲਕ ਜਿੰਨਾ ਮਾਣ ਸਤਿਕਾਰ ਮਿਲ ਜਾਂਦਾ, ਬਈ ਚੰਗੀ ਗੱਲ ਹੈ। ਕਿਉਂ ਜੀ ਕਰਨੇ ਨਹੀਂ ਚਾਹੀਦੇ? ਫਿਰ ਕਹਿੰਦੇ ਭਾਈ ਜੇ ਤੀਰਥ ਤਪ ਦਇਆ ਦਾ ਦਾਨ ਕਰ ਲਿਆ, ਨਾਮ ਨਹੀਂ ਜਪਿਆ, ਫਿਰ ਇਹ ਚੀਜ਼ਾਂ 000 ਲਿਖੋ ਕਾਗਜ਼ ਤੇ। ਏਕੇ ਤੋਂ ਬਿਨਾਂ ਜ਼ੀਰੋ ਦੀ ਕੋਈ ਕੀਮਤ ਨਹੀਂ ਹੁੰਦੀ। ਇਹ ਕਰੋ ਜ਼ਰੂਰ, ਜੇ ਜਾਣਾ ਇਸ਼ਨਾਨ ਪਾਣੀ ਕਰਨ ਜਾਓ, ਤਪ ਕਰੋ, ਦਇਆ ਕਰੋ, ਦਾਨ ਦਿਓ, ਪਰ ਨਾਲ ਨਾਮ ਜੇ ਜਪੋਗੇ ਤਾਂ ਇਹ ਚੀਜ਼ਾਂ ਸਫਲੀਆਂ ਹੋਣੀਆਂ। ਇਹ ਚੀਜ਼ਾਂ ਹੰਕਾਰ ਵਧਾ ਦਿੰਦੀਆਂ। ਤੀਰਥ ਵਰਤਰ ਦਾਨ ਕਰ, ਮਨ ਮੈਂ ਧਰੈ ਗੁਮਾਨ, ਨਾਨਕ ਨੇ ਫਲ ਜਾਤ ਤੇ ਜਿਉ ਕੁੰਚਰ ਇਸ਼ਨਾਨ। ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਹਾਉ। ਪਰ ਜਿਹੜੇ ਜੀਵ ਨੇ ਪਰਮੇਸ਼ਰ ਦਾ ਨਾਮ ਸੁਣਿਆ, ਫਿਰ ਸੁਣ ਕੇ ਮੰਨਿਆ ਤੇ ਆਪਣੇ ਮਨ ਵਿੱਚ ਪਰਮੇਸ਼ਰ ਨਾਲ ਪ੍ਰੇਮ ਕੀਤਾ, ਪਿੱਛੇ ਸਾਰਾ ਹੀ ਪ੍ਰਸੰਗ ਤੁਰਿਆ ਨੇ, ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁੱਖ ਪਰ ਹਰ ਸੁੱਖ ਕਰ ਲੈ ਜਾਏ। ਫਿਰ ਸੁਣਿਆ ਦੀਆਂ ਪੌੜੀਆਂ, ਫਿਰ ਮੰਨੇ ਦੀਆਂ, ਫਿਰ ਨਿਧਿਆਸਣ ਦੀਆਂ। ਹੁਣ ਫਿਰ ਉਹੀ ਮਹਾਰਾਜ ਅੱਗੇ ਬਚਨ ਕਰਦੇ ਨੇ ਕਿ ਅੰਦਰਲੇ ਮੈਲ ਨੂੰ ਇਉਂ ਲਾਉਣਾ। ਕਿਵੇਂ? ਜਿਸ ਤਰ੍ਹਾਂ ਦੱਸਿਆ, ਸੁਣਨਾ, ਫਿਰ ਮੰਨਣਾ, ਮਨ 'ਚ ਪ੍ਰੇਮ ਕਰਨਾ, ਫਿਰ ਸੁਣਿਆ ਮੰਨਿਆ ਮਨ ਕੀਤਾ ਭਾਵ, ਅੰਤਰਗਤ ਤੀਰਥ ਮਲ ਨਹਾਉ। ਉਹਨੇ ਆਪਣੇ ਅੰਦਰ ਹੀ ਤੀਰਥਾਂ ਦਾ ਇਸ਼ਨਾਨ ਕਰ ਲਿਆ। ਕਹਿਣ ਤੋਂ ਭਾਵ ਉਹਨੂੰ ਪਰਮੇਸ਼ਰ ਦੀ ਭਗਤੀ ਦੀ ਦਾਤ ਪ੍ਰਾਪਤ ਹੋ ਜਾਂਦੀ ਹੈ। ਪਰ ਇਹੋ ਜਿਹੇ ਉੱਚੇ ਗੁਣਾਂ ਦੀ ਦਾਤ ਜਿਹੜੀ ਹੈ ਨਾ, ਕਰਤਾਰ ਦੇ ਹੱਥ ਵਿੱਚ ਹੀ ਹੈ ਭਾਈ। ਇਸ ਕਰਕੇ ਕਰਤਾਰ ਅੱਗੇ ਬੇਨਤੀ ਕਰੋ, ਸਭ ਗੁਣ ਤੇਰੇ ਮੈਂ ਨਾਹੀ ਕੋਇ, ਵਿਣ ਗੁਣ ਕੀਤੇ ਭਗਤ ਨਾ ਹੋਏ। ਹੇ ਨਿਰੰਕਾਰ ਵਾਹਿਗੁਰੂ ਜੀ, ਸੁਣਨਾ ਮੰਨਣਾ ਤੇ ਤੇਰੇ ਨਾਮ ਨਾਲ ਪ੍ਰੇਮ ਕਰਨ ਦੇ ਸਾਰੇ ਗੁਣ ਤੇਰੇ ਵਿੱਚ ਹੀ ਹੈ। ਇਹ ਗੁਣ ਤੇਰੀ ਬਖਸ਼ਿਸ਼ ਨਾਲ ਮਿਲਦੇ ਆ। ਮੇਰੇ ਆਪਣੇ ਵਿੱਚ ਮਹਾਰਾਜ ਜੀ ਕੋਈ ਗੁਣ ਨਹੀਂ। ਇਹ ਬੇਨਤੀਆਂ ਸਵੇਰੇ ਸਵੇਰੇ ਜਪਜੀ ਸਾਹਿਬ ਕਰਨੀਆਂ ਹੁੰਦੀਆਂ ਆਪਾਂ ਨੇ। ਕਹਿੰਦੇ ਇਹਨਾਂ ਗੁਣਾਂ ਨੂੰ ਧਾਰਨ ਕੀਤੇ ਬਿਨਾਂ ਤੇਰੀ ਭਗਤੀ ਨਹੀਂ ਹੋ ਸਕਦੀ। ਤੇਰੀ ਭਗਤੀ ਕਰਨ ਲਈ ਇਹਨਾਂ ਗੁਣਾਂ ਨੂੰ ਧਾਰਨਾ ਕਰਨਾ ਬਹੁਤ ਜ਼ਰੂਰੀ ਹੈ, ਤਾਂ ਭਗਤੀ ਹੁੰਦੀ ਹੈ। ਸਵਸਤ ਆਥ ਬਾਣੀ ਬਰਮਾਓ, ਸਤ ਸੁਹਾਣ ਸਦਾ ਮਨ ਚਾਓ। ਇਸ ਲਈ ਹੈ ਅਕਾਲ ਪੁਰਖ ਵਾਹਿਗੁਰੂ ਜੀ, ਆਪਣੀ ਮਿਹਰ ਕਰੋ ਤੇ ਆਪਣੇ ਗੁਣ ਮੈਨੂੰ ਬਖਸ਼ਿਸ਼ ਕਰੋ। ਤੇ ਮੈਂ ਜਾਚਕ ਦੀ ਸਵਸਤੀ ਭਾਵ ਵਾਚਕ ਬਾਣੀ ਪ੍ਰਵਾਨ ਕਰੋ, ਜੋ ਇਸ ਪ੍ਰਕਾਰ ਹੈ, ਤੂੰ ਸਤ ਹੈ, ਤੂੰ ਸੁੰਦਰਤਾ ਹੈ, ਤੂੰ ਚੇਤਨ ਹੈ ਤੇ ਆਪਣੀ ਚੇਤਨਤਾ ਵਿੱਚ ਸਦਾ ਹੀ ਆਨੰਦ ਰਹਿੰਦਾ ਹੈ। ਇਸ ਪ੍ਰਕਾਰ ਮਹਾਰਾਜ ਕਹਿੰਦੇ ਸਵਸਤ ਆਥ ਬਾਣੀ ਬਰਮਾਓ। ਇਹ ਜਿਹੜੇ ਖੁੱਲ੍ਹ ਕੇ ਇਹਦੇ ਵਿਚਾਰ ਨੇ, ਇਹ ਦੂਸਰੀ ਕਥਾ ਜੀ ਸੁਣਨੇ ਪੈਣੇ। ਬਸ ਇੰਨੇ ਨਾਲ ਇੰਨਾ ਹੀ ਸਾਰਨਾ ਪੈਣਾ ਆਪਾਂ ਨੂੰ, ਕਿਉਂਕਿ ਫਿਰ ਵਿਸਥਾਰ ਬਹੁਤ ਵੱਧ ਜਾਂਦਾ। ਅਕਾਲ ਪੁਰਖ ਸਵਸਤ ਜੋ ਕਲਿਆਣ ਸਰੂਪ ਹੈ, ਆਤ ਤੋਂ ਮਤਲਬ ਹੈ। ਇਸ ਪ੍ਰਕਾਰ ਉਹ ਅਕਾਲ ਪੁਰਖ ਦੇ ਸਾਰੇ ਜਿਹੜੇ ਨੇ ਉਹ ਵਰਣਨ ਅੱਗੇ ਕੀਤੇ ਹੀ ਹੋਏ ਨੇ ਕਿ ਤੂੰ ਸਤ ਹੈ, ਤੂੰ ਸੁੰਦਰਤਾ ਹੈ, ਤੂੰ ਚੇਤਨ ਹੈ, ਆਪਣੀ ਚੇਤਨਤਾ ਵਿੱਚ ਸਦਾ ਆਨੰਦ ਰਹਿੰਦਾ। ਪਰਮੇਸ਼ਰ ਨੇ ਸੰਸਾਰ ਦੀ ਉਤਪਤੀ ਕਿਸ ਸਮੇਂ, ਕਿਸ ਸਥਿਤ ਤੇ ਵਾਰ ਨੂੰ ਕੀਤੀ? ਇਹ ਸਿੱਧਾ ਨੇ ਪ੍ਰਸ਼ਨ ਕੀਤਾ। ਕਵਣ ਸੋ ਵੇਲਾ ਵਕਤ ਕਵਣ, ਕਵਣ ਥਿਤ ਕਵਣ ਵਾਰ। ਉਹ ਕਿਹੜਾ ਵੇਲਾ ਸੀ, ਦਿਨ ਸੀ ਜਾਂ ਰਾਤ ਦਾ? ਉਹ ਕਿਹੜਾ ਵਕਤ ਸੀ, ਉਹ ਥਿਤ ਤੇ ਵਾਰ ਕਿਹੜਾ ਸੀ? ਕਵਣ ਸੇ ਰੁੱਤੀ ਮਾਹੋ, ਕਵਣ ਜਿਤ ਹੋਆ ਆਕਾਰ। ਉਹ 6 ਰੁੱਤਾਂ ਵਿੱਚੋਂ ਕਿਹੜੀ ਰੁੱਤ ਸੀ ਤੇ 12 ਮਹੀਨਿਆਂ ਵਿੱਚੋਂ ਕਿਹੜਾ ਮਹੀਨਾ ਸੀ ਜਿਸ ਵਿੱਚ ਕਿ ਇਹ ਸੰਸਾਰ ਦਾ ਪਸਾਰਾ ਹੋਇਆ? ਇਹਨਾਂ ਸਾਰੇ ਪ੍ਰਸ਼ਨਾਂ ਦੇ ਉੱਤਰ ਮਹਾਰਾਜ ਇਸ ਤਰ੍ਹਾਂ ਦਿੰਦੇ ਨੇ। ਵੇਲ ਨਾ ਪਾਈਆ ਪੰਡਤੀ, ਜੇ ਹੋਵੈ ਲੇਖ ਪੁਰਾਣ। ਇਹ ਸ੍ਰਿਸ਼ਟੀ ਦੀ ਉਤਪਤੀ ਦਾ ਵੇਲਾ ਜਾਂ ਸਮਾਂ ਵੱਡੇ ਵੱਡੇ ਵਿਆਸ, ਵਿਸ਼ਵਾਮਿੱਤਰ, ਵਸਿਸ਼ਠ ਆਦਿਕ ਪੰਡਤਾਂ ਨੇ ਵੀ ਨਹੀਂ ਜਾਣਿਆ। ਜੇ ਜਾਣਿਆ ਹੁੰਦਾ ਤਾਂ ਕਿਸੇ ਪੁਰਾਣ ਜਾਂ ਹੋਰ ਥਾਵਾਂ ਤੇ ਧਾਰਮਿਕ ਗ੍ਰੰਥਾਂ ਦੇ ਕੋਈ ਲੇਖ ਲਿਖ ਜਾਂਦੇ। ਉਹ ਵਕਤ ਨਾ ਪਾਇਓ ਕਾਦੀਆ, ਜੇ ਲਿਖਨ ਲੇਖ ਕੁਰਾਨ। ਸੋ ਇਸ ਪ੍ਰਕਾਰ ਫਰਮਾਉਂਦੇ ਮੁਸਲਮਾਨਾਂ ਦੇ ਵੱਡੇ ਵੱਡੇ ਕਾਜ਼ੀਆਂ, ਮੁੱਲਾਂ ਤੇ ਮੌਲਵੀਆਂ ਨੇ ਵੀ ਇਹ ਸੰਸਾਰ ਦੀ ਰਚਨਾ ਦਾ ਵਕਤ ਨਹੀਂ ਲੱਭਿਆ। ਜੇ ਉਹਨਾਂ ਨੇ ਇਸ ਬਾਰੇ ਕੁਝ ਜਾਣਿਆ ਹੁੰਦਾ ਤਾਂ ਕੁਰਾਨ ਸ਼ਰੀਫ ਦੇ ਵਿੱਚ ਕੋਈ ਨਾ ਕੋਈ ਲੇਖ ਲਿਖਿਆ ਹੁੰਦਾ। ਭਾਵ ਇਹ ਸ੍ਰਿਸ਼ਟੀ ਦੀ ਰਚਨਾ ਦਾ ਸਮਾਂ ਨਾ ਤੇ ਵੱਡੇ ਵੱਡੇ ਹਿੰਦੂਆਂ ਦੇ ਸਿਆਣੇ ਜਿਹੜੇ ਸੀ ਰਿਸ਼ੀ ਮੁਨੀ ਤੇ ਪੰਡਤ ਹੀ ਜਾਣ ਸਕੇ, ਨਾ ਹੀ ਮੁਸਲਮਾਨਾਂ ਦੇ ਪੀਰ ਪੈਗੰਬਰ, ਮੁੱਲਾ ਮੌਲਵੀ ਤੇ ਕਾਜ਼ੀ ਜਾਣ ਸਕੇ। ਜੇ ਇਹਨਾਂ ਨੇ ਇਸ ਬਾਰੇ ਕੁਝ ਜਾਣਿਆ ਹੁੰਦਾ ਤਾਂ ਵੇਦਾਂ, ਸ਼ਾਸਤਰਾਂ, ਪੁਰਾਣਾ, ਕੁਰਾਨ ਆਦਿ ਧਾਰਮਿਕ ਗ੍ਰੰਥਾਂ 'ਚ ਜ਼ਰੂਰ ਲਿਖਿਆ ਹੁੰਦਾ।
ਥਿਤ ਵਾਰ ਨ ਜੋਗੀ ਜਾਣੈ ਰੁੱਤ ਮਾਹੁ ਨ ਕੋਈ। ਇਹ ਸੰਸਾਰ ਦੀ ਰਚਨਾ ਦੀ ਕੋਈ ਥਿਤ, ਕੋਈ ਵਾਰ, ਕੋਈ ਰੁੱਤ ਤੇ ਮਹੀਨਾ ਵੱਡੇ ਵੱਡੇ ਗੋਰ ਖਾਦਕ ਜੋਗੀ ਵੀ ਨਹੀਂ ਜਾਣਦੇ। ਜਾ ਕਰਤਾ ਸੇਠੀ ਕਉ ਸਾਜੇ ਆਪੇ ਜਾਣੈ ਸੋਈ। ਮਹਾਰਾਜ ਕਹਿੰਦੇ ਭਾਈ ਜਿਹੜਾ ਕਰਤਾ ਪੁਰਖ ਇਸ ਸ੍ਰਿਸ਼ਟੀ ਨੂੰ ਸਾਜਣ ਵਾਲਾ ਹੈ, ਸਾਜਦਾ ਹੈ, ਇਸ ਬਾਰੇ ਤਾਂ ਉਹੀ ਜਾਣਦਾ, ਹੋਰ ਨਹੀਂ ਕੋਈ ਜਾਣਦਾ ਹੈ। ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ। ਕਹਿੰਦੇ ਮੈਂ ਉਸ ਵਾਹਿਗੁਰੂ ਨੂੰ ਕਿਸ ਤਰ੍ਹਾਂ ਕਥਨ ਕਰਾਂ, ਕਿਸ ਢੰਗ ਨਾਲ ਉਹਦੀ ਸਿਫਤ ਸਲਾਹ ਵਡਿਆਈ ਕਰਾਂ, ਕਿਸ ਤਰ੍ਹਾਂ ਵਰਣਨ ਕਰਾਂ, ਕਿਉਂਕਿ ਆਖਣ ਨੂੰ ਤਾਂ ਹਰ ਕੋਈ ਆਪਣੇ ਆਪ ਨੂੰ ਸਿਆਣਾ ਕਹੀ ਜਾਂਦਾ ਕਿ ਮੈਂ ਉਹਨੂੰ ਕਥਨ ਕਰ ਸਕਦਾ, ਮੈਂ ਕਥਨ ਕਰ ਸਕਦਾ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਨੇ ਹੁਣ ਦੇਖੋ, ਕਿਵ ਕਰ ਆਖਾਂ ਕਿਵ ਸਾਲਾਹੀ ਕਿਉ ਵਰਨੀ ਕਿਵ ਜਾਣਾ। ਕਹਿੰਦੇ ਮੈਂ ਉਸ ਵਾਹਿਗੁਰੂ ਨੂੰ ਕਿਸ ਤਰ੍ਹਾਂ ਕਥਨ ਕਰਾਂ ਕਿ ਕਿਵ ਕਰ ਆਖਾਂ ਕਿਵ ਸਾਲਾਹੀ, ਕਿਸ ਢੰਗ ਨਾਲ ਉਹਦੀ ਸਿਫਤ ਸਲਾਹ ਵਡਿਆਈ ਕਰਾਂ, ਤੇ ਕਿਉਂ ਵਰਨੀ ਕਿਵੇਂ ਵਰਣਨ ਕਰਾਂ, ਕਿਵ ਜਾਣਾ ਤੇ ਉਸ ਵਾਹਿਗੁਰੂ ਦੇ ਭੇਦ ਨੂੰ ਕਿਵੇਂ ਜਾਣਾ। ਇਸ ਕਰਕੇ ਮਹਾਰਾਜ ਕਹਿੰਦੇ ਨੇ ਗੁਰੂ ਨਾਨਕ ਦੇਵ ਜੀ ਕਿ ਕਹਿਣ ਨੂੰ ਤਾਂ ਸਭ ਕੋਈ ਇੱਕ ਤੋਂ ਇੱਕ ਵੱਧ ਸਿਆਣਾ ਬਣ ਕੇ ਕਹਿੰਦਾ। ਇਹਦੇ ਵਿੱਚ ਫਿਰ ਆਪਾਂ ਦੁਬਾਰਾ ਕਰਦੇ ਹਾਂ, ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ। ਗੁਰੂ ਨਾਨਕ ਦੇਵ ਜੀ ਕਹਿੰਦੇ ਬਚਨ ਭਈ ਕਹਿਣ ਨੂੰ ਤਾਂ ਸਭ ਕੋਈ ਇੱਕ ਤੋਂ ਇੱਕ ਵੱਧ ਸਿਆਣਾ ਬਣ ਕੇ ਕਹਿੰਦਾ। ਆਪ ਆਪਣੀ ਬੁੱਧ ਹੈ ਜੇਤੀ, ਮੈਨੂੰ ਪਤਾ ਮੈਨੂੰ ਪਤਾ। ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ। ਮਹਾਰਾਜ ਕਹਿੰਦੇ ਪਰ ਉਹ ਸਾਹਿਬ ਮਾਲਕ ਵੱਡਾ ਹੈ, ਉਹਦੀ ਵਡਿਆਈ ਵੀ ਵੱਡੀ ਹੈ, ਉਹਦਾ ਕੀਤਾ ਹੋਇਆ ਹੀ ਸਭ ਕੁਛ ਹੁੰਦਾ ਹੈ। ਤੋ ਕੀ ਹੈ, ਨਾਨਕ ਜੇ ਕੋ ਆਪੋ ਜਾਣੈ ਅੱਗੇ ਗਿਆ ਨਾ ਸੋ ਹੈ। ਆਪੋ ਪੱਪੇ ਨੂੰ ਕਨੌੜਾ। ਧੰਨ ਗੁਰੂ ਨਾਨਕ ਦੇਵ ਜੀ ਕਥਨ ਕਰਦੇ ਆ, ਜੇ ਕੋਈ ਆਪਣੇ ਆਪ ਨੂੰ ਬੜਾ ਸਿਆਣਾ ਤੇ ਵੱਡਾ ਜਾਣਦਾ ਭਾਈ, ਤਾਂ ਉਹ ਅੱਗੇ ਵਾਹਿਗੁਰੂ ਦੀ ਦਰਗਾਹ ਵਿੱਚ ਗਿਆ ਹੋਇਆ ਫਿਰ ਸੋਭਾ ਨਹੀਂ ਪਾਉਂਦਾ। ਅੱਗੇ ਗਿਆ ਨਾ ਸੋ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦੱਸੋ ਵੀ 7 ਪਤਾਲ ਤੇ ਕੋਈ 7 ਆਕਾਸ਼ ਕਹਿੰਦਾ, ਕੋਈ 3 ਪਤਾਲ, ਕੋਈ 3 ਆਕਾਸ਼ ਦੱਸਦਾ, ਇਹਦੇ ਬਾਰੇ ਕੀ ਵਿਚਾਰ ਹੈ? ਪਾਤਾਲਾ ਪਾਤਾਲ ਲਖ ਆਗਾਸਾਂ ਆਗਾਸ। ਪਤਾਲਾਂ ਹੇਠ ਲੱਖਾਂ ਹੀ ਪਤਾਲ ਨੇ ਤੇ ਆਕਾਸ਼ਾਂ ਉੱਤੇ ਲੱਖਾਂ ਹੀ ਆਕਾਸ਼ ਹੈ। ਓੜਕ ਓੜਕ ਭਾਲ ਥੱਕੇ ਵੇਦ ਕਹਿਣ ਇੱਕ ਬਾਤ। ਹੁਣ ਬੜੇ ਬੜੇ ਰਿਖੀ ਮੁਨੀ ਜੋਗੀ ਤੇ ਸਿੱਧ ਵਾਹਿਗੁਰੂ ਦੀ ਕੁਦਰਤ ਦਾ ਅੰਤ ਪਾਉਣ ਲਈ ਢੂੰਡ ਢੂੰਡ ਕੇ ਭਾਲ ਭਾਲ ਕੇ ਥੱਕ ਗਏ ਨੇ, ਪਰ ਕਿਸੇ ਨੂੰ ਵੀ ਉਹਦੀ ਕੁਦਰਤ ਦਾ ਅੰਤ ਨਹੀਂ ਪਾਇਆ। ਵੇਦ ਵੀ ਇੱਕੋ ਗੱਲ ਕਹਿੰਦੇ ਆ, ਪਰਮਾਤਮਾ ਦੀ ਕੁਦਰਤ ਬੇਅੰਤ ਹੈ। ਓੜਕ ਹੁੰਦਾ ਇੱਥੇ ਅਖੀਰ, ਤੇ ਭਾਲ ਪਾ ਕੇ ਥੱਕ ਗਏ ਨੇ। ਇਸ ਪ੍ਰਕਾਰ ਸਹਿਸ ਹੁੰਦਾ ਹਜ਼ਾਰਾਂ, ਤੇ 18 ਹੁੰਦਾ 18 ਪੁਰਾਣ ਆਦਿਕ ਕਤੇਬਾਂ, ਤੌਰੇਤ, ਜੰਬੂਲ, ਅੰਜੀਲ ਤੇ ਕੁਰਾਨ। ਅਸਲੂ ਅਸਲ ਵਿੱਚ ਜਾਂ ਧਾਤ ਹੁੰਦਾ ਮੂਲ। ਇਸ ਤਰ੍ਹਾਂ ਇਹਨਾਂ ਦੇ ਭਾਵ ਅਰਥ ਵੀ ਹੁੰਦੇ ਆ, ਉਹ ਫਿਰ ਜ਼ਿਆਦਾ ਕਥਾ ਵੱਧ ਜਾਂਦੀ ਹੈ। ਸਿਰਫ ਆਪਾਂ ਪੜ੍ਹਨਾ ਤੇ ਧਿਆਨ ਦੇਣਾ ਇੱਧਰ ਨੂੰ। ਸਹਸ 18 ਕਹਿਨ ਕਤੇਬਾ ਅਸਲੂ ਇੱਕ ਧਾਤ। ਹਜ਼ਾਰਾਂ ਧਾਰਮਿਕ ਪੁਸਤਕਾਂ, 18 ਪੁਰਾਣ ਤੇ ਕੁਰਾਨ ਆਦਿਕ ਕਿਤਾਬਾਂ ਵੀ ਕਹਿੰਦੀਆਂ ਕਿ ਅਸਲ ਵਿੱਚ ਇੱਕ ਸ੍ਰਿਸ਼ਟੀ ਦਾ ਮੂਲ ਇੱਕ ਵਾਹਿਗੁਰੂ ਹੀ ਹੈ, ਹੋਰ ਨਹੀਂ ਕਿਸੇ ਨੂੰ ਪਤਾ ਕੀ ਹੈ। ਧਾਤ ਤੋਂ ਭਾਵ ਮੂਲ। ਲੇਖਾ ਹੋਏ ਤਾਂ ਲਿਖੀਐ, ਲੇਖਾ ਹੋਏ ਵਿਨਾਸ਼। ਨਾਨਕ ਵੱਡਾ ਆਖੀਐ ਆਪੇ ਜਾਣੈ ਆਪ। ਜੇ ਉਸ ਵਾਹਿਗੁਰੂ ਦਾ ਤੇ ਉਹਦੀ ਰਚਨਾ ਕੁਦਰਤ ਦਾ ਕੋਈ ਲੇਖਾ ਹੋਵੇ ਤਾਂ ਤੇ ਕੋਈ ਲਿਖੀਏ, ਪਰ ਇੱਥੇ ਤਾਂ ਲੇਖੇ ਭਾਵ ਗਿਣਤੀ ਦਾ ਵੀ ਨਾਸ ਹੋ ਜਾਂਦਾ। ਲੇਖੇ ਤੋਂ ਪਰੇ ਕਿੰਨੀ ਗਿਣਤੀ ਕਰ ਲਾਂਗੇ? ਲੱਖ, ਕਰੋੜ, ਅਰਬ, ਖਰਬ, ਨੀਲ, ਪਦਮ, ਸੰਖ। ਬਸ ਸੰਖ ਤੋਂ ਗਿਆ ਅਸੰਖ ਆ ਜਾਂਦਾ। ਫਿਰ ਗਾਹਾਂ ਕੀ ਕਰਾਂਗੇ? ਉਹਦਾ ਅਸੰਖ ਹੀ ਕਹਿਣਾ ਬਣਦਾ ਪਰਮਾਤਮਾ ਨੂੰ। ਨਾਨਕ ਵੱਡਾ ਆਖੀਐ ਆਪੇ ਜਾਣੈ ਆਪ। ਮਹਾਰਾਜ ਕਥਨ ਕਰਦੇ ਭਾਈ ਉਹ ਰਚਨਹਾਰ ਨੂੰ ਵੱਡਾ ਕਹਿਣਾ ਚਾਹੀਦਾ। ਉਹ ਆਪਣੀ ਮਹਿਮਾ ਨੂੰ ਆਪ ਹੀ ਜਾਣਦਾ। ਬਸ ਉਹ ਪਰਮਾਤਮਾ ਨੂੰ ਪਤਾ ਉਹਦੀ ਮਹਿਮਾ ਕਿੰਨੀ ਕੁ ਵੱਡੀ ਹੈ। ਸਾਲਾਹੀ ਸਾਲਾਹ ਏਤੀ ਸੁਰਤ ਨ ਪਾਈਆ। ਭਗਤਾਂ ਨੇ ਵਾਹਿਗੁਰੂ ਦੀ ਸਿਫਤ ਸਲਾਹ ਤੇ ਸਿਮਰਨ ਕੀਤਾ, ਪਰ ਉਹਨਾਂ ਨੇ ਖਬਰ ਨਹੀਂ ਪਾਈ ਕਿ ਉਹ ਵਾਹਿਗੁਰੂ ਕਿੱਡਾ ਹੈ। ਸਾਲਾਹੀ ਸਾਲਾਹ, ਸਾਲਾਹੀ ਜੋ ਸਲਾਹੁਣੇ ਯੋਗ ਪਰਮਾਤਮਾ, ਉਹਦੀ ਸਲਾਹੁਤਾ ਕਰਕੇ ਉਹਨਾਂ ਨੇ ਇੰਨੀ ਗਿਆਤ ਨਹੀਂ ਪ੍ਰਾਪਤ ਕੀਤੀ ਹੈ। ਇਹਦੇ ਮੂਲ ਅਰਥ ਜਿਹੜੇ ਨੇ ਜ਼ਿਆਦਾ ਨੇ। ਨਦੀਆਂ ਅਤੈ ਵਾਹ ਪਵੈ ਸਮੁੰਦ ਨ ਜਾਣੀਐ, ਜਾਣੀਐ ਹੈ। ਜਿਸ ਤਰ੍ਹਾਂ ਨਦੀਆਂ ਤੇ ਨਾਲੇ ਜਿਹੜੇ ਨੇ ਸਮੁੰਦਰ ਵਿੱਚ ਜਾ ਕੇ ਪੈਂਦੇ, ਪਰ ਸਮੁੰਦਰ ਦਾ ਭੇਦ ਨਹੀਂ ਜਾਣ ਸਕਦੇ ਕਿ ਉਹ ਕਿੰਨਾ ਵਿਸ਼ਾਲ ਹੈ, ਕਿੰਨਾ ਡੂੰਘਾ ਹੈ। ਨਦੀਆਂ ਤੇ ਵਾਹ ਪਵੈ ਸਮੁੰਦ ਨ ਜਾਣੀਐ।
ਨਦੀਆਂ ਤੇ ਬਾੜੇ ਨਾਲੇ ਜਿਹੜੇ ਸਮੁੰਦਰ ਜਦੋਂ ਪੈ ਜਾਂਦੇ ਫਿਰ ਤਾਂ ਨਹੀਂ ਪਤਾ ਲੱਗਦਾ ਇਹ ਨਦੀ ਹੈ ਕਿ ਸਮੁੰਦਰ ਹੈ, ਵਿੱਚ ਹੀ ਸਮਾ ਜਾਂਦੇ ਨੇ। ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ। ਸਮੁੰਦਰਾਂ ਦੇ ਬਰਾਬਰ ਵੱਡੇ ਵੱਡੇ ਬਾਦਸ਼ਾਹ ਜਿਨ੍ਹਾਂ ਕੋਲ ਪਹਾੜਾਂ ਜਿੰਨਾ ਧਨ ਮਾਲ ਹੋਵੇ, ਵੱਡੇ ਵੱਡੇ ਢੇਰ ਲੱਗੇ ਹੋਣ। ਸਮੁੰਦਰ ਕਿਉਂਕਿ ਜ਼ਿਆਦਾ ਵੱਡਾ ਨਾ ਧਰਤੀ ਤੋਂ, ਸਮੁੰਦਰ ਜਿੰਨੀ ਧਰਤੀ ਹੋਵੇ ਤੇ ਫਿਰ ਉਹਦੇ ਤੇ ਰਾਜ ਹੋਵੇ ਉਹਨਾਂ ਦਾ। ਇੰਨਾ ਵੱਡਾ ਪਹਾੜਾਂ ਦੇ ਪਹਾੜ ਮਾਲ ਧਨ ਦੇ ਢੇਰ ਲੱਗੇ ਹੋਣ, ਫੇਰ ਵੀ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨ ਹੋ ਨਾ ਵੀਸਰਹਿ। ਉਹ ਉਸ ਕੀੜੀ ਦੇ ਬਰਾਬਰ ਨਹੀਂ ਹੋ ਸਕਦੇ ਜਿਹਦੇ ਮਨ ਵਿੱਚੋਂ ਪਰਮਾਤਮਾ ਨਹੀਂ ਵਿਸਰਦਾ। ਕਹਿਣ ਤੋਂ ਭਾਵ ਕਿ ਪਰਮਾਤਮਾ ਦਾ ਸਿਮਰਨ ਕਰਨ ਵਾਲੀ ਇੱਕ ਕੀੜੀ ਉਸ ਬਾਦਸ਼ਾਹ ਨਾਲੋਂ ਚੰਗੀ ਹੈ ਜੋ ਵਾਹਿਗੁਰੂ ਦਾ ਸਿਮਰਨ ਨਹੀਂ ਕਰਦਾ। ਉਹ ਆਤੇ ਉੱਤਮ ਗਨੋ ਚੰਡਾਲਾ, ਨਾਨਕ ਜੇ ਮਨ ਬਸੈ ਗੋਪਾਲਾ। ਅੰਤ ਨਾ ਸਿਫਤੀ ਕਹਿਣ ਨਾ ਅੰਤ। ਉਸ ਵਾਹਿਗੁਰੂ ਦੀਆਂ ਸਿਫਤਾਂ ਦਾ ਅੰਤ ਨਹੀਂ ਤੇ ਉਹਨਾਂ ਸਿਫਤਾਂ ਦੇ ਕਹਿਣ ਵਾਲਿਆਂ ਦਾ ਵੀ ਕੋਈ ਅੰਤ ਨਹੀਂ ਹੈ ਭਾਈ। ਅੰਤ ਨਾ ਕਰਨਾ ਦੇਣ ਨਾ ਅੰਤ। ਨਾ ਹੀ ਵਾਹਿਗੁਰੂ ਦੇ ਕਰਨਿਆਂ ਭਾਵ ਰਚਨਾ ਦਾ ਜਾਂ ਕਰਤੱਬਾਂ ਦਾ, ਤੇ ਨਾ ਹੀ ਉਹਦੀਆਂ ਦਿੱਤੀਆਂ ਦਾਤਾਂ ਦਾ ਕੋਈ ਅੰਤ ਹੈ। ਅੰਤ ਨਾ ਵੇਖਣ ਸੁਣਨ ਨਾ ਅੰਤ। ਨਾ ਉਹਦੇ ਵੇਖਣ ਨਾਲ ਅੰਤ ਆਉਂਦਾ, ਨਾ ਹੀ ਸੁਣਨ ਨਾਲ ਅੰਤ ਪਾਇਆ ਜਾਂਦਾ ਉਹਦਾ। ਅੰਤ ਨਾ ਜਾਪੈ ਕਿਆ ਮਨ ਮੰਤ। ਉਹਦੇ ਮਨ ਵਿੱਚ ਕਿਹੜੀ ਮੰਤਰ ਭਾਵ ਵਿਚਾਰ ਹੈ, ਕਿਹੜੀ ਸਲਾਹ ਉਹਦੀ ਕੀ ਹੈ, ਇਹਦਾ ਵੀ ਕੋਈ ਅੰਤ ਨਹੀਂ ਪਾ ਸਕਦਾ। ਅੰਤ ਨਾ ਜਾਪੈ ਕੀਤਾ ਆਕਾਰ। ਉਸ ਪਰਮਾਤਮਾ ਦੇ ਇਸ ਕੀਤੇ ਹੋਏ ਪਸਾਰੇ ਦਾ, ਜੋ ਸ੍ਰਿਸ਼ਟੀ ਦਾ ਤੇ ਸ੍ਰਿਸ਼ਟੀ ਦੇ ਜੀਵਾਂ ਦਾ ਵੀ ਅੰਤ ਨਹੀਂ ਜਾਣਿਆ ਜਾ ਸਕਦਾ, ਕਿਉਂਕਿ ਉਹਦਾ ਰਚਿਆ ਸੰਸਾਰ ਜਿਹੜਾ ਉਹ ਬੇਅੰਤ ਹੈ। ਅੰਤ ਨਾ ਜਾਪੈ ਪਾਰਾਵਾਰ। ਉਹਦੇ ਆਰ ਪਾਰ ਦਾ ਵੀ ਕੋਈ ਅੰਤ ਨਹੀਂ ਜਾਪਦਾ, ਕਿਉਂ ਕਿੱਡਾ ਕੁ ਵੱਡਾ ਇਹ ਕਿਸੇ ਨੂੰ ਪਤਾ ਨਹੀਂ ਹੈ। ਅੰਤ ਕਾਰਨ ਕੇਤੇ ਬਿਲ ਲਾਹੇ ਤਾ ਕੇ ਅੰਤ ਨਾ ਪਾਏ ਜਾਹੇ। ਉਸ ਅਕਾਲ ਪੁਰਖ ਦਾ ਅੰਤ ਪਾਉਣ ਵਾਸਤੇ ਸੋ ਕਈ ਜਿਹੜੇ ਵੱਡੇ ਵੱਡੇ ਰਿਸ਼ੀ ਮੁਨੀ ਜੋਗੀ ਸਿੱਧ ਤੇ ਤਪੀਸਰ ਵਿਲਕ ਰਹੇ ਆ, ਪਰ ਉਹਦੇ ਅੰਤ ਪਾਏ ਨਹੀਂ ਜਾਂਦੇ। ਇਹੋ ਅੰਤ ਨਾ ਜਾਣੈ ਕੋਏ ਬਹੁਤਾ ਕਹੀਐ ਬਹੁਤਾ ਹੋਏ। ਉਹਦਾ ਇਹੋ ਅੰਤ ਹੈ ਕਿ ਉਹਨੂੰ ਕੋਈ ਜਾਣ ਹੀ ਨਹੀਂ ਸਕਦਾ। ਉਹਨੂੰ ਜਿੰਨਾ ਬਹੁਤਾ ਕਹੀਏ ਉਹ ਓਨਾ ਹੀ ਬਹੁਤਾ ਹੋ ਜਾਂਦਾ। ਉਹਦਾ ਫਿਰ ਅੰਤ ਕਿਵੇਂ ਪਾਵਾਂਗੇ। ਵੱਡਾ ਸਾਹਿਬ ਉੱਚਾ ਥਾਓ ਉੱਚੇ ਉੱਪਰ ਉੱਚਾ ਨਾਓ। ਉਹ ਪਰਮੇਸ਼ਰ ਬਹੁਤ ਵੱਡਾ ਤੇ ਉਹਦਾ ਜਿਹੜਾ ਥਾਂ ਟਿਕਾਣਾ ਸੱਚਖੰਡ ਵੀ ਸਥਾਨ ਜਿਹੜਾ ਉਹਦਾ ਉਹ ਵੀ ਬਹੁਤ ਉੱਚਾ ਹੈ। ਫਿਰ ਉਸ ਉੱਚੇ ਤੋਂ ਉੱਚਾ ਉਹਦਾ ਨਾਮ ਹੈ, ਕਿਉਂਕਿ ਵਾਹਿਗੁਰੂ ਆਪ ਤਾਂ ਉੱਚਾ ਹੈ ਹੀ ਹੈ, ਪਰ ਉਹਦਾ ਨਾਮ ਉਸ ਤੋਂ ਵੀ ਉੱਚਾ ਹੈ। ਏ ਵੱਡ ਉੱਚਾ ਹੋਵੈ ਕੋਏ ਤਿਸ ਉੱਚੇ ਕਉ ਜਾਣੈ ਸੋਏ। ਹੁਣ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਬਚਨ ਫਰਮਾਉਂਦੇ ਹਨ ਕਿ ਜਿੱਡਾ ਉੱਚਾ ਪਰਮਾਤਮਾ ਹੈ, ਓਨਾ ਉੱਚਾ ਜੇ ਕੋਈ ਹੋਵੇ ਤਾਂ ਉਹ ਜੀਵ ਉਸ ਉੱਚੇ ਪਰਮਾਤਮਾ ਨੂੰ ਜਾਣ ਸਕਦਾ ਹੈ। ਜੇ ਵਡ ਆਪ ਜਾਣੈ ਆਪ ਨਾਨਕ ਨਦਰੀ ਕਰਮੀ ਦਾਤ। ਜਿੱਡਾ ਵੱਡਾ ਵਾਹਿਗੁਰੂ ਆਪ ਹੈ, ਉਹ ਆਪਣੇ ਸਰੂਪ ਨੂੰ ਆਪ ਹੀ ਜਾਣਦਾ। ਜਿਸ ਜੀਵ ਤੇ ਉਸ ਪਰਮਾਤਮਾ ਦੀ ਕਿਰਪਾ ਦ੍ਰਿਸ਼ਟੀ ਹੁੰਦੀ ਹੈ, ਉਸੇ ਨੂੰ ਉਹਦੇ ਨਾਮ ਦੀ ਜਿਹੜੀ ਦਾਤ ਪ੍ਰਾਪਤ ਹੁੰਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਨੂੰ ਬੇਨਤੀ ਕੀਤੀ ਸਿੱਧਾਂ ਨੇ ਕਿ ਅਕਾਲ ਪੁਰਖ ਦੀ ਦਾਤ ਜਾਂ ਬਖਸ਼ਿਸ਼ ਕਿੰਨੀ ਕੁ ਵੱਡੀ ਹੈ, ਕੋਈ ਹੈ ਉਹਦਾ ਅੰਦਾਜ਼ਾ। ਉਹ ਦਾਤ ਆਪ ਕਿੱਡਾ ਕੁ ਵੱਡਾ। ਸੋ ਸਤਿਗੁਰੂ ਮਹਾਰਾਜ ਫਰਮਾਉਂਦੇ ਹਨ ਅੱਗੇ 25ਵੀਂ ਪੌੜੀ ਦੇ ਵਿੱਚ, ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ। ਪ੍ਰਭੂ ਪਰਮੇਸ਼ਰ ਦੀ ਬਖਸ਼ਿਸ਼ ਬਹੁਤ ਔਖੀ ਹੈ ਜੋ ਲਿਖੀ ਨਹੀਂ ਜਾ ਸਕਦੀ। ਉਹ ਸਭ ਤੋਂ ਵੱਡਾ ਦਾਤਾ ਹੈ, ਉਸ ਨੂੰ ਕਿਸੇ ਕੋਲੋਂ ਕੁਛ ਲੈਣ ਦਾ ਤਿਲ ਮਾਤਰ ਵੀ ਲਾਲਚ ਨਹੀਂ ਹੈ। ਤਮਾਏ ਤੋਂ ਭਾਵ ਹੁੰਦਾ ਤਮਾ ਨਹੀਂ ਹੈ ਉਹਨੂੰ ਕੋਈ। ਕੇਤੇ ਮੰਗੈ ਜੋਧ ਅਪਾਰ ਕੇਤਿਆ ਗਣਤ ਨਹੀਂ ਵਿਚਾਰ। ਕਿੰਨੇ ਹੀ ਜਿਹੜੇ ਵੱਡੇ ਵੱਡੇ ਸੂਰਮੇ ਹੈ ਉਸ ਕੋਲੋਂ ਦਾਤਾਂ ਮੰਗਦੇ ਆ। ਹੋਰ ਅਨੇਕਾਂ ਹੀ ਲੋੜਵੰਦ ਜਿਹੜੇ ਉਹਦੇ ਦਰ ਤੋਂ ਮੰਗਤੇ ਹੋ ਕੇ ਦਾਤਾਂ ਮੰਗਦੇ ਨੇ, ਜਿਨ੍ਹਾਂ ਦੀ ਗਿਣਤੀ ਦੀ ਵਿਚਾਰ ਹੀ ਨਹੀਂ ਹੋ ਸਕਦੀ। ਕੇਤੇ ਖੱਪ ਟੁੱਟੈ ਬੇਕਾਰ। ਕਿੰਨੇ ਹੀ ਉਸ ਵਾਹਿਗੁਰੂ ਤੋਂ ਦਾਤਾਂ ਪ੍ਰਾਪਤ ਕਰਕੇ ਫਿਰ ਵਿਸ਼ੇ ਵਿਕਾਰਾਂ ਵਿੱਚ ਖਚਿਤ ਹੋ ਕੇ ਨਾਸ ਹੋ ਜਾਂਦੇ ਆ। ਕੇਤੇ ਲੈ ਲੈ ਮੁੱਕਰ ਪਾਹੇ ਕੇਤੇ ਮੂਰਖ ਖਾਹੀ ਖਾਹੇ। ਕਿੰਨੇ ਜੀਵ ਇਹੋ ਜਿਹੇ ਆ ਜਿਹੜੇ ਅਕਾਲ ਪੁਰਖ ਤੋਂ ਦਾਤਾਂ ਲੈ ਕੇ ਮੁੱਕਰ ਜਾਂਦੇ ਆ,
ਦਾਤਾਂ ਪ੍ਰਾਪਤ ਕਰਕੇ ਉਹ ਵਾਹਿਗੁਰੂ ਦਾ ਸ਼ੁਕਰਾਨਾ ਵੀ ਨਹੀਂ ਕਰਦੇ। 10 ਵਸਤੂ ਲੈ ਪਾਛੈ ਪਾਵੇ, ਇੱਕ ਵਸਤਕਾਰ ਵਿਖੋੜ ਗਵਾਵੇ। ਕਿੰਨੇ ਮੂਰਖ ਜਿਹੜੇ ਲੋਕ ਨੇ ਉਹ ਪਰਮੇਸ਼ਰ ਦੀਆਂ ਦਾਤਾਂ ਲੈ ਕੇ ਖਾਈ ਤੁਰੇ ਜਾਂਦੇ ਆ, ਪਰ ਵਾਹਿਗੁਰੂ ਦਾ ਸਿਮਰਨ ਹੀ ਨਹੀਂ ਕਰਦੇ, ਉਹ ਧੰਨਵਾਦ ਵੀ ਨਹੀਂ ਕਰਦੇ। ਕੇਤਿਆ ਦੁਖ ਭੂਖ ਸਦ ਮਾਰ, ਇਹ ਭੇ ਦਾਤ ਤੇਰੀ ਦਾਤਾਰ। ਸੋ ਕਹਿਣ ਤੋਂ ਭਾਵ ਹੈ ਕਿ ਕਿੰਨਿਆਂ ਜੀਵਾਂ ਨੂੰ ਸਦਾ ਦੁੱਖ ਅਤੇ ਭੁੱਖ ਦੀ ਮਾਰ ਹੀ ਵਗੀ ਰਹਿੰਦੀ ਹੈ। ਸੋ ਉਹਨਾਂ ਦੀ ਤ੍ਰਿਸ਼ਨਾ ਨਿਵਰਤੀ ਨਹੀਂ ਹੁੰਦੀ ਹੈ। ਕਹਿੰਦੇ ਹੇ ਪ੍ਰਮਾਤਮਾ, ਇਹ ਦੁੱਖ ਅਤੇ ਭੁੱਖ ਵੀ ਤੇਰੀ ਹੋਈ ਦਿੱਤੀ ਦਾਤ ਹੈ ਕਰਮਾਂ ਅਨੁਸਾਰ। ਬੰਦ ਖਲਾਸੀ ਭਾਣੈ ਹੋਏ, ਹੋਰ ਆਖ ਨਾ ਸਕੈ ਕੋਏ। ਅਕਾਲ ਪੁਰਖ ਦੇ ਭਾਣੇ ਅੰਦਰ ਰਜਾ ਅੰਦਰੀ ਬੰਧਨ ਤੋਂ ਛੁਟਕਾਰਾ ਹੁੰਦਾ। ਹੋਰ ਆਖ ਨਾ ਸਕੈ ਕੋਏ, ਭਾਣੇ ਤੋਂ ਬਿਨਾਂ ਹੋਰ ਕੋਈ ਗੱਲ ਆਖ ਹੀ ਨਹੀਂ ਸਕਦਾ। ਜੇ ਕੋ ਖਾਏ ਕੋ ਆਖਣ ਪਾਏ, ਉਹ ਜਾਣੈ ਜੇਤੀਆਂ ਮੋਹਿ ਖਾਏ। ਜੇ ਕੋਈ ਖਾਇਕ ਹੁੰਦਾ ਮੂਰਖ ਆਦਮੀ, ਉਹ ਵਾਹਿਗੁਰੂ ਬਾਰੇ ਆਖਣ ਲੱਗ ਪਏ ਤਾਂ ਫਿਰ ਇਹ ਉਹੀ ਹੀ ਜਾਣਦਾ ਕਿ ਉਹਨੂੰ ਸ਼ਰਮਿੰਦਗੀ ਦੀਆਂ ਕਿੰਨੀਆਂ ਸੱਟਾਂ ਮੂੰਹ 'ਤੇ ਖਾਣੀਆਂ ਪੈਂਦੀਆਂ, ਪ੍ਰਤੱਖ ਵੀ ਉਹਨੂੰ ਲਾਹਨਤਾਂ ਪੈਂਦੀਆਂ ਜਿਹੜੀਆਂ ਮੂੰਹ ਦੇ ਉੱਤੇ। ਆਪੇ ਜਾਣੈ ਆਪੇ ਦੇ, ਆਖੈ ਸੇ ਭੇ ਕੇ ਹੀ ਕੇ। ਸਾਰੀ ਸ੍ਰਿਸ਼ਟੀ ਦੇ ਜੀਆਂ ਦੀ ਜਿੰਨੀਆਂ ਲੋੜਾਂ ਨੂੰ ਵਾਹਿਗੁਰੂ ਆਪ ਹੀ ਜਾਣਦਾ ਅਤੇ ਆਪ ਹੀ ਸਭ ਨੂੰ ਕਰਮਾਂ ਅਨੁਸਾਰ ਦਾਤ ਦਿੰਦਾ। ਸੋ ਪ੍ਰਭੂ ਪਰਮੇਸ਼ਰ ਹੀ ਸਭ ਨੂੰ ਦਿੰਦਾ ਹੈ। ਇਹ ਨਿਸ਼ਚਾ ਰੱਖਣ ਵਾਲੇ ਅਤੇ ਕਹਿਣ ਵਾਲੇ ਸੋ ਕੋਈ ਹਨ। ਭਾਵ ਕਹਿਣ ਤੋਂ ਕਿ ਅਕਾਲ ਪੁਰਖ ਦੇ ਦਾਤਾ ਹੋਣ 'ਤੇ ਕਿਸੇ ਵਿਰਲੇ ਨੂੰ ਹੀ ਪੂਰਨ ਨਿਸ਼ਚਾ ਆਉਂਦਾ ਹੈ। ਜਿਸ ਨੂੰ ਬਖਸ਼ੇ ਸਿਫਤ ਸਾਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹੋ। ਇਸ ਵੱਡੇ ਭਾਗਾਂ ਵਾਲੇ ਜੀਵ ਨੂੰ ਵਾਹਿਗੁਰੂ ਆਪਣੇ ਨਾਮ ਜਪਣ ਦੀ ਸਿਫਤ ਸਲਾਹ ਕਰਨ ਦੀ ਬਖਸ਼ਿਸ਼ ਕਰਦਾ ਹੈ। ਮਹਾਰਾਜ ਜੀ ਫਰਮਾਉਂਦੇ ਗੁਰੂ ਨਾਨਕ ਸਾਹਿਬ ਕਿ ਉਹ ਜੀਵ ਪਾਤਸ਼ਾਹਾਂ ਦਾ ਪਾਤਸ਼ਾਹ ਹੈ। ਭਾਵ ਉਹ ਜਿਹੜਾ ਪੁਰਸ਼ ਹੈ ਨਾ, ਉਹਨੂੰ ਸਧਾਰਨ ਬੰਦਾ ਨਾ ਸਮਝੋ। ਉਹ ਨਾਮ ਦੇ ਪ੍ਰਤਾਪ ਕਰਕੇ ਲੋਕ ਪਰਲੋਕ ਵਿੱਚ ਮਹਾਨ ਪੁਰਸ਼ ਹੋ ਜਾਂਦਾ। ਇਸ ਪੌੜੀ ਵਿੱਚ ਮਹਾਰਾਜ ਨੇ ਉਪਦੇਸ਼ ਦਿੱਤਾ ਕਿ ਉਹ ਵਾਹਿਗੁਰੂ ਸਭ ਨੂੰ ਦਾਤਾਂ ਦਿੰਦਾ ਅਤੇ ਆਪਣੀਆਂ ਲੋੜਾਂ ਉਸ ਕੋਲੋਂ ਮੰਗੋ, ਉਹਦੀ ਸਿਫਤ ਸਲਾਹ ਕਰੋ। ਇਸ ਕਰਮ ਨਾਲ ਸਭ ਕਾਰਜ ਰਾਸ ਹੁੰਦੇ ਨੇ। ਫਿਰ 26ਵੀਂ ਪੌੜੀ 'ਚ ਹੁਣ ਪ੍ਰਸ਼ਨ ਕੀ ਹੈ? ਪਰਮਾਤਮਾ ਦੇ ਗੁਣ ਕਿੰਨੇ ਵੱਡੇ ਹੈ ਅਤੇ ਉਹਨਾਂ ਗੁਣਾਂ ਨੂੰ ਲੈਣ ਵਾਲੇ ਜਿਹੜੇ ਬੰਦਿਆਂ ਦੀ ਕੀ ਮਹਾਨਤਾ ਹੈ? ਇਸ ਦਾ ਉੱਤਰ ਦਿੰਦਿਆਂ ਫਰਮਾਉਂਦੇ ਹਨ, ਅਮੁੱਲ ਗੁਣ ਅਮੁੱਲ ਵਾਪਾਰ, ਅਮੁੱਲ ਵਾਪਾਰੀਏ ਅਮੁੱਲ ਭੰਡਾਰ। ਸੋ ਪਰਮੇਸ਼ਰ ਦੇ ਸਤ ਸੰਤੋਖ, ਖਿਮਾ ਅਤੇ ਦਇਆ ਆਦਿਕ ਜਿਹੜੇ ਨਾ ਗੁਣ ਅਮੋਲਕ ਹੈ। ਉਹਦਾ ਵਪਾਰ ਲੈਣ ਦੇਣ ਵੀ ਜਿਹੜਾ ਅਮੋਲਕ ਹੀ ਹੈ। ਸੋ ਉਸ ਵਾਹਿਗੁਰੂ ਦੇ ਵਪਾਰੀ ਜਿਹੜੇ ਭਗਤ ਲੋਕ ਨੇ ਉਹ ਵੀ ਅਮੋਲਕ ਹੈ ਅਤੇ ਉਹਦੇ ਭੰਡਾਰੇ ਜਿਹੜੇ ਖਜ਼ਾਨੇ ਉਹ ਵੀ ਅਮੋਲਕ ਹੈ। ਹਰ ਆਪ ਅਮੋਲਕ ਹੈ, ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੈ ਵਿਟੋ ਰਹੇ ਲੋਕ ਬਿਲ ਆਏ। ਇਸ ਕਰਕੇ ਉਹ ਅਮੁੱਲ ਦਾ ਕੋਈ ਅੰਤ ਹੀ ਨਹੀਂ ਪਰਮਾਤਮਾ ਦਾ। ਅਮੁੱਲ ਆਵਹਿ ਅਮੁੱਲ ਲੈ ਜਾਹੇ, ਅਮੁੱਲ ਭਾਏ ਅਮੁੱਲਾ ਸਮਾਹੇ। ਪਰਮੇਸ਼ਰ ਦੇ ਇਹਨਾਂ ਗੁਣਾਂ ਨੂੰ ਲੈਣ ਵਾਲੇ ਜਗਿਆਸੂ ਅਮੋਲਕ ਹੈ। ਧੰਨ ਆ ਉਹ ਗੁਰਮੁਖ ਜਿਹੜੇ ਨਾਮ ਲੈਂਦੇ ਨੇ, ਜੋ ਇਹਨਾਂ ਗੁਣਾਂ ਨੂੰ ਲੈਣ ਵਾਸਤੇ ਸੰਸਾਰ 'ਚ ਆਉਂਦੇ ਆ ਅਤੇ ਅਮੋਲਕ ਹਨ। ਉਹ ਜੀਵ ਜੋ ਇਹਨਾਂ ਗੁਣਾਂ ਨੂੰ ਲੈ ਕੇ ਜਾਂਦੇ ਉਹ ਵੀ ਅਮੋਲਕ ਨੇ। ਉਸ ਅਕਾਲ ਪੁਰਖ ਦਾ ਪ੍ਰੇਮ ਅਮੋਲਕ ਹੈ ਅਤੇ ਉਸ ਵਿੱਚ ਸਮਾਉਣ ਵਾਲੇ ਜਿਹੜੇ ਇਸ ਪ੍ਰੇਮ ਦਾ ਆਨੰਦ ਮਾਣਨ ਵਾਲੇ ਭਗਤ ਜਨ ਹੈ ਉਹ ਵੀ ਅਮੋਲਕ ਹਨ। ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁੱਲ ਅਮੁੱਲ ਪ੍ਰਵਾਨ। ਸੋ ਉਹਦਾ ਜਿਹੜਾ ਇਨਸਾਫ ਹੈ ਨਾ ਉਹ ਵੀ ਅਮੋਲਕ ਹੈ। ਉਹਦਾ ਦਰਬਾਰ ਜਿਹੜਾ ਸੋ ਕਚਹਿਰੀ ਵੀ ਅਮੋਲਕ ਹੈ। ਪ੍ਰਤੱਖ ਵੀ ਉਹਦਾ ਜਿਹੜਾ ਧਰਮ ਹੈ ਉਹ ਵੀ ਅਮੋਲਕ ਹੈ। ਇਹ ਉਹਦਾ ਧਰਮ ਹੈ ਕਿ ਉਹਨੇ ਵਾਹਿਗੁਰੂ ਅਕਾਲ ਪੁਰਖ ਨੇ ਸੱਚਾ ਨਿਆਂ ਕਰਨਾ ਅਤੇ ਜੇ ਕੋਈ ਮੰਗਾਂ ਮੰਗ ਲਏ ਫਿਰ ਉਹ ਵਾਹਿਗੁਰੂ ਕਿਰਪਾ ਵੀ ਕਰ ਦਿੰਦੇ ਨੇ। ਕਹਿੰਦੇ ਅਮੋਲਕ ਹੀ ਉਹਦੀ ਤੱਕੜੀ ਹੈ ਅਤੇ ਅਮੋਲਕ ਹੀ ਉਹਦੇ ਪ੍ਰਵਾਨ ਤੋਂ ਭਾਵ ਵੱਟੇ ਹੈ। ਮਹਾਰਾਜ ਫਰਮਾਉਂਦੇ ਨੇ, ਅਮੁੱਲ ਬਖਸ਼ੀਸ ਅਮੁੱਲ ਨੀਸਾਨ, ਅਮੁੱਲ ਕਰਮ ਅਮੁੱਲ ਫੁਰਮਾਨ। ਉਹਦੀਆਂ ਬਖਸ਼ਿਸ਼ਾਂ ਵੀ ਅਮੋਲਕ ਹੈ ਅਤੇ ਉਹਦੇ ਨਿਸ਼ਾਨ ਹੁੰਦੇ ਨੇ, ਪੌਣ ਪਾਣੀ ਧਰਤੀ ਆਕਾਸ਼ ਆਦਿਕ ਵੀ ਸਾਰਾ ਕੁਝ ਹੀ ਅਮੋਲਕ ਹੈ। ਫਿਰ ਉਹਦੀ ਕਿਰਪਾ ਅਮੋਲਕ ਹੈ ਅਤੇ ਉਹਦਾ ਹੁਕਮ ਵੀ ਅਮੋਲਕ ਹੈ। ਫੁਰਮਾਨ ਜਿਹੜਾ ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵ ਲਾਏ। ਪਰਮਾਤਮਾ ਦੀ ਹਰ ਇੱਕ ਦਾਤ ਅਮੋਲਕ ਹੈ ਜਿਹਦਾ ਕੋਈ ਮੁੱਲ ਨਹੀਂ ਕਿਹਾ ਜਾ ਸਕਦਾ।
ਉਹਦੇ ਗੁਣਾਂ ਦੀ ਵਡਿਆਈ ਕਹਿ ਕਹਿ ਕੇ ਬੇਅੰਤ ਜੀਵ ਉਹ 'ਚ ਫਿਰ ਲਿਵ ਲਾ ਲੈਂਦੇ। ਭਾਵ ਉਹਦੇ ਗੁਣਾਂ ਨੂੰ ਵੇਖ ਵੇਖ ਕੇ ਅਚਰਜ ਹੋਈ ਜਾਂਦੇ। ਹੌਲੀ ਹੌਲੀ ਧੰਨ ਹੈ ਵਾਹਿਗੁਰੂ, ਤੂੰ ਹੀ ਹੈ, ਤੂੰ ਹੀ ਕਰਦੇ ਕਰਦੇ ਉਹਦੇ ਵਿੱਚ ਲੀਨ ਹੀ ਹੋ ਜਾਂਦੇ ਨੇ। ਉਹ ਆਖੈ ਵੇਦ ਪਾਠ ਪੁਰਾਣ, ਆਖੈ ਪੜ੍ਹੇ ਕਰਹਿ ਵਖਿਆਣ। ਵੇਦਾਂ ਅਤੇ ਪੁਰਾਣਾਂ ਦੇ ਪਾਠ ਉਹਦੇ ਗੁਣਾਂ ਦਾ ਵਰਣਨ ਕਰ ਰਹੇ ਆ। ਅਨੇਕਾਂ ਜੀਵ ਵੇਦਾਂ ਪੁਰਾਣਾਂ ਦਾ ਪਾਠ ਕਰਕੇ ਵਾਹਿਗੁਰੂ ਦੇ ਗੁਣਾਂ ਦੀ ਵਿਆਖਿਆ ਕਰਦੇ ਆ। ਆਖੈ ਬਰਮੇ ਆਖੈ ਇੰਦ, ਆਖੈ ਗੋਪੀ ਤੈ ਗੋਵਿੰਦ। ਪਰਮਾਤਮਾ ਦੇ ਜਸ ਨੂੰ ਬ੍ਰਹਮਾ ਅਤੇ ਇੰਦਰ ਦੇਵਤਾ ਵੀ ਕਹਿੰਦੇ ਆ। ਗੋਪੀਆਂ ਅਤੇ ਕ੍ਰਿਸ਼ਨ ਵੀ ਉਸ ਵਾਹਿਗੁਰੂ ਦੀ ਮਹਿਮਾ ਨੂੰ ਕਰਦੇ ਆ। ਆਖੈ ਈਸਰ ਆਖੈ ਸਿੱਧ, ਆਖੈ ਕੇਤੇ ਕੀਤੇ ਬੁੱਧ। ਸੋ ਇਸ ਪ੍ਰਕਾਰ ਈਸ਼ਰ ਤੋਂ ਭਾਵ ਸ਼ਿਵ ਜੀ ਅਤੇ ਸਿੱਧ ਪੁਰਸ਼ ਉਹ ਪਰਮਾਤਮਾ ਦਾ ਜਸ ਕਰਦੇ ਆ। ਉਸ ਅਕਾਲ ਪੁਰਖ ਦੇ ਰਚੇ ਅਨੇਕਾਂ ਬੁੱਧ, ਸੋ ਬੁੱਧ ਧਰਮ ਵਾਲੇ, ਸੋ ਬੁੱਧ ਇਸੇ ਪ੍ਰਕਾਰ ਗ੍ਰਹਿ ਆਦਿਕ ਬੁੱਧੀਆਂ ਵਾਲੇ ਬੁੱਧੀ ਜਨ ਉਹਦੀ ਵਡਿਆਈ ਜਿਹੜੀ ਹੈ ਉਹ ਵਰਣਨ ਕਰਦੇ ਹਨ। ਆਖੈ ਦਾਨਵ ਆਖੈ ਦੇਵ, ਆਖੈ ਸੁਰ ਨਰ ਮੁਨ ਜਨ ਸੇਵ। ਉਹਦੇ ਜਸ ਨੂੰ ਦੈਂਤ ਅਤੇ ਦੇਵਤੇ ਵੀ ਕਹਿੰਦੇ ਆ। ਸ਼ੁਭ ਕਰਮ ਕਰਨ ਵਾਲੇ ਸ੍ਰੇਸ਼ਟ ਜਿਹੜੇ ਪੁਰਸ਼ ਹੁੰਦੇ ਨੇ ਅਤੇ ਮੁਨੀ ਜਨ ਅਤੇ ਸੇਵਾ ਕਰਨ ਵਾਲੇ ਸੇਵਕ ਉਹਦਾ ਜਸ ਕਰਦੇ ਹਨ। ਕੇਤੇ ਆਖੈ ਆਖਣ ਪਾਹੇ, ਕੇਤੇ ਕਹਿ ਕਹਿ ਉਠ ਉਠ ਜਾਹੇ। ਸੋ ਫਰਮਾਉਂਦੇ ਹਨ ਅੱਗੇ ਪਾਵਨ ਬਚਨ, ਉਹਦਾ ਜਸ ਕਈ ਕਹਿ ਰਹੇ ਨੇ, ਕਈ ਕਹਿਣ ਦਾ ਯਤਨ ਕਰਦੇ ਨੇ, ਕਈ ਉਸ ਵਾਹਿਗੁਰੂ ਬਾਰੇ ਕਹਿੰਦੇ ਕਹਿੰਦੇ ਉੱਠ ਕੇ ਤੁਰੀ ਜਾਂਦੇ, ਭਾਵ ਚੜ੍ਹਾਈਆਂ ਹੀ ਕਰ ਜਾਂਦੇ ਨੇ। ਏਤੇ ਕੀਤੇ ਹੋਰ ਕਰੇ, ਤਾਂ ਆਖ ਨਾ ਸਕਹਿ ਕੇਈ ਕੇਹ। ਹੁਣ ਮਹਾਰਾਜ ਫਰਮਾਉਂਦੇ ਨੇ ਜਿੰਨੇ ਜੀਵ ਵਾਹਿਗੁਰੂ ਨੇ ਪਹਿਲਾਂ ਪੈਦਾ ਕੀਤੇ ਸੀ ਅਤੇ ਜੇ ਇੰਨੇ ਹੋਰ ਪੈਦਾ ਕਰ ਦੇਵੇ ਤਾਂ ਵੀ ਕੋਈ ਇੱਕ ਉਹਦੇ ਜਸ ਨੂੰ ਵਰਣਨ ਨਹੀਂ ਕਰ ਸਕੇਗਾ। ਭਾਵੇਂ ਜਿੰਨੀ ਮਰਜ਼ੀ ਦੁਨੀਆ ਪੈਦਾ ਹੋਵੇ, ਉਹਦਾ ਜਸ ਕਰਨਾ ਬਹੁਤ ਔਖਾ ਹੈ ਪੂਰਨ ਰੂਪ ਦੇ ਵਿੱਚ। ਜੇ ਵਡ ਭਾਵੈ ਤੇ ਵਡ ਹੋਏ, ਨਾਨਕ ਜਾਣੈ ਸਾਚਾ ਸੋਏ। ਉਹ ਪਰਮਾਤਮਾ ਜਿੱਡਾ ਵੱਡਾ ਚਾਹੇ ਉਹ ਓਨਾ ਹੀ ਵੱਡਾ ਹੋ ਜਾਂਦਾ। ਸਤਿਗੁਰੂ ਜੀ ਕਥਨ ਕਰਦੇ ਹੈ ਕਿ ਉਹ ਅਕਾਲ ਪੁਰਖ ਆਪਣੇ ਬਾਰੇ ਆਪ ਹੀ ਜਾਣਦਾ ਕਿ ਉਹ ਕਿੱਡਾ ਕੁ ਵੱਡਾ। ਜੇ ਕੋ ਆਖੈ ਬੋਲ ਵਿਗਾੜੋ, ਤਾਂ ਲਿਖੀਐ ਸਿਰ ਗਾਵਾਰਾ ਗਾਵਾਰ। ਪਰ ਜੇ ਕੋਈ ਬੋਲ ਵਿਗਾੜ ਹੁੰਦਾ, ਮੂਰਖ ਆਦਮੀ ਇਹ ਕਹੇ ਕਿ ਮੈਂ ਜੀ ਉਹਦੇ ਬਾਰੇ ਸਭ ਕੁਝ ਜਾਣਦਾ, ਮੈਨੂੰ ਸਭ ਕੁਝ ਪਤਾ ਹੈ, ਤਾਂ ਉਸ ਮਨੁੱਖ ਨੂੰ ਮੂਰਖਾਂ ਦਾ ਵੱਡਾ ਮੂਰਖ ਲਿਖਿਆ ਜਾਂਦਾ। ਸੋ ਇਸ ਕਰਕੇ ਮੂਰਖਾਂ ਸਿਰ ਮੂਰਖ ਹੈ, ਜੇ ਮੰਨੈ ਨਾਹੀ ਨਾਉ। ਸੋ ਇਸ ਪੌੜੀ 'ਚ ਮਹਾਰਾਜ ਨੇ ਇਹ ਉਪਦੇਸ਼ ਕਰਦੇ ਕਿ ਪਰਮੇਸ਼ਰ ਜਿਹੜਾ ਅਮੋਲਕ ਹੈ, ਉਹਦੀਆਂ ਦਾਤਾਂ ਜਿਹੜੀਆਂ ਨੇ ਪੌਣ ਪਾਣੀ ਚੰਦ ਸੂਰਜ, ਉਹਦਾ ਕੋਈ ਮੁੱਲ ਨਹੀਂ। ਸਾਰੇ ਵੱਡੇ ਵੱਡੇ ਰਿਸ਼ੀ ਮੁਨੀ ਸਿੱਧ ਜੋਗੀ ਦੈਂਤ ਦੇਵਤੇ ਉਹਦੇ ਗੁਣਾਂ ਨੂੰ ਗਾਉਂਦੇ ਆ, ਪਰ ਫਿਰ ਵੀ ਕਿਸੇ ਨੇ ਉਹਦਾ ਅੰਤ ਨਹੀਂ ਪਾਇਆ ਹੈ। ਸੋ 27ਵੀਂ ਪੌੜੀ ਦੇ ਵਿੱਚ ਅੱਗੇ ਬਖਸ਼ਿਸ਼ ਕਰ ਰਹੇ ਨੇ, ਉਹ ਅਕਾਲ ਪੁਰਖ ਦਾ ਦਰ ਕੈਸਾ, ਉਹਦਾ ਘਰ ਕੈਸਾ ਹੈ। ਸੋ ਦਰ ਕੇਹਾ ਸੋ ਘਰ ਕੇਹਾ, ਜਿਤ ਬਹਿ ਸਰਬ ਸੰਭਾਲੇ। ਵਾਹਿਗੁਰੂ ਦਾ ਉਹ ਦਰਵਾਜ਼ਾ ਅਤੇ ਉਹ ਘਰ ਟਿਕਾਣਾ ਕਿਹੋ ਜਿਹਾ, ਜਿੱਥੇ ਬਹਿ ਕੇ ਉਹ ਸਾਰੇ ਜੀਵਾਂ ਦੀ ਜਿਹੜੀ ਹੈ ਜੋ ਸੰਭਾਲ ਕਰਦਾ ਹੈ। ਵਾਜੇ ਨਾਦ ਅਨੇਕ ਅਸੰਖਾ, ਕੇਤੇ ਵਾਵਣ ਹਾਰੇ। ਉਹਦੇ ਦਰਵਾਜ਼ੇ 'ਤੇ ਅਨੇਕ ਤਰ੍ਹਾਂ ਦੇ ਵਾਜਿਆਂ ਦੇ ਨਾਦ ਭਾਵ ਸ਼ਬਦ ਹੋ ਰਹੇ ਆ, ਅਤੇ ਕਈ ਉਹਨਾਂ ਵਾਜਿਆਂ ਦੇ ਵਜਾਉਣ ਵਾਲੇ, ਅੱਗੇ ਕਿਤਨੇ ਹੀ ਵਜਾਉਣ ਵਾਲੇ ਵੀ ਬੈਠੇ ਨੇ। ਕੇਤੇ ਰਾਗ ਭਰੀ ਸਿਉ ਕਹੀਅਨ, ਕੇਤੇ ਗਾਵਣ ਹਾਰੇ। ਕਈ ਰਾਗ ਅਤੇ ਰਾਗਣੀਆਂ ਗਾਈਆਂ ਜਾ ਰਹੀਆਂ, ਅਨੇਕਾਂ ਹੀ ਉਹਨਾਂ ਦੇ ਰਾਗਾਂ ਨੂੰ ਗਾਉਣ ਵਾਲੇ ਅੱਗੇ ਬੈਠੇ ਆ, ਉਹ ਗਾ ਰਹੇ ਰਾਗਾਂ ਨੂੰ। ਗਾਵੈ ਤੁਹਨੋ ਪੌਣ ਪਾਣੀ ਬੈ ਸੰਤਰ, ਗਾਵੈ ਰਾਜਾ ਧਰਮ ਦੁਆਰੇ। ਉਹ ਵਾਹਿਗੁਰੂ ਨੂੰ ਪੌਣ ਪਾਣੀ ਅਤੇ ਅਗਨੀ ਸਾਰੇ ਗਾਉਂਦੇ ਆ। ਬੈਸੰਤਰ ਤੋਂ ਭਾਵ ਅੱਗ ਗਾਉਂਦੀ ਹੈ, ਅਗਨੀ ਦੇਵਤਾ ਗਾਉਂਦਾ, ਅਤੇ ਉਹਦੇ ਦੁਆਰ 'ਤੇ ਖੜ੍ਹਾ ਧਰਮਰਾਜ ਵੀ ਉਹਦੇ ਗੁਣਾਂ ਨੂੰ ਗਾ ਰਿਹਾ। ਗਾਵੈ ਚਿੱਤ ਗੁਪਤ ਲਿਖ ਜਾਣ ਹੈ, ਲਿਖ ਲਿਖ ਧਰਮ ਵਿਚਾਰੇ। ਉਹਦੇ ਜਸ ਨੂੰ ਚਿੱਤਰ ਅਤੇ ਗੁਪਤ ਵੀ ਗਾਉਂਦੇ ਆ, ਜਿਹੜੇ ਕਿ ਜੀਵਾਂ ਦੇ ਹਰ ਕਰਮ ਨੂੰ ਲਿਖ ਲਿਖ ਕੇ ਫਿਰ ਉਹਨਾਂ ਦੇ ਧਰਮ ਹੁੰਦਾ, ਪਾਪਾਂ ਪੁੰਨਾਂ ਦੇ ਕਰਮ ਫਲ ਨੂੰ ਫਿਰ ਵਿਚਾਰਦੇ ਆ। ਧਰਮਰਾਜ ਇਹਨੂੰ ਇਹੀ ਜਾ ਕੇ ਦੱਸਦੇ ਆ ਸਾਰਾ ਕੁਛ, ਫਿਰ ਉਹ
ਲਿਖੇ ਹੋਏ ਨੂੰ ਧਰਮ ਰਾਜਾ ਵਿਚਾਰਦਾ। ਗਾਵਹਿ ਈਸ਼ਰ ਬਰਮਾ ਦੇਵੀ ਸੋਹਨ ਸਦਾ ਸਵਾਰੇ। ਫਿਰ ਸ਼ਿਵ ਜੀ, ਬ੍ਰਹਮਾ ਤੇ ਦੇਵੀਆਂ ਗਾਉਂਦੀਆਂ, ਜੋ ਵਾਹਿਗੁਰੂ ਦੇ ਸਾਜੇ ਹੋਏ ਆਪੋ ਆਪਣੀ ਥਾਂ ਤੇ ਸਾਰੇ ਸ਼ੋਭਨੀਕ ਹੋ ਰਹੇ ਹਨ। ਗਾਵਹਿ ਇੰਦ ਇਦਾਸਨ ਬੈਠੇ ਦੇਵਤਿਆਂ ਦਰ ਨਾਲੇ। ਦੇਵਤਿਆਂ ਦਾ ਰਾਜਾ ਇੰਦਰ ਆਪਣੇ ਸਿੰਘਾਸਣ ਤੇ ਬੈਠਾ ਸਾਰੇ ਦੇਵਤਿਆਂ ਸਣੇ ਵਾਹਿਗੁਰੂ ਦੇ ਗੁਣ ਗਾ ਰਿਹਾ ਹੈ। ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ। ਸੋ ਸਮਾਧੀਆਂ ਵਿੱਚ ਬੈਠੇ ਸਿੱਧ ਵਾਹਿਗੁਰੂ ਦਾ ਜਸ ਗਾ ਰਹੇ ਨੇ ਤੇ ਸਾਧੂ ਜਿਹੜੇ ਨੇ ਵਿਚਾਰ ਵਿੱਚ ਲੀਨ ਹੋਏ ਉਹਦੇ ਜਸ ਦਾ ਗਾਇਨ ਕਰ ਰਹੇ ਨੇ। ਵਿਚਾਰੇ ਜਿਹੜੇ ਗਰੀਬੜੇ ਜਿਹੇ ਸਾਧ ਨੇ, ਭਾਵ ਸਾਰੇ ਹੀ ਉਹਦਾ ਜਸ ਪਰਮੇਸ਼ਰ ਦਾ ਗਾਉਣ ਲੱਗੇ ਹੋਏ ਨੇ। ਹਰ ਕੋਈ ਉਹਦਾ ਪਰਮਾਤਮਾ ਦਾ ਕਹਿੰਦੇ ਜਸ ਗਾ ਰਿਹਾ, ਤੁਸੀਂ ਵੀ ਗਾਓ। ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ। ਹੁਣ ਫਰਮਾਉਂਦੇ ਹਨ ਕਿ ਜਿਹੜੇ ਨੇ ਜੋ ਜਤੀ ਬ੍ਰਹਮਚਾਰੀ ਸਤੀ, ਜਿਹੜੇ ਸੱਤਵਾਦੀ ਹੈ, ਸੰਤੋਖੀ ਤੇ ਬੜੇ ਲੜਾਕੇ ਯੋਧੇ ਵੀ ਉਹ ਵਡਿਆਈ ਕਰ ਰਹੇ ਉਹਦੀ। ਗਾਵਨ ਪੰਡਿਤ ਪੜ੍ਹਨ ਰਖੀਸਰ ਜੁਗ ਜੁਗ ਵੇਦਾ ਨਾਲੇ। ਚੌਹਾਂ ਯੁੱਗਾਂ ਵਿੱਚ ਵੇਦਾਂ ਨੂੰ ਪੜ੍ਹਨ ਵਾਲੇ ਪੰਡਿਤ ਤੇ ਵੱਡੇ ਵੱਡੇ ਰਿਸ਼ੀ ਮੁਨੀ ਵੀ ਉਹ ਵਾਹਿਗੁਰੂ ਦਾ ਜਸ ਗਾਉਂਦੇ ਆ। ਗਾਵਹਿ ਮੋਹਣੀਆ ਮਨ ਮੋਹਨ ਸੁਰਗਾ ਮਛ ਪਿਆਲੇ। ਸਵਰਗ ਲੋਕ, ਮਾਤ ਲੋਕ ਤੇ ਪਤਾਲ ਲੋਕ ਦੀਆਂ ਜਿਹੜੀਆਂ ਮਨ ਨੂੰ ਮੋਹ ਲੈਣ ਵਾਲੀਆਂ ਮੋਹਣੀਆਂ ਨੇ, ਭਾਵ ਇਸਤਰੀਆਂ ਉੱਥੇ ਦੀਆਂ ਮੋਹਣੀਆਂ ਹੁੰਦੀਆਂ, ਉਹ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦੀਆਂ ਨੇ, ਕਿਉਂਕਿ ਉਹਨਾਂ ਨੂੰ ਵੀ ਜਿਹੜਾ ਮੋਹਣਪੁਣਾ ਮਿਲਿਆ, ਸੁੰਦਰਤਾ ਮਿਲੀ ਹੈ, ਉਹ ਵੀ ਪਰਮੇਸ਼ਰ ਨੇ ਦਿੱਤੀ ਆ ਉਹਨਾਂ ਨੂੰ। ਗਾਵਨ ਰਤਨੋ ਪਾਏ ਤੇਰੇ 68 ਤੀਰਥ ਨਾਲੇ। ਉਹ ਵਾਹਿਗੁਰੂ ਦੇ ਪੈਦਾ ਕੀਤੇ ਜਿਹੜੇ 14 ਰਤਨ ਹੈ, 68 ਪ੍ਰਸਿੱਧ ਤੀਰਥ, ਉਹ ਤੀਰਥਾਂ ਸਹਿਤ ਉਹ ਗਾ ਰਹੇ ਮਿਲ ਕੇ ਸਾਰੇ ਜਾਣੇ ਉਹਨੂੰ। ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ। ਬੜੇ ਬੜੇ ਜਿਹੜੇ ਵੱਡੇ ਵੱਡੇ ਯੋਧੇ ਤੇ ਬਲਵਾਨ ਹੈ, ਸੂਰਮੇ ਅਤੇ ਫਿਰ ਚੌਹਾਂ ਖਾਣੀਆਂ ਦੇ ਜੀਵ ਜੰਤ ਹੈ, ਉਸ ਅਕਾਲ ਪੁਰਖ ਦਾ ਜਸ ਗਾ ਰਹੇ ਹਨ। ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ। 9 ਖੰਡ 7 ਦੀਪ ਤੇ ਅਨੇਕਾਂ ਬ੍ਰਹਿਮੰਡ, ਸੋ ਜਿਹੜੇ ਕਿ ਪਰਮੇਸ਼ਰ ਨੇ ਬਣਾ ਕੇ ਆਪਣੀ ਸ਼ਕਤੀ ਨਾਲ ਆਪੋ ਆਪਣੀ ਥਾਂ ਰੱਖੇ ਹੋਏ ਨੇ, ਉਹ ਵੀ ਉਸ ਈਸ਼ਵਰ ਦਾ ਜਿਹੜਾ ਜਸ ਹੈ ਉਹਨੂੰ ਗਾ ਰਹੇ ਹਨ। ਸੇਈ ਤੁਧ ਨੋ ਗਾਵਹਿ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ। ਸੋ ਇਸ ਤਰ੍ਹਾਂ ਬਚਨ ਫਰਮਾਉਂਦੇ ਹਨ ਬਈ ਕਿ ਹੇ ਵਾਹਿਗੁਰੂ, ਤੈਨੂੰ ਉਹੀ ਗਾਉਂਦੇ ਆ ਜੋ ਤੈਨੂੰ ਚੰਗੇ ਲੱਗਦੇ। ਤੇਰੇ ਭਗਤ ਤਾਂ ਤੇਰੇ ਪ੍ਰੇਮ ਦੇ ਰਸ ਵਿੱਚ ਰੰਗੇ ਹੋਏ ਹਨ। ਹੋਰ ਕੇਤੇ ਗਾਵਨ ਸੇ ਮੈਂ ਚਿੱਤ ਨ ਆਵਨ ਨਾਨਕ ਕਿਆ ਵਿਚਾਰੇ। ਹੋਰ ਅਨੇਕਾਂ ਜੀਵ ਤੈਨੂੰ ਗਾ ਰਹੇ ਆ ਜੋ ਮੈਨੂੰ ਯਾਦ ਹੀ ਨਹੀਂ ਆਉਂਦੇ। ਮਹਾਰਾਜ ਕਹਿੰਦੇ ਮੈਂ ਵਿਚਾਰਾ ਉਹਨਾਂ ਦੀ ਕੀ ਵਿਚਾਰ ਕਰ ਸਕਦਾ ਹਾਂ। ਸਤਿਗੁਰੂ ਮਹਾਰਾਜ ਆਪਣੀ ਇੱਥੇ ਸਤਿਗੁਰੂ ਜੀ ਨਿਮਰਤਾ ਜਣਾਉਂਦੇ ਹਨ, ਬਹੁਤ ਜਾਣਦੇ ਸਭ ਕੁਛ ਨੇ। ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ। ਉਹ ਵਾਹਿਗੁਰੂ ਜਿਹੜਾ ਹੈ ਨਾ, ਉਹ ਸਦੀਵ ਕਾਲ ਸੱਚਾ ਹੈ ਤੇ ਉਹ ਸੱਚੇ ਦੀ ਜਿਹੜੀ ਵਡਿਆਈ ਮਹਿਮਾ ਵੀ ਅਕਾਲ ਪੁਰਖ ਦੀ ਸੱਚੀ ਹੋਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਹਨੇ ਰਚਾਈ। ਸੋ ਇਸ ਤਰ੍ਹਾਂ ਫਰਮਾਉਂਦੇ ਪਾਵਨ ਬਚਨ, ਉਹ ਸੱਚਾ ਵਾਹਿਗੁਰੂ ਪਹਿਲਾਂ ਵੀ ਸੀ, ਹੁਣ ਵੀ ਹੈ ਤੇ ਅੱਗੋਂ ਵੀ ਹੋਵੇਗਾ। ਉਹ ਨਾ ਜੰਮਦਾ ਤੇ ਨਾ ਹੀ ਮਰਦਾ, ਜਿਹਨੇ ਸਾਰੀ ਰਚਨਾ ਰਚਾਈ ਹੈ ਅਕਾਲ ਪੁਰਖ ਜੀ ਨੇ। ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ। ਸੋ ਇਸ ਪ੍ਰਕਾਰ ਪਾਵਨ ਬਚਨ ਫਰਮਾਉਂਦੇ ਆਪਣੀ ਮਾਇਆ ਸ਼ਕਤੀ ਨਾਲ ਉਸ ਵਾਹਿਗੁਰੂ ਨੇ ਇਹ ਕਈ ਰੰਗਾਂ ਰੰਗਾਂ ਦੀ ਜਿਹੜੀ ਹੈ ਤਾਂ ਕਈ ਕਿਸਮਾਂ ਦੀ ਸ੍ਰਿਸ਼ਟੀ ਰਚੀ ਹੋਈ ਹੈ। ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ। ਉਹ ਆਪਣੀ ਇਹ ਸਾਰੀ ਰਚਨਾ ਜਿਹੜੀ ਕੁਦਰਤ ਹੈ, ਕੁਦਰਤ ਨੂੰ ਬਣਾ ਬਣਾ ਕੇ ਵੇਖਦਾ, ਜਿਸ ਤਰ੍ਹਾਂ ਕਿ ਉਹਦੀ ਵਡਿਆਈ ਤੋਂ ਭਾਵ ਹੁੰਦੀ ਇੱਛਾ। ਇੱਛਾ ਮੁਤਾਬਕ ਉਹ ਸਾਰਾ ਕੁਝ ਬਣਾ ਕੇ ਦੇਖਦਾ। ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ। ਸੋ ਇਸ ਤਰ੍ਹਾਂ ਪਾਵਨ ਬਚਨ ਫਰਮਾਉਂਦੇ ਆ ਜਿਹੜੀ ਗੱਲ ਉਹਨੂੰ ਚੰਗੀ ਲੱਗਦੀ ਹੈ ਉਹ ਕਰਦਾ, ਫਿਰ ਕੋਈ ਉਹਦੇ ਵਾਹਿਗੁਰੂ ਦੇ ਅੱਗੇ ਹੁਕਮ ਨਹੀਂ ਕਰ ਸਕਦਾ, ਕਿਉਂਕਿ ਤੂੰ ਇਸ ਤਰ੍ਹਾਂ ਕਰੋ, ਤੁਸੀਂ ਇਸ ਤਰ੍ਹਾਂ ਕਰੋ।
ਉਹ ਅਕਾਲ ਪੁਰਖ ਦੀ ਆਪਣੀ ਮਰਜ਼ੀ ਹੁੰਦੀ ਹੈ। ਸੋ ਪਾਤ ਸਾਹੁ ਸਾਹਾ ਪਾਤ ਸਾਹਿਬ, ਨਾਨਕ ਰਹਿਣ ਰਜਾਈ। ਉਹ ਸੱਚਾ ਪਾਤਸ਼ਾਹ ਪਾਤਸ਼ਾਹਾਂ ਦਾ ਪਾਤਸ਼ਾਹ ਹੈ। ਸਤਿਗੁਰੂ ਜੀ ਮਹਾਰਾਜ ਕਥਨ ਕਰਦੇ ਆ ਕਿ ਉਹਦੀ ਰਜਾ ਜਿਹੜੀ ਹੁਕਮ ਵਿੱਚ ਰਹਿਣਾ ਹੀ ਚੰਗਾ ਭਾਈ, ਉਹਦੇ ਹੁਕਮ ਤੋਂ ਬਾਹਰ ਨਹੀਂ ਜਾਣਾ। ਹੁਣ ਇਸ ਪ੍ਰਕਾਰ ਅੱਗੇ ਸਿੱਧਾਂ ਨਾਲ ਜਿਹੜੀ ਚਰਚਾ ਹੋਈ ਹੈ, ਤੋ ਜਾਂ ਜੋਗੀ ਕਹਿੰਦੇ ਤੁਸੀਂ ਸਾਡੇ ਭੇਖ 'ਚ ਆ ਜਾਓ, ਸਾਡੇ ਮੁੰਦਰਾਂ ਪਾ ਲਓ, ਇਸ ਝੋਲੀ ਪਾ ਲਓ, ਵਿਭੂਤੀ ਮਲ ਲਓ, ਖਿੰਥਾ ਪਾ ਲਓ, ਇੱਕ ਹੱਥ 'ਚ ਡੰਡਾ ਫੜ ਲਓ, ਇਸ ਤਰ੍ਹਾਂ ਫਿਰ ਆਈ ਪੰਥ ਹੈ ਸਾਡਾ ਉਹ ਗ੍ਰਹਿਣ ਕਰ ਲਓ। ਅਤੇ ਜੋਗੀ ਆਦੇਸ਼ ਬੋਲਦੇ ਆ, ਇੱਕ ਦੂਜੇ ਨੂੰ ਨਮਸਕਾਰਾਂ ਕਰਦੇ ਆ। ਅਤੇ ਇਹ ਸਾਰੀਆਂ ਪੌੜੀਆਂ ਫਿਰ ਉਹਨਾਂ ਪ੍ਰਤੀ ਉਚਾਰਨ ਕੀਤੀਆਂ ਹਨ। ਮੁੰਦਾ ਸੰਤੋਖ ਸਰਮ ਪਤ ਝੋਲੀ, ਧਿਆਨ ਕੀ ਕਰਹਿ ਵਿਭੂਤ। ਇਹ ਸਿੱਧੋ ਸੁਣੋ, ਅਸੀਂ ਸਬਰ ਸੰਤੋਖ ਦੀਆਂ ਕੰਨਾਂ ਵਿੱਚ ਮੁੰਦਰਾਂ ਪਾਈਆਂ ਹੋਈਆਂ ਨੇ, ਉਦਮ ਤੇ ਮਿਹਨਤ ਦੀ ਚਿੱਪੀ ਤੇ ਝੋਲੀ ਬਣਾਈ ਹੋਈ ਹੈ। ਇਸ ਪ੍ਰਕਾਰ ਤਾਂ ਧਿਆਨ ਕੀ ਕਰਹਿ ਵਿਭੂਤ, ਪਰਮੇਸ਼ਰ ਦੇ ਧਿਆਨ ਦੀ ਵਿਭੂਤੀ ਜਿਹੜੀ ਸੁਆਹ ਹੈ ਉਹ ਆਪਣੇ ਸਰੀਰ 'ਤੇ ਮਲੀ ਹੋਈ ਹੈ। ਇਸ ਤਰ੍ਹਾਂ ਫਰਮਾਉਂਦੇ ਹਨ ਪਾਵਨ ਬਚਨ, ਕਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ। ਇਹ ਦੇਹੀ ਜੋ ਕਾਲ ਦੀ ਗ੍ਰਾਹੀ ਹੈ, ਪਾਪ ਬੁਰਕੀ ਹੈ, ਇਹ ਸਾਡੀ ਕਫਣੀ ਹੈ। ਪਰਮੇਸ਼ਰ ਵਿੱਚ ਨਿਸ਼ਚੇ ਨਾਲ ਜੁੜਨਾ ਜਿਹੜਾ ਹੈ ਇਹ ਸਾਡਾ ਡੰਡਾ, ਜਿਵੇਂ ਡੰਡਾ ਸਿੱਧਾ ਹੁੰਦਾ ਹੈ ਇਸ ਤਰ੍ਹਾਂ ਸਾਡਾ ਨਿਸ਼ਚਾ ਪਰਪੱਕਤਾ ਵਾਲਾ ਸਿੱਧਾ ਹੈ ਪਰਮੇਸ਼ਰ ਪ੍ਰਤੀ। ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ। ਸਭ ਜੀਵਾਂ ਨੂੰ ਅਸੀਂ ਆਪਣੇ ਸਮਾਨ ਸਮਝਦੇ ਹਾਂ, ਇਹੋ ਸਾਡਾ ਪੰਥ ਹੈ। ਸਾਰਿਆਂ ਵਿੱਚ ਜਿਹੜੀ ਜੋਤ ਆਈ ਹੋਈ ਹੈ ਇਹੀ ਸਾਡੀ ਇੱਕ ਧਰਮ ਹੈ ਸਾਡਾ, ਅਤੇ ਇਹੋ ਸਾਡਾ ਪੰਥ ਹੈ। ਮਨ ਨੂੰ ਜਿੱਤਣਾ ਹੀ ਜਗਤ ਨੂੰ ਜਿੱਤਣਾ ਹੈ। ਜਿਹਨੇ ਆਪਣਾ ਮਨ ਜਿੱਤ ਲਿਆ, ਮਾਨੋ ਉਹਨੇ ਸਾਰਾ ਜੱਗ ਜਿੱਤ ਲਿਆ। ਆਦੇਸ਼ ਤਿਸੈ ਆਦੇਸ਼, ਸਿੱਧ ਕਹਿੰਦੇ ਜੀ ਆਦੇਸ਼ ਨਮਸਕਾਰ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਨਮਸਕਾਰ ਕਰਨੀ ਤਾਂ ਤਿਸੈ ਆਦੇਸ਼, ਕਹਿੰਦੇ ਉਸੇ ਨੂੰ ਨਮਸਕਾਰ ਕਰੋ। ਕਿਹਨੂੰ ਕਰੀਏ ਜੀ? ਕਹਿੰਦੇ ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਸੋ ਇਸ ਪ੍ਰਕਾਰ ਕਹਿੰਦੇ ਹਨ ਨਮਸਕਾਰ ਹੈ ਉਹਨੂੰ, ਨਮਸਕਾਰ ਹੈ ਜੋ ਸਭ ਤੋਂ ਮੁੱਢ ਰੂਪ ਹੈ ਆਦ। ਸੋ ਆਦ ਕਾਲ ਤੋਂ ਹੀ ਲੈ ਕੇ ਪਤਾ ਨਹੀਂ ਕਦੋਂ ਕਦਾ ਵਾਹਿਗੁਰੂ। ਅਨੀਲ ਹੁੰਦਾ ਗਿਣਤੀ ਤੋਂ ਰਹਿਤ ਹੈ, ਅਨਾਦ ਹੁੰਦਾ ਅਨ ਆਦ, ਆਦ ਤੋਂ ਰਹਿਤ ਨਾਸ ਤੋਂ ਰਹਿਤ ਹੈ। ਇਸ ਪ੍ਰਕਾਰ ਅਨਾਹਤ ਜਿਹੜਾ ਹੈ ਸੋ ਇਸੇ ਤਰ੍ਹਾਂ ਉਹ ਅਕਾਲ ਪੁਰਖ ਵਾਹਿਗੁਰੂ ਜੋ ਹੈ ਅਨਾਹਤ ਹੁੰਦਾ, ਨਾਸ ਤੋਂ ਰਹਿਤ ਹੈ। ਇਸੇ ਪ੍ਰਕਾਰ ਜੁਗ ਜੁਗ ਏਕੋ ਵੇਸ, ਫਿਰ ਜੋ ਸਭ ਯੁੱਗਾਂ ਦੇ ਵਿੱਚ ਇੱਕੋ ਰੂਪ ਵਿੱਚ ਰਹਿੰਦਾ, ਉਹਦਾ ਇੱਕੋ ਹੀ ਵੇਸ ਹੈ, ਕਦੇ ਉਹ ਨਾਸ ਨਹੀਂ ਹੁੰਦਾ, ਕਦੇ ਰੂਪ ਨਹੀਂ ਬਦਲਦਾ। ਇੱਥੇ ਇਨਸਾਨ ਜੰਮਦਾ, ਬਚਪਨ, ਬੁਢੇਪਾ, ਜਵਾਨੀ, ਕਿਸ਼ੋਰ ਅਵਸਥਾ, ਸਾਰਾ ਕੁਛ ਆਉਂਦਾ, ਮੌਤ ਆਉਂਦੀ ਹੈ। ਸੋ ਹੁਣ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਧਾਰਨ ਕੀਤੇ ਚਿੰਨ੍ਹਾਂ ਬਾਰੇ ਹੋਰ ਵਰਣਨ ਕਰਦੇ ਨੇ। ਕਹਿੰਦੇ ਫਿਰ ਤੁਸੀਂ ਭੁਗਤ ਖਾਇਆ ਕਰੋ, ਭੋਜਨ ਸਾਡਾ ਭੰਡਾਰਨ ਬਣਾਈ ਹੋਈ ਹੈ। ਇਸੇ ਪ੍ਰਕਾਰ ਨਾਦ ਹੁੰਦਾ ਸਾਡੇ ਕੋਲ, ਸੰਖ, ਤਾਂ ਸਾਰਾ ਕੁਛ ਜਿਹੜਾ ਹੈ ਸਿੱਧਾਂ ਦਾ ਸਤਿਗੁਰੂ ਮਹਾਰਾਜ ਦੱਸਣਗੇ। ਭੁਗਤ ਗਿਆਨ ਦਇਆ ਭੰਡਾਰਨ, ਘਟ ਘਟ ਵਾਜਹਿ ਨਾਦ। ਇਹ ਸਿੱਧੋ ਸਾਡਾ ਭੋਜਨ ਗਿਆਨ ਹੈ। ਸਾਡੀ ਜਿਹੜੀ ਵਰਤਾਉਣ ਵਾਲੀ ਕੌਣ ਹੈ? ਤੁਸੀਂ ਇੱਕ ਮਾਈ ਰੱਖੀ ਹੁੰਦੀ ਵਰਤਾਉਣ ਨੂੰ, ਸਾਡੇ ਕੋਲ ਦਇਆ ਹੈ। ਦਇਆ ਭੰਡਾਰਨ, ਘਟ ਘਟ ਵਾਜਹਿ ਨਾਦ। ਅਸੀਂ ਹਰ ਇੱਕ ਹਿਰਦੇ ਵਿੱਚ ਜੋ ਵਾਹਿਗੁਰੂ ਨੂੰ ਵਸਦਾ ਜਾਣਦੇ ਹਾਂ, ਇਹ ਸਾਡਾ ਸੰਖ ਵੱਜਦਾ ਹੈ। ਆਪ ਨਾਥ ਨਾਥੀ ਸਭ ਜਾ ਕੀ, ਰਿੱਧ ਸਿੱਧ ਅਵਰਾ ਸਾਧ। ਸਾਡਾ ਨਾਥ ਮਾਲਕ ਵਾਹਿਗੁਰੂ ਆਪ ਹੈ, ਜਿਹਨੇ ਸਾਰੀ ਸ੍ਰਿਸ਼ਟੀ ਨੂੰ ਆਪਣੀ ਸ਼ਕਤੀ ਨਾਲ ਕਾਬੂ ਕੀਤਾ ਹੋਇਆ। ਅਤੇ ਰਿੱਧੀਆਂ ਸਿੱਧੀਆਂ ਪ੍ਰਾਪਤ ਕਰਨ ਲਈ ਤੁਸੀਂ ਜਿਹੜੇ ਯਤਨ ਕਰਦੇ ਹੋ, ਸਾਡੇ ਲਈ ਇਹਨਾਂ ਦਾ ਸਵਾਦ ਜਿਹੜਾ ਹੈ ਅਵਰਾ ਸਾਧ, ਹੋਰ ਹੀ ਸਵਾਦ ਹੈ ਇਹਨਾਂ ਦਾ, ਬੇਅਰਥ ਨਾਮ ਤੋਂ ਬਾਹਰਲਾ ਹੀ ਸਵਾਦ ਹੈ। ਵਿਖੇ ਬਨ ਫੀਕਾ ਤੇ ਆਗ ਨਹੀਂ ਸਕੀ। ਇਸ ਕਰਕੇ ਇਹਨਾਂ ਦਾ ਸਵਾਦ ਨਾਮ ਦੇ ਸਾਹਮਣੇ ਤਾਂ ਫਿੱਕਾ ਹੀ ਪੈ ਜਾਂਦਾ ਹੈ। ਸੰਜੋਗ ਵਿਜੋਗ ਦੋਏ ਕਾਰ ਚਲਾਵ ਹੈ, ਲੇਖੇ ਆਵ ਹੈ ਭਾਗ। ਸੋ ਇਸ ਤਰ੍ਹਾਂ ਅੱਗੇ ਪਾਵਨ ਬਚਨ ਫਰਮਾਉਂਦੇ, ਸੰਜੋਗ ਮਿਲਣਾ ਅਤੇ ਵਿਜੋਗ ਹੁੰਦਾ ਵਿਛੜਨਾ, ਇਹ ਦੋਵੇਂ ਸਾਡੀ ਕਾਰ ਕਰਨ ਵਾਲੇ ਨੇ। ਅਤੇ ਸਾਡੇ ਕਰਮਾਂ ਅਨੁਸਾਰ ਜੋ ਸਾਡਾ ਹਿੱਸਾ ਹੁੰਦਾ ਉਹ ਸਾਨੂੰ ਆਪੇ ਹੀ ਮਿਲ ਜਾਂਦਾ ਹੈ। ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ,
ਜੁਗ ਜੁਗ ਏਕੋ ਵੇਸ। ਸੋ ਇਸ ਪ੍ਰਕਾਰ ਪਾਵਨ ਬਚਨ ਫਰਮਾਉਂਦੇ ਆ, ਨਮਸਕਾਰ ਹੈ ਉਹਨੂੰ, ਨਮਸਕਾਰ ਹੈ ਜੋ ਸਭ ਦਾ ਮੁੱਢ ਹੈ, ਗਿਣਤੀ ਤੋਂ ਰਹਿਤ ਹੈ, ਆਦ ਰਹਿਤ ਹੈ ਤੇ ਨਾਸ ਰਹਿਤ ਹੈ, ਜੋ ਸਭ ਯੁੱਗਾਂ ਵਿੱਚ ਇੱਕੋ ਰੂਪ ਦੇ ਵਿੱਚ ਰਹਿੰਦਾ, ਜਿਹਦਾ ਜੁਗ ਜੁਗ ਇੱਕੋ ਵੇਸ ਹੀ ਹੁੰਦਾ, ਉਹ ਬਦਲਦਾ ਨਹੀਂ ਵੇਸ ਆਪਣਾ। ਸੋ ਇਸ ਤਰ੍ਹਾਂ ਫਿਰ ਅੱਗੇ ਸਿੱਧਾਂ ਦੀ ਜਿਹੜੀ ਟੋਲੀ, ਉਹਨਾਂ 'ਚੋਂ ਇੱਕ ਸਿੱਧ ਨੇ ਪ੍ਰਸ਼ਨ ਕੀਤਾ ਕਿ ਮਹਾਰਾਜ ਜੀ ਤੁਸੀਂ ਸ੍ਰਿਸ਼ਟੀ ਦੀ ਉਤਪਤੀ ਬਾਰੇ ਕੀ ਵਿਚਾਰ ਰੱਖਦੇ ਹੋ, ਕਦੋਂ ਹੋਈ ਹੈ? ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਣ। ਸਤਿਗੁਰੂ ਜਵਾਬ ਦਿੰਦਿਆਂ ਫਰਮਾਉਂਦੇ ਆ ਕਿ ਇੱਕ ਬ੍ਰਾਹਮਣ ਦੇ ਸੰਯੋਗ ਨਾਲ ਜਦੋਂ ਮਾਇਆ ਪ੍ਰਸੂਤਾ ਭਾਵ ਨੂੰ ਪ੍ਰਾਪਤ ਹੋਈ ਨਾ, ਤਾਂ ਉਸ ਤੋਂ ਫਿਰ ਤਿੰਨ ਚੇਲੇ ਜਿਹੜੇ ਸੀਗੇ ਬ੍ਰਹਮਾ ਵਿਸ਼ਨੂੰ ਮਹੇਸ਼, ਇਹ ਪ੍ਰਗਟ ਹੋਏ ਨੇ। ਰਜੋ ਗੁਣ ਤਮੋ ਗੁਣ ਸਤੋ ਗੁਣ ਵੀ ਭਾਵ ਉਹ ਤੋਂ ਪ੍ਰਗਟ ਹੋਏ ਨੇ। ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ। ਉਹਨਾਂ ਤਿੰਨਾਂ ਚੇਲਿਆਂ ਵਿੱਚੋਂ ਇੱਕ ਚੇਲਾ ਸੰਸਾਰੀ, ਸੰਸਾਰ ਨੂੰ ਪੈਦਾ ਕਰਨ ਵਾਲਾ ਬ੍ਰਹਮਾ, ਇੱਕ ਚੇਲਾ ਭੰਡਾਰੀ ਬਣ ਗਿਆ, ਜੀਵਾਂ ਨੂੰ ਖਾਣ ਪਾਣ ਰੋਟੀ ਆਦਿਕ ਦੇਣ ਵਾਲਾ ਤੇ ਪਾਲਣ ਵਾਲਾ ਵਿਸ਼ਨੂੰ ਹੈ, ਤੇ ਇੱਕ ਚੇਲਾ ਮੌਤ ਦੀ ਕਚਹਿਰੀ ਲਾਉਣ ਵਾਲਾ ਸ਼ਿਵ ਜੀ, ਇੱਕ ਲਾਏ ਦੀ ਬਾਣ। ਸੋ ਇਸ ਪ੍ਰਕਾਰ ਜਿਹਨੂੰ ਲੈਤਾ ਕਰਨ ਦੀ ਆਦਤ ਹੀ ਪਈ ਹੋਈ ਹੈ। ਜਿਵ ਤਿਸ ਭਾਵੈ ਤਿਵੈ ਚਲਾਵੈ, ਜਿਵ ਹੋਵੈ ਫੁਰਮਾਨ। ਜਿਸ ਤਰ੍ਹਾਂ ਉਹਨੂੰ ਭਾਉਂਦਾ ਉਸੇ ਤਰ੍ਹਾਂ ਉਹ ਆਪਣੇ ਰਚੇ ਇਹਨਾਂ ਤਿੰਨਾਂ ਚੇਲਿਆਂ ਭਾਵ ਸ਼ਕਤੀਆਂ ਨੂੰ ਚਲਾਉਂਦਾ, ਜਿਵੇਂ ਉਹਦਾ ਹੁਕਮ ਹੁੰਦਾ ਉਸੇ ਤਰ੍ਹਾਂ ਇਹ ਤਿੰਨੇ ਚੇਲੇ ਕਾਰ ਕਰਦੇ ਨੇ ਉਹਦੀ। ਉਹ ਵੇਖੈ ਉਹਨਾਂ ਨਦਰ ਨ ਆਵੈ, ਬਹੁਤਾ ਇਹੋ ਵਿਡਾਣ। ਉਹ ਵਾਹਿਗੁਰੂ ਆਪ ਤਾਂ ਇਹਨਾਂ ਚੇਲਿਆਂ ਸ਼ਕਤੀਆਂ ਨੂੰ ਭਾਵ ਸਦਾ ਹੀ ਵੇਖਦਾ, ਪਰ ਆਪ ਉਹਨਾਂ ਨੂੰ ਦਿਖਾਈ ਨਹੀਂ ਦਿੰਦਾ। ਇਹ ਬੜੇ ਅਚਰਜ ਵਾਲੀ ਗੱਲ ਹੈ। ਆਦੇਸ ਤਿਸੈ ਆਦੇਸ, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਇਹਨਾਂ ਤੁਕਾਂ ਦੇ ਅਰਥ ਪਿੱਛੇ 2 ਵਾਰ ਆਪਾਂ ਕਰ ਚੁੱਕੇ ਹਾਂ। ਆਸਣ ਲੋਏ ਲੋਏ ਭੰਡਾਰ, ਜੋ ਕਿਛ ਪਾਇਆ ਸੋ ਏਕਾ ਵਾਰ। ਹੁਣ ਇੱਕ ਜੋਗੀ ਨੇ ਮਹਾਰਾਜ ਅੱਗੇ ਇਹ ਪ੍ਰਸ਼ਨ ਕੀਤਾ ਕਿ ਪਰਮੇਸ਼ਰ ਦਾ ਸਥਾਨ ਕਿੱਥੇ ਹੈ, ਅਤੇ ਉਹਦੇ ਜਿਹੜੇ ਭੰਡਾਰ ਹੈ ਉਹ ਤੁਸੀਂ ਕਹਿੰਦੇ ਹੈਗੇ ਭੰਡਾਰੇ, ਉਹ ਖਜ਼ਾਨੇ ਕਿੱਥੇ ਰੱਖੇ ਹੋਏ ਨੇ? ਸੋ ਤਾਂ ਮਹਾਰਾਜ ਫਰਮਾਉਂਦੇ ਆ, ਉਹ ਪ੍ਰਭੂ ਭਾਈ ਸਰਬ ਵਿਆਪਕ ਹੈ, ਇਸ ਲਈ ਉਹਦਾ ਹਰ ਇੱਕ ਲੋਕ ਵਿੱਚ ਟਿਕਾਣਾ ਹੈ। ਸਭ ਲੋਕਾਂ ਵਿੱਚ ਉਹਦੇ ਭੰਡਾਰ ਜਿਹੜੇ ਖਜ਼ਾਨੇ ਹੈ, ਉਹ ਜਿੱਥੋਂ ਤੱਕ ਸਭ ਲੋਕਾਂ ਦੇ ਜੀਵਾਂ ਨੂੰ ਆਪਣੀਆਂ ਅਮੁੱਲ ਦਾਤਾਂ ਪਰਮਾਤਮਾ ਸੋ ਵੰਡਦਾ ਹੀ ਰਹਿੰਦਾ ਅਕਾਲ ਪੁਰਖ ਵਾਹਿਗੁਰੂ। ਆਸਣ ਲੋਏ ਲੋਏ ਭੰਡਾਰ, ਜੋ ਕੁਛ ਪਾਇਆ ਸੋ ਏਕਾ ਵਾਰ। ਆਪਣੇ ਇਹਨਾਂ ਭੰਡਾਰਿਆਂ ਵਿੱਚ ਵਾਹਿਗੁਰੂ ਨੇ ਜੋ ਕੁਛ ਪਾਇਆ ਸੋ ਇੱਕੋ ਵਾਰ ਹੀ ਪਾ ਕੇ ਖਜ਼ਾਨੇ ਭਰ ਦਿੱਤੇ ਨੇ, ਭਰਪੂਰ ਕਰ ਦਿੱਤੇ ਆ। ਇਹਨਾਂ ਖਜ਼ਾਨਿਆਂ ਵਿੱਚੋਂ ਜੀਵ ਜਿਹੜੇ ਆ ਵਸਤੂਆਂ ਲੈ ਲੈ ਕੇ ਦਿਨੇ ਰਾਤ ਵਰਤ ਰਹੇ ਨੇ, ਪਰ ਇਹ ਖਜ਼ਾਨੇ ਮੁੱਕਦੇ ਨਹੀਂ। ਜੋ ਕੁਛ ਪਾਉਣਾ ਸੀ ਮਸਤਕ 'ਤੇ ਇੱਕੋ ਵਾਰ ਲਿਖ ਦਿੱਤਾ। ਲਿਖ ਦਾਤ ਜੋਤ ਵਡਿਆਈ, ਸਭ ਕੁਝ ਲਿਖ ਕੇ ਭੇਜਿਆ। ਕਰ ਕਰ ਵੇਖੈ ਸਿਰਜਣਹਾਰ, ਨਾਨਕ ਸੱਚੇ ਕੀ ਸਾਚੀ ਕਾਰ। ਇਸ ਤਰ੍ਹਾਂ ਪਾਵਨ ਬਚਨ ਫਰਮਾਉਂਦੇ ਆ ਕਿ ਪ੍ਰਭੂ ਸ੍ਰਿਸ਼ਟੀ ਦੇ ਜੀਵਾਂ ਦੀ ਉਤਪਤੀ ਕਰਕੇ ਫਿਰ ਕਰ ਹੁੰਦਾ, ਉਹਨਾਂ ਨੂੰ ਪਾਲਣਾ ਕਰਦਾ, ਵੇਖਦਾ ਅਤੇ ਉਹਨਾਂ ਦੀ ਫਿਰ ਸੰਭਾਲ ਵੀ ਕਰਦਾ। ਮਹਾਰਾਜ ਕਥਨ ਕਰਦੇ ਆ ਕਿ ਉਹ ਸੱਚੇ ਕਰਤਾਰ ਦੀ ਜਿਹੜੀ ਕਰਨੀ ਹੈ ਭਾਈ, ਉਹ ਸੱਚੀ ਹੈ। ਆਦੇਸ ਤਿਸੈ ਆਦੇਸ, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਇਹ ਅਰਥ ਹੋ ਚੁੱਕੇ ਹਨ ਪਿੱਛੇ। ਹੁਣ ਅੱਗੇ 32ਵੀਂ ਪੌੜੀ ਵਿੱਚ ਬੇਨਤੀ ਕੀਤੀ ਕਿ ਉਹ ਪਰਮੇਸ਼ਰ ਜੋ ਸਰਬ ਵਿਆਪਕ ਹੈ ਅਤੇ ਹਰ ਇੱਕ ਲੋਕ ਜਿਹਦਾ ਟਿਕਾਣਾ ਹੈ, ਸੋ ਉਹਨੂੰ ਪ੍ਰਾਪਤ ਕਰਨ ਲਈ ਕਿਹੜਾ ਰਸਤਾ ਸਭ ਤੋਂ ਸੌਖਾ ਹੈ? ਤਾਂ ਸਤਿਗੁਰੂ ਮਹਾਰਾਜ ਫਰਮਾਉਂਦੇ ਹਨ, ਇੱਕ ਦੂ ਜੀ ਭਾਉ ਲੱਖ ਹੋਹਿ, ਲੱਖ ਹੋਵਹਿ ਲੱਖ ਵੀਸ। ਜੀ ਭਾਉ ਦੇ ਭੱਬੇ ਨੂੰ ਕਨੌੜਾ, ਜੀ ਭਾਉ ਪਾਠ ਬੋਲਣਾ। ਮਹਾਰਾਜ ਕਹਿਣ ਲੱਗੇ ਇੱਕ ਜੀਵ ਤੋਂ ਲੱਖਾਂ ਜੀਵਾਂ ਹੋ ਜਾਣ, ਅਤੇ ਉਸ ਲੱਖ ਤੋਂ ਅੱਗੇ 20 ਲੱਖ ਹੋ ਜਾਣ। ਲੱਖ ਲੱਖ ਗੇੜਾ ਆਖੀ ਹੈ, ਏਕ ਨਾਮ ਜਗਦੀਸ਼। ਫਿਰ ਉਸ ਇੱਕ ਇੱਕ ਜੀਵ ਨਾਲ ਲੱਖ ਲੱਖ ਵਾਰ ਉਸ ਅਕਾਲ ਪੁਰਖ ਦਾ ਇੱਕ ਨਾਮ ਜਪੀਏ। ਏ ਤੋ ਰਾਹ ਪਤ ਪਵੜੀਆ, ਚੜ੍ਹੀਐ ਹੋਏ 21। ਇਸ ਤਰ੍ਹਾਂ ਦੇ ਰਸਤੇ 'ਤੇ ਚੱਲ ਕੇ ਪਤੀ ਪਰਮਾਤਮਾ ਦੇ ਟਿਕਾਣੇ 'ਤੇ ਪਹੁੰਚਣ ਵਾਲੀਆਂ ਪੌੜੀਆਂ 'ਤੇ ਚੜ੍ਹੀਏ, ਤਾਂ ਫਿਰ ਉਸ ਨਾਲ ਇੱਕ ਰੂਪ ਹੋ ਜਾਈਦਾ। 21 ਦਾ ਮਤਲਬ ਇੱਥੇ 21 ਨਹੀਂ ਕਰਨਾ, 21 ਹੁੰਦਾ ਇੱਕ ਮਿਕ, ਇੱਕੋ ਰੂਪ ਹੋਣਾ। ਸੁਣ ਗੱਲਾ ਆਕਾਸ ਕੀ, ਕੀਟਾ ਆਈ ਰੀਸ।
ਜਿਹੜੇ ਆਕਾਸ਼ ਵਿੱਚ ਉੜਦੇ ਹੋਏ ਪੰਛੀਆਂ ਦੀਆਂ ਗੱਲਾਂ ਸੁਣ ਕੇ ਧਰਤੀ ਦੇ ਕੀੜਿਆਂ ਨੂੰ ਵੀ ਰੀਸ ਆਈ ਕਿ ਅਸੀਂ ਵੀ ਆਕਾਸ਼ ਵਿੱਚ ਉਡਾਰੀਆਂ ਲਾਈਏ। ਇਹਦਾ ਮਤਲਬ ਇਹ ਹੈ ਕਿ ਭਗਤ ਜਿਨ੍ਹਾਂ ਦੀ ਮਹਿਮਾ ਵੇਖ ਕੇ ਪਖੰਡੀਆਂ ਨੂੰ ਵੀ ਰੀਸ ਆਈ ਕਿ ਅਸੀਂ ਵੀ ਗੱਪ ਗਿਆਨ ਨਾਲ ਲੋਕਾਂ ਵਿੱਚ ਪ੍ਰਵਾਨ ਹੋ ਜਾਈਏ। ਜਾਂ ਇਉਂ ਸਮਝ ਲਓ, ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ ਰੀਸ। ਜਿਹਦਾ ਆਕਾਸ਼ ਵਿੱਚ ਵਿਚਰਨ ਵਾਲੇ ਬ੍ਰਹਮ ਗਿਆਨੀਆਂ ਨੂੰ ਦੇਖ ਕੇ ਜਿਹੜੇ ਕੀੜੇ ਮਕੌੜੇ ਆ ਸਾਡੇ ਵਰਗੇ ਹਮ ਕੀਰੇ ਕਿਰਮ ਸਤਿਗੁਰ ਸਰਨਾਈ ਕਰ ਦਇਆ ਨਾਮ ਪ੍ਰਗਾਸ, ਅਸੀਂ ਵੀ ਬੇਨਤੀਆਂ ਕੀਤਾਂ ਗੁਰਾਂ ਨੂੰ। ਇਸ ਤਰ੍ਹਾਂ ਫਰਮਾਉਂਦੇ ਹਨ ਪਾਵਨ ਬਚਨ, ਨਾਨਕ ਨਦਰੀ ਪਾਈ ਹੈ ਕੂੜੀ ਕੂੜੈ ਠੀਸ। ਧੰਨ ਗੁਰੂ ਨਾਨਕ ਸਾਹਿਬ ਕਥਨ ਕਰਦੇ ਆ ਕਿ ਵਾਹਿਗੁਰੂ ਦੀ ਪ੍ਰਾਪਤੀ ਉਹਦੀ ਮਿਹਰ ਨਜ਼ਰ ਨਾਲ ਹੀ ਹੁੰਦੀ ਆ, ਮਿਹਰ ਦੀ ਨਜ਼ਰ ਕਰੇ ਤਾਂ। ਹੁਣ ਜਿਹੜੇ ਝੂਠਿਆਂ ਦੀਆਂ ਗੱਪਾਂ ਝੂਠੀਆਂ ਹੀ ਹੁੰਦੀਆਂ ਨੇ। ਠੀਸ ਕੂੜੀ ਕੂੜੈ ਠੀਸ, ਠੀਸ ਕਹਿੰਦੇ ਗੱਪਾਂ ਨੂੰ, ਝੂਠੇ ਬੰਦੇ ਨੇ ਝੂਠੀਆਂ ਗੱਲਾਂ ਹੁੰਦੀਆਂ। ਸੋ ਜਿਹੜੇ ਭਗਤ ਜਿਨ੍ਹਾਂ ਦੀ ਮਹਿਮਾ ਦੇਖ ਕੇ ਪਖੰਡੀਆਂ ਨੂੰ ਵੀ ਰੀਸ ਆ ਗਈ, ਅਸੀਂ ਵੀ ਗੱਪ ਗਿਆਨ ਕਰੀਏ ਲੋਕਾਂ ਦੇ ਨਾਲ, ਅਸੀਂ ਵੀ ਸ਼ਾਇਦ ਪ੍ਰਵਾਨ ਹੋ ਜਾਈਏ। ਪਰ ਉਹਦੀ ਅਕਾਲ ਪੁਰਖ ਦੀ ਕਿਰਪਾ ਦ੍ਰਿਸ਼ਟੀ ਤੋਂ ਬਿਨਾਂ ਕੋਈ ਜੀਵ ਪ੍ਰਵਾਨ ਨਹੀਂ ਹੁੰਦਾ ਉੱਥੇ। ਹੁਣ 33ਵੀਂ ਪੌੜੀ 'ਚ ਅੱਗੇ ਬੇਨਤੀ ਕੀਤੀ, ਮਹਾਰਾਜ ਇਹ ਜੀਵ ਸੁਤੰਤਰ ਹੈ ਜਾਂ ਕਿਸੇ ਦੇ ਅਧੀਨ ਹੈ? ਇਹ ਆਪਣਾ ਜ਼ੋਰ ਵਰਤ ਕੇ ਕੁਛ ਕਰ ਸਕਦਾ ਜਾਂ ਨਹੀਂ? ਮਹਾਰਾਜ ਕਹਿੰਦੇ ਭਾਈ ਇਹ ਜੀਵ ਕਿਸੇ ਮਹਾਨ ਸ਼ਕਤੀ ਦੇ ਹੁਕਮ ਅਨੁਸਾਰ ਚੱਲਦਾ, ਐਵੇਂ ਨਹੀਂ ਇਹ ਸੰਸਾਰ 'ਚ ਆਇਆ ਹੋਇਆ। ਇਹਦਾ ਆਪਣਾ ਜ਼ੋਰ ਕੋਈ ਨਹੀਂ ਹੈ, ਜੀਵ ਦਾ ਕੋਈ ਜ਼ੋਰ ਨਹੀਂ ਚੱਲ ਸਕਦਾ ਇਹਦਾ। ਸੋ ਮਹਾਰਾਜ ਸੱਚੇ ਪਾਤਸ਼ਾਹ ਇਸ ਤਰ੍ਹਾਂ ਫਿਰ ਫਰਮਾਉਂਦੇ ਹਨ, ਆਖਣ ਜ਼ੋਰ ਚੁੱਪੈ ਨਹਿ ਜ਼ੋਰ। ਮਹਾਰਾਜ ਕਹਿੰਦੇ ਜੀਵ ਦੇ ਵਿੱਚ ਕੁਛ ਕਹਿਣ ਦਾ ਜ਼ੋਰ ਮਤਲਬ ਹੁੰਦੀ ਸ਼ਕਤੀ, ਕੋਈ ਸ਼ਕਤੀ ਨਹੀਂ। ਨਾ ਹੀ ਚੁੱਪ ਰਹਿਣ ਦੇ 'ਚ ਉਹਦੇ ਕੋਈ ਜ਼ੋਰ ਹੈ। ਜ਼ੋਰ ਨਾ ਮੰਗਣ ਦੇਣ ਨਾ ਜ਼ੋਰ, ਨਾ ਮੰਗਣ ਵਿੱਚ ਕੋਈ ਜ਼ੋਰ ਕੰਮ ਕਰਦਾ, ਨਾ ਕੋਈ ਦੇਣ ਵਿੱਚ ਸ਼ਕਤੀ ਕੰਮ ਕਰਦੀ। ਕੀ ਜ਼ੋਰ ਹੈ ਬੰਦੇ ਦਾ? ਕੋਈ ਜ਼ੋਰ ਨਹੀਂ। ਜ਼ੋਰ ਨਾ ਜੀਵਨ ਮਰਨ ਨਹਿ ਜ਼ੋਰ, ਨਾ ਕੋਈ ਆਪਣੇ ਜ਼ੋਰ ਨਾਲ ਜਿਉ ਸਕਦਾ ਤੇ ਨਾ ਕੋਈ ਜ਼ੋਰ ਨਾਲ ਮਾਰੀ ਸਕਦਾ। ਜ਼ੋਰ ਨਾ ਰਾਜ ਮਾਲ ਮਨ ਸੋਰ, ਜਿਸ ਧਨ ਦੀ ਪ੍ਰਾਪਤੀ ਵਾਸਤੇ ਜੀਵ ਤੇ ਮਨ ਵਿੱਚ ਸੰਕਲਪਾਂ ਦਾ ਰੌਲਾ ਗੋਲਾ ਮੱਚਿਆ ਰਹਿੰਦਾ, ਉਹ ਰਾਜ ਤੇ ਧਨ ਦੌਲਤ ਪ੍ਰਾਪਤ ਕਰਨ ਲਈ ਜ਼ੋਰ ਕੰਮ ਨਹੀਂ ਆਉਂਦਾ। ਜ਼ੋਰ ਨਾ ਰਾਜ ਮਾਲ ਪ੍ਰਾਪਤ ਕਰਨ ਵਿੱਚ ਕੋਈ ਜ਼ੋਰ ਨਹੀਂ, ਇਹ ਤਾਂ ਮਨ ਦਾ ਹੀ ਰੌਲਾ ਹੈ ਬਸ। ਮੈਨੂੰ ਆਹ ਮਿਲ ਜੇ, ਮੈਨੂੰ ਉਹ ਨਹੀਂ ਮਿਲਿਆ। ਜ਼ੋਰ ਨਾ ਸੁਰਤੀ ਗਿਆਨ ਵਿਚਾਰ, ਵੇਦਾਂ ਸ਼ਾਸਤਰਾਂ ਦਾ ਗਿਆਨ ਵਿਚਾਰਨ ਦਾ ਜ਼ੋਰ ਵੀ ਕਿਸੇ ਲੇਖੇ 'ਚ ਨਹੀਂ ਆਉਂਦਾ। ਇਸ ਤਰ੍ਹਾਂ ਜ਼ੋਰ ਨਾ ਸੁਰਤੀ ਗਿਆਨ ਦੀ ਵਿਚਾਰ ਵਿੱਚ ਹੀ ਕੋਈ ਜ਼ੋਰ ਨਹੀਂ ਚੱਲਦਾ ਆਪਣਾ। ਸੁਰਤੀ ਲਾਉਣ ਦੀ ਕੋਸ਼ਿਸ਼ ਕਰਦਾ, ਕੋਈ ਗਿਆਨ ਦੀ ਗੱਲ ਕਰਦਾ ਨਹੀਂ, ਕੋਈ ਵਿਚਾਰ ਕਰਦਾ, ਇਹ ਵੀ ਦੀ ਕਿਰਪਾ ਨਾਲ ਹੀ ਹੁੰਦਾ। ਜ਼ੋਰ ਨਾ ਜੁਗਤੀ ਛੁਟੈ ਸੰਸਾਰ, ਕੋਈ ਜੀਵ ਜ਼ੋਰ ਨਾਲ ਤੇ ਆਪਣੀਆਂ ਜੁਗਤੀਆਂ ਨਾਲ ਸੰਸਾਰ ਦੇ ਬੰਧਨਾਂ ਤੋਂ ਮੁਕਤ ਨਹੀਂ ਹੋ ਸਕਦਾ। ਜਿਸ ਹੱਥ ਜ਼ੋਰ ਕਰ ਵੇਖੈ ਸੋਏ, ਇਹ ਤਾਂ ਜਿਸ ਵਾਹਿਗੁਰੂ ਦੇ ਹੱਥ ਵਿੱਚ ਇਹ ਜ਼ੋਰ ਹੈ, ਸ਼ਕਤੀ ਹੈ, ਉਹੀ ਇਸ ਜ਼ੋਰ ਨੂੰ ਕਰਕੇ ਵੇਖਦਾ। ਨਾਨਕ ਉੱਤਮ ਨੀਚ ਨਾ ਕੋਏ, ਸਤਿਗੁਰੂ ਮਹਾਰਾਜ ਕਥਨ ਕਰਦੇ ਕਿ ਆਪਣੇ ਜ਼ੋਰ ਨਾਲ ਨਾ ਕੋਈ ਜੀਵ ਜਿਹੜਾ ਉੱਤਮ ਬਣ ਸਕਦਾ ਤੇ ਨਾ ਕੋਈ ਨੀਚ ਬਣ ਸਕਦਾ। ਇਹ ਸਭ ਸ਼ਕਤੀਆਂ ਵਾਹਿਗੁਰੂ ਦੇ ਹੱਥ ਵਿੱਚ ਹੈ। 34ਵੀਂ ਪੌੜੀ 'ਚ ਬਖਸ਼ਿਸ਼ ਕਰਦੇ ਆ ਮਹਾਰਾਜ, ਜਦੋਂ ਕੋਈ ਜੀਵ ਪ੍ਰਭੂ ਦਾ ਸਿਮਰਨ ਕਰਦਾ ਤਾਂ ਉਹਨੂੰ ਕੀ ਆਨੰਦ ਪ੍ਰਾਪਤ ਹੁੰਦਾ? ਮਹਾਰਾਜ ਕਹਿਣ ਲੱਗੇ ਭਾਈ ਸਿਮਰਨ ਵਿੱਚ ਲੀਨ ਹੋਏ ਬੰਦੇ ਦੀ ਅਵਸਥਾ ਸਹਿਜੇ ਸਹਿਜੇ ਬਦਲਦੀ ਜਾਂਦੀ ਹੈ। ਉਹ ਆਤਮਕ ਉਨਤੀ ਦੇ ਪਹਿਲੇ 4 ਖੰਡ ਜਿਹੜੇ ਧਰਮ ਖੰਡ, ਗਿਆਨ ਖੰਡ, ਸਰਮ ਖੰਡ, ਕਰਮ ਖੰਡ ਨੂੰ ਪਾਰ ਕਰਕੇ ਅਖੀਰਲੇ ਖੰਡ ਸੱਚਖੰਡ 'ਚ ਜਾ ਕੇ ਪ੍ਰਵੇਸ਼ ਕਰਦਾ। ਅਗਲੀਆਂ ਪੌੜੀਆਂ 'ਚ 5 ਖੰਡਾਂ ਦਾ ਵਰਣਨ ਕਰਦੇ ਮਹਾਰਾਜ ਜੀ। ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ। ਵਾਹਿਗੁਰੂ ਨੇ ਰਾਤ ਦਿਨ ਰੁੱਤਾਂ ਥਿੱਤਾਂ ਤੇ ਵਾਰ ਬਣਾਏ ਨੇ। ਉਸੇ ਨੇ ਹੀ ਹਵਾ ਪਾਣੀ ਅੱਗ ਤੇ ਪਤਾਲ ਵੀ ਰਚੇ ਹੋਏ ਨੇ। ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀਅ ਜੁਗਤ ਕੇ ਰੰਗ। ਇਹਨਾਂ ਸਭਨਾਂ ਵਿੱਚ ਧਰਤੀ ਨੂੰ ਧਰਮ ਦੇ ਕਰਮ ਕਰਨ ਦਾ ਸਥਾਨ ਬਣਾਤਾ ਹੈ। ਇਸ ਧਰਤੀ ਉੱਪਰ ਕਈ ਤਰ੍ਹਾਂ ਦੇ ਜੀਵ ਤੇ ਉਹਨਾਂ ਦੇ ਰਹਿਣ ਦੀਆਂ ਵੱਖੋ ਵੱਖਰੀਆਂ ਜੁਗਤੀਆਂ ਤਰੀਕੇ ਵੀ ਪਰਮਾਤਮਾ ਨੇ ਸਾਜੇ ਹੋਏ ਨੇ। ਤਿਨ ਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਫਿਰ ਫਰਮਾਉਂਦੇ ਮਹਾਰਾਜ ਉਹਨਾਂ ਜੀਵਾਂ ਦੇ ਨਾਂ ਵੀ ਅਨੇਕ ਤਰ੍ਹਾਂ ਦੇ ਆ ਜਿਨ੍ਹਾਂ ਦਾ ਕੋਈ ਅੰਤ ਸ਼ੁਮਾਰ ਨਹੀਂ। ਇਹਨਾਂ ਜੀਵਾਂ ਦੇ ਚੰਗੇ ਤੇ ਮੰਦੇ ਕਰਮਾਂ ਦੀ ਵਿਚਾਰ ਵਾਹਿਗੁਰੂ ਦੇ ਦਰਬਾਰ ਵਿੱਚ ਹੋਵੇਗੀ। ਪਰਮੇਸ਼ਰ ਆਪ ਸੱਚਾ
ਤੇ ਜਿੱਥੇ ਬੈਠ ਕੇ ਉਹ ਜੀਵਾਂ ਦੇ ਕਰਮਾਂ ਦੀ ਵਿਚਾਰ ਕਰਦਾ ਹੈ, ਉਹ ਦਰਬਾਰ ਵੀ ਉਹਦਾ ਸੱਚਾ ਹੈ ਪ੍ਰਮਾਤਮਾ ਦਾ। ਤਿੱਥੈ ਸੋਹਨ ਪੰਚ ਪਰਵਾਣ, ਨਦਰੀ ਕਰਮ ਪਵੈ ਨੀਸਾਨ। ਉਹਦੇ ਦਰਬਾਰ ਵਿੱਚ ਸੰਤ ਜਨ ਸੋਭਾ ਪਾਉਂਦੇ ਨੇ ਤੇ ਪ੍ਰਭੂ ਦੀ ਨਜ਼ਰ ਵਿੱਚ ਪ੍ਰਵਾਨ ਹੁੰਦੇ ਨੇ। ਉਹਨਾਂ ਪ੍ਰਵਾਨ ਹੋਇਆਂ ਸੰਤ ਜਨਾਂ ਨੂੰ ਪ੍ਰਮਾਤਮਾ ਦੀ ਮਿਹਰ ਬਖਸ਼ਿਸ਼ ਦਾ ਨਿਸ਼ਾਨ ਪੈਂਦਾ। ਭਾਵ ਪ੍ਰਭੂ ਦੇ ਦਰਬਾਰ ਵਿੱਚ ਉਹਨਾਂ ਦਾ ਸਤਿਕਾਰ ਹੁੰਦਾ, ਉਹਨਾਂ ਦੇ ਮਸਤਕ 'ਤੇ ਮਣੀ ਪ੍ਰਗਟ ਹੋ ਜਾਂਦੀ ਹੈ, ਪ੍ਰਕਾਸ਼ ਹੋ ਜਾਂਦਾ। ਫਿਰ ਉਹ ਪਛਾਣਿਆ ਜਾਂਦਾ ਦੂਰੋਂ ਹੀ ਕਿ ਇਹ ਵਾਹਿਗੁਰੂ ਦਾ ਪਿਆਰਾ ਹੈ। ਕੱਚ ਪਕਾਈ ਓਥੈ ਪਾਏ, ਨਾਨਕ ਗਿਆ ਜਾਪੈ ਜਾਏ। ਸਾਰੇ ਜੀਵਾਂ ਦਾ ਝੂਠ ਤੇ ਸੱਚ ਵਾਹਿਗੁਰੂ ਦੇ ਦਰਬਾਰ ਵਿੱਚ ਪਰਖਿਆ ਜਾਂਦਾ। ਕੱਚ ਪਕਾਈ, ਕੱਚੇ ਜਿਹੜੇ ਨੇ ਕਿਹੜੇ ਆ ਤੇ ਪੱਕੇ ਕਿਹੜੇ ਨੇ, ਝੂਠੇ ਕਿਹੜੇ ਆ, ਸੱਚੇ ਕਿਹੜੇ ਆ। ਮਹਾਰਾਜ ਫਰਮਾਉਂਦੇ ਆ ਕਿ ਪਰਮਾਤਮਾ ਦੀ ਦਰਗਾਹ ਵਿੱਚ ਗਿਆ ਹੀ ਝੂਠੇ ਤੇ ਸੱਚੇ ਬੰਦੇ ਜਾਣੇ ਜਾਂਦੇ ਨੇ। ਸੋ ਮਹਾਰਾਜ ਨੇ ਇਹ ਬਚਨ ਇਸ ਪੌੜੀ ਧਰਮ ਖੰਡ 'ਚ ਵਰਣਨ ਕੀਤਾ ਕਿ ਧਰਮ ਦਾ ਅਰਥ ਹੈ ਆਪਣੀ ਜਿਹੜਾ ਸਾਡਾ ਧਰਮ ਬਣਦਾ, ਫਰਜ਼ ਜਾਂ ਡਿਊਟੀ। ਸਭ ਤੋਂ ਪਹਿਲਾਂ ਜਗਿਆਸੂ ਨੇ ਆਪਣੇ ਧਰਮ ਨੂੰ ਜਾਣਨਾ। ਜਿਵੇਂ ਰਾਤ ਦਿਨ ਪੌਣ ਪਾਣੀ ਤੇ ਹਵਾ ਆਪੋ ਆਪਣੇ ਫਰਜ਼ ਨਿਭਾ ਰਹੇ ਨੇ, ਇਸੇ ਤਰ੍ਹਾਂ ਜੀਵ ਦਾ ਫਰਜ਼ ਹੈ ਕਿ ਉਹ ਆਪਣੇ ਸੱਚ ਦੇ ਧਰਮ 'ਤੇ ਦ੍ਰਿੜ ਰਹੇ, ਪੱਕਾ ਰਹੇ। ਨਾਮ ਜਪਣ ਦਾ ਧਰਮ ਹੈ, ਸਾਡੇ ਹੋਰ ਬੇਅੰਤ ਧਰਮ ਹੈ, ਉਹ ਪੜ੍ਹਨੇ ਪੈਣਗੇ। 35ਵੀਂ ਪੌੜੀ 'ਚ ਸਤਿਗੁਰੂ ਦਾ ਪ੍ਰਭੂ ਦੀ ਰਚਨਾ ਦਾ ਗਿਆਨ ਦੱਸਦੇ ਆ ਕਿ ਜਗਿਆਸੂ ਨੂੰ ਵਾਹਿਗੁਰੂ ਦੀ ਰਚਨਾ ਦਾ ਗਿਆਨ ਪ੍ਰਾਪਤ ਕਰਨਾ ਬਹੁਤ ਜ਼ਰੂਰੀ ਹੈ। ਇਸ ਨਾਲ ਵਾਹਿਗੁਰੂ ਦੀ ਵਿਸ਼ਾਲਤਾ ਤੇ ਸਰਬ ਵਿਆਪਕਤਾ ਦਾ ਜੀਵ ਨੂੰ ਗਿਆਨ ਹੁੰਦਾ ਹੈ। ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ। ਸੋ ਪਿਛਲੀ ਪੌੜੀ ਵਿੱਚ ਜੋ ਕਥਨ ਕੀਤਾ ਗਿਆ ਹੈ, ਧਰਮ ਖੰਡ ਦਾ ਇਹੋ ਧਰਮ ਹੈ। ਹੁਣ ਗਿਆਨ ਖੰਡ ਦਾ ਕਰਮ ਜਿਹੜਾ ਕਰਤੱਵ ਹੈ ਨਾ, ਸਤਿਗੁਰੂ ਮਹਾਰਾਜ ਉਹ ਵਰਣਨ ਕਰਦੇ ਨੇ, ਉਹ ਵਰਣਨ ਕੀਤਾ ਜਾਂਦਾ। ਫਿਰ ਫਰਮਾਉਂਦੇ ਹਨ ਪਾਵਨ ਬਚਨ, ਕੇਤੇ ਪਵਨ ਪਾਣੀ ਵੈ ਸੰਤਰ, ਕੇਤੇ ਕਾਨ ਮਹੇਸ਼, ਕੇਤੇ ਬਰਮੇ ਘਾੜਤ ਘੜੀਆ, ਰੂਪ ਰੰਗ ਕੇ ਵੇਸ਼। ਇਸ ਤਰ੍ਹਾਂ ਫਰਮਾਉਂਦੇ ਕਿ ਗਿਆਨਵਾਨਾਂ ਨੂੰ ਵਾਹਿਗੁਰੂ ਦੀ ਲੀਲਾ ਬੇਅੰਤ ਨਜ਼ਰ ਆਉਂਦੀ ਹੈ। ਉਹਨਾਂ ਨੂੰ ਕੀ ਦਿਖਦਾ, ਕਿੰਨੇ ਹੀ ਤਾਂ ਪੌਣ, ਕਿੰਨੇ ਪ੍ਰਕਾਰ ਦੀ ਪੌਣ ਚੱਲ ਰਹੀ ਹੈ, ਤੇ ਪਾਣੀ ਤੇ ਅਗਨੀਆਂ ਤੇ ਕਿੰਨੇ ਕ੍ਰਿਸ਼ਨ ਤੇ ਕਿੰਨੇ ਸ਼ਿਵ ਜੀ ਗਿਆਨਵਾਨਾਂ ਨੂੰ ਦਿਖਾਈ ਦਿੰਦੇ ਆ। ਕਿੰਨੇ ਬ੍ਰਹਮਾ ਜੋ ਕਈ ਤਰ੍ਹਾਂ ਦੇ ਰੰਗਾਂ ਤੇ ਵੇਸਾਂ ਦੀ ਸ੍ਰਿਸ਼ਟੀ ਦੀ ਘਾੜਤ ਘਾੜ ਰਿਹਾ, ਕੋਟ ਬ੍ਰਹਮੇ ਜੱਗ ਸਾਜਣ ਲਾਏ। ਸੋ ਜਿਵੇਂ ਦੱਸਿਆ ਨਾ, ਇੱਕ ਸਿੰਘ ਜਪਜੀ ਸਾਹਿਬ ਦੇ ਪਾਠ ਕਰਦਾ, 4 ਸਾਲ ਕਰਦਾ ਰਿਹਾ 101 ਪਾਠ। ਫਿਰ ਉਹ ਮਹਾਂਪੁਰਖਾਂ ਨੂੰ ਕਹਿੰਦਾ, ਬਾਬਾ ਮਹਿੰਦਰ ਸਿੰਘ ਜੀ ਜਰਗ ਵਾਲਿਆਂ ਨੂੰ ਕਹਿੰਦਾ, ਹੁਣ ਮੈਨੂੰ ਸਾਰੇ ਹੀ ਦਿਖ ਪਏ ਉਹ ਜਿਹੜੇ ਜਪਜੀ ਸਾਹਿਬ ਦੱਸੇ ਹੋਏ ਨੇ। ਕੇਤੀਆਂ ਕਰਮ ਭੂਮੀ ਮੇਰ ਕੇਤੇ, ਕੇਤੇ ਧੂ ਉਪਦੇਸ਼, ਕੇਤੇ ਇੰਦ ਚੰਦ ਸੂਰ ਕੇਤੇ, ਕੇਤੇ ਮੰਡਲ ਦੇਸ਼। ਕਈ ਕਰਮ ਭੂਮੀਆਂ, ਧਰਮ ਕਾਰਜ ਕਰਨ ਦੀਆਂ ਥਾਵਾਂ, ਕਿੰਨੇ ਸੁਮੇਰ ਪਰਬਤ, ਕਿੰਨੇ ਧਰੂ ਤਾਰੇ ਤੇ ਕਿੰਨੇ ਧਰੂ ਨੂੰ ਉਪਦੇਸ਼ ਦੇਣ ਵਾਲੇ ਨਾਰਦ ਮੁਨੀ ਵਰਗੇ। ਕਈ ਇੰਦਰ ਦੇਵਤੇ ਆ, ਕਾਲ ਪੁਰਖ ਕੀ ਦੇਹ ਮੋ ਕੋਟਕ ਬਿਸ਼ਨ ਮਹੇਸ਼, ਕੋਟ ਇੰਦਰ ਬ੍ਰਹਮਾ ਕਿਤੇ ਰਵਸਸ ਕਰੋੜ ਜਲੇਸ਼। ਕਿੰਨੇ ਚੰਦਰਮਾ ਤੇ ਸੂਰਜ ਤੇ ਕਿੰਨੇ ਹੀ ਆਕਾਸ਼ ਮੰਡਲ ਤੇ ਕਈ ਦੇਸ਼ ਨਜ਼ਰ ਆਉਂਦੇ ਨੇ। ਕੇਤੇ ਸਿੱਧ ਬੁੱਧ ਨਾਥ ਕੇਤੇ, ਕੇਤੇ ਦੇਵੀ ਵੇਸ਼, ਕੇਤੇ ਦੇਵ ਦਾਨਵ ਮੁਨ ਕੇਤੇ, ਕੇਤੇ ਰਤਨ ਸਮੁੰਦ। ਕਹਿੰਦੇ ਹੋਰ ਕੀ ਨਜ਼ਰ ਆਉਂਦਾ, ਕਹਿੰਦੇ ਕਈ ਸਿੱਧ, ਇਕੱਲੇ 84 ਨਹੀਂ, ਕਈ ਬੁੱਧ ਅਵਤਾਰ, ਕਈ ਨਾਥ ਤੇ ਕਈ ਦੇਵੀਆਂ ਦੇ ਵੇਸ਼ ਗਿਆਨਵਾਨਾਂ ਦੇ ਅਨੁਭਵ ਵਿੱਚ ਹੁੰਦੇ ਨੇ। ਸੋ ਕਿੰਨੇ ਦੇਵਤੇ ਤੇ ਦੈਂਤ ਤੇ ਕਿੰਨੇ ਰਤਨਾਂ ਦੇ ਸਮੁੰਦਰ ਨੇ, ਕੋਈ ਅੰਤ ਨਹੀਂ, ਬੇਅੰਤ ਹੀ ਬੇਅੰਤ ਹੈ ਸਭ ਕੁਛ। ਕੇਤੇ ਦੇਵ ਦਾਨਵ ਮੁਨ ਕੇਤੇ, ਕੇਤੇ ਰਤਨ ਸਮੁੰਦ, ਕੇਤੀਆਂ ਖਾਣੀ ਕੇਤੀਆ ਬਾਣੀ, ਕੇਤੇ ਪਾਤ ਨਰਿੰਦ। ਕਿੰਨੇ ਦੇਵਤੇ ਤੇ ਦੈਂਤ ਤੇ ਕਿੰਨੇ ਰਤਨਾਂ ਦੇ ਸਮੁੰਦਰ, ਕਿੰਨੀਆਂ ਖਾਣੀਆਂ। 4 ਖਾਣੀਆਂ ਤਾਂ ਇੱਥੇ ਦੀਂਦੀਆਂ, ਇੱਕ ਦਿਵਯੋਪਾਤ ਹੈ ਜਿਹਨਾਂ ਦੇਵਤੇ ਦੇਖਦੇ ਆ ਦਿਵ ਦ੍ਰਿਸ਼ਟੀ ਖੁੱਲ੍ਹਣ ਨਾਲ। ਕਿੰਨੀਆਂ ਹੀ ਬਾਣੀਆਂ ਨੇ ਜਿਹੜੀਆਂ ਨੇ ਬੈਖਰੀ ਮਧਮਾ ਪਸੰਤੀ ਪਰਾ ਤੋਂ ਹੋਰ ਵੀ ਗਾਹਾਂ ਬਾਣੀਆਂ ਨੇ, ਤੇ ਕਿੰਨੇ ਹੀ ਰਾਜਿਆਂ ਦੀਆਂ ਪੰਕਤੀਆਂ ਗਿਆਨਵਾਨਾਂ ਦੀ ਦ੍ਰਿਸ਼ਟੀ 'ਚ ਹੁੰਦੀਆਂ ਨੇ। ਕੇਤੀਆ ਸੁਰਤੀ ਸੇਵਕ ਕੇਤੇ, ਨਾਨਕ ਅੰਤ ਨਾ ਅੰਤ।
ਕਿ ਕਿੰਨੀਆਂ ਹੀ ਵੇਦਾਂ ਦੀਆਂ ਸੁਰਤੀਆਂ ਤੇ ਕਿੰਨੇ ਵੇਦਾਂ ਦੇ ਮੰਨਣ ਵਾਲੇ ਸੇਵਕ ਹੈ ਜਿਨ੍ਹਾਂ ਦਾ ਕੋਈ ਅੰਤ ਨਹੀਂ ਆਉਂਦਾ। ਸੋ ਇਹ ਪੌੜੀ ਵਿੱਚ ਜੋ ਕਥਨ ਕੀਤੀਆਂ ਵਾਹਿਗੁਰੂ ਦੀਆਂ ਸਾਰੀਆਂ ਬੇਅੰਤ ਸ਼ਕਤੀਆਂ ਗਿਆਨ ਖੰਡ ਵਿੱਚ ਪਹੁੰਚੇ ਜਿਹੜੇ ਜੀਵ ਨੇ ਉਹਨਾਂ ਦੀ ਦ੍ਰਿਸ਼ਟੀ 'ਚ ਹੁੰਦੀਆਂ ਨੇ। ਹੁਣ 36ਵੀਂ ਪੌੜੀ 'ਚ ਬਖਸ਼ਿਸ਼ ਕਰਕੇ ਫਰਮਾਉਂਦੇ ਨੇ, ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿੱਥੈ ਨਾਦ ਵਿਨੋਦ ਕੋਡ ਆਨੰਦ। ਗਿਆਨ ਖੰਡ ਵਿੱਚ ਗਿਆਨ ਦਾ ਬਹੁਤ ਤਿੱਖਾ ਤੇਜ਼ ਗਿਆਨ ਹੁੰਦਾ, ਉੱਥੇ ਪ੍ਰਚੰਡ ਗਿਆਨ ਪੈਦਾ ਹੋ ਜਾਂਦਾ। ਉੱਥੇ ਗਿਆਨਮਈ ਅਵਸਥਾ ਵਿੱਚ ਕਰੋੜਾਂ ਸ਼ਬਦ ਤਮਾਸ਼ੇ ਤੇ ਆਨੰਦ ਹੁੰਦੇ ਨੇ। ਅਥਵਾ ਕਹਿਣ ਤੋਂ ਭਾਵ ਇਹ ਆਨੰਦ ਦੀ ਇੱਕ ਅਵਸਥਾ ਦੱਸੀ ਹੈ। ਨਾਦ ਹੁੰਦਾ ਸਰਵਣ ਆਨੰਦ, ਕੰਨਾਂ ਨਾਲ ਸੁਣਨ ਨਾਲ ਜਿਹੜਾ ਆਨੰਦ ਆਉਂਦਾ ਕਥਾ ਸੁਣ ਕੇ। ਵਿਨੋਦ ਹੁੰਦਾ ਜਿਹੜਾ ਦੇਖ ਕੇ ਆਨੰਦ ਆਉਂਦਾ, ਉਸ ਤੋਂ ਵੀ ਹਜ਼ਾਰਾਂ ਲੱਖਾਂ ਗੁਣਾ ਜ਼ਿਆਦੇ। ਕੋੜ ਆਨੰਦ ਕਰੋੜਾਂ ਗੁਣਾ ਆਨੰਦ ਜਿਹੜਾ ਪ੍ਰਾਪਤੀ ਦਾ ਆਨੰਦ ਹੈ। ਸਰਮ ਖੰਡ ਕੀ ਬਾਣੀ ਰੂਪ ਤਿੱਥੈ ਘਾੜਤ ਘੜੀਐ ਬਹੁਤ ਅਨੂਪ। ਸੋ ਫਰਮਾਉਂਦੇ ਹਨ ਬਚਨ ਧਰਮ ਖੰਡ ਦੀ ਬਾਣੀ ਅਤ ਸੁੰਦਰ ਹੁੰਦੀ ਹੈ। ਸਰਮ ਖੰਡ ਕੀ ਬਾਣੀ ਰੂਪ ਤੋ ਇਹ ਜਿਹੜੀ ਸਰਮ ਖੰਡ ਦੀ ਬਾਣੀ ਹੈ ਨਾ ਰੂਪ ਹੁੰਦੀ ਸਫਾਈ ਵਾਲੀ ਹੋ ਜਾਂਦੀ ਬਹੁਤ। ਉੱਥੇ ਸਰਮ ਖੰਡ ਵਿੱਚ ਮਨੁੱਖ ਦੀ ਬੜੀ ਸੁੰਦਰ ਘਾੜਤ ਘੜੀ ਜਾਂਦੀ ਹੈ। ਸੋ ਕਹਿਣ ਤੋਂ ਭਾਵ ਇੱਕ ਸਧਾਰਨ ਮਨੁੱਖ ਭਗਤੀ ਕਰਕੇ ਉੱਥੇ ਦੇਵਤਾ ਹੋ ਜਾਂਦਾ। ਤਾ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੈ ਪਿਛੈ ਪਛਤਾਏ। ਉਹਨਾਂ ਦੀਆਂ ਜਿਹੜੀਆਂ ਗੱਲਾਂ ਅਵਸਥਾਵਾਂ ਦਾ ਵਰਣਨ ਨਹੀਂ ਹੋ ਸਕਦਾ। ਸੋ ਜਿਹੜਾ ਕੋਈ ਕਹਿੰਦਾ ਤਾਂ ਉਹ ਪਿੱਛੋਂ ਪਛਤਾਉਂਦਾ, ਕਿਉਂਕਿ ਉਸ ਉੱਚੀ ਅਵਸਥਾ ਦਾ ਵਰਣਨ ਕਰਨਾ ਆਮ ਜਿਹੜਾ ਮਨੁੱਖ ਹੈ ਇਹਦੀ ਸਮਰੱਥਾ ਤੋਂ ਸਾਰਾ ਕੁਝ ਪਰੇ ਹੁੰਦਾ। ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਤਿੱਥੈ ਘੜੀਐ ਸੁਰਾ ਸਿੱਧਾ ਕੀ ਸੁਧ। ਉੱਥੇ ਕਹਿੰਦੇ ਸਰਮਖੰਡ ਵਿੱਚ ਸੁਰਤੀ ਮਤ ਮਨ ਤੇ ਬੁੱਧੀ ਘੜੇ ਜਾਂਦੇ ਨੇ। ਉੱਥੇ ਦੇਵਤਿਆਂ ਤੇ ਸਿੱਧ ਪੁਰਸ਼ਾਂ ਵਾਲੀ ਸਮਝ ਜਿਹੜੀ ਗਿਆਤ ਘੜੀ ਜਾਂਦੀ ਹੈ। ਹੁਣ ਸਤਿਗੁਰੂ ਮਹਾਰਾਜ ਧਰਮਖੰਡ ਗਿਆਨਖੰਡ ਸਰਮਖੰਡ ਦਾ ਵਰਣਨ ਕਰਨ ਪਿੱਛੋਂ ਕਰਮਖੰਡ ਹੁੰਦਾ, ਕਰਮ ਨਾਮ ਬਖਸ਼ਿਸ਼ ਦਾ ਹੁੰਦਾ। ਬਖਸ਼ਿਸ਼ ਖੰਡ ਦਾ ਵਰਣਨ ਕਰਦੇ ਫਰਮਾਉਂਦੇ ਨੇ, ਕਰਮਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ। ਕਰਮ ਹੁੰਦਾ ਬਖਸ਼ਿਸ਼ ਖੰਡ ਦੀ ਬਾਣੀ ਬੜੇ ਜ਼ੋਰ ਵਾਲੀ ਹੁੰਦੀ ਹੈ। ਜਿਨ੍ਹਾਂ ਤੇ ਪ੍ਰਭੂ ਦੀ ਬਖਸ਼ਿਸ਼ ਹੁੰਦੀ ਹੈ ਉਹਨਾਂ ਦਾ ਕਿਹਾ ਜੋ ਵੀ ਬੋਲਿਆ ਬੋਲ ਹੈ, ਨਾਨਕ ਦਾਸ ਮੁਖ ਤੇ ਜੋ ਬੋਲੈ ਈਹਾਂ ਊਹਾਂ ਸੱਚ ਹੋਵੇ। ਉਹੀ ਬਚਨ ਉਵੇਂ ਹੀ ਹੋ ਜਾਂਦਾ। ਉੱਥੇ ਹੋਰ ਕੋਈ ਵਰਜਨ ਜਾਂ ਰੋਕਣ ਵਾਲਾ ਨਹੀਂ ਹੁੰਦਾ। ਉੱਥੇ ਹੋਰ ਕੋਈ ਜਾ ਵੀ ਨਹੀਂ ਸਕਦਾ ਇੰਨੀ ਉੱਚੀ ਅਵਸਥਾ 'ਚ। ਤਿੱਥੈ ਜੋਧ ਮਹਾਬਲ ਸੂਰ ਤਿਨ ਮਹਿ ਰਾਮ ਰਹਿਆ ਭਰਪੂਰ। ਉੱਥੇ ਕੇਵਲ ਯੋਧੇ ਤੇ ਮਹਾਬਲੀ ਸੂਰਮੇ ਹੁੰਦੇ ਨੇ। ਉਹਨਾਂ ਜੀਵਾਂ ਦੇ ਵਿੱਚ ਪਰਮੇਸ਼ਰ ਹੀ ਪਰਿਪੂਰਨ ਰਹਿੰਦਾ। ਉੱਥੇ ਇਹ ਯੋਧੇ ਨਹੀਂ ਹੁੰਦੇ ਸੰਸਾਰ ਵਾਲੇ। ਉੱਥੇ ਯੋਧੇ ਨੇ ਜਿਨ੍ਹਾਂ ਨੇ ਆਪਣੇ ਮਨ ਨੂੰ ਕਾਬੂ ਕੀਤਾ, ਇੰਦਰੀਆਂ ਨੂੰ ਕਾਬੂ ਕੀਤਾ। ਫਿਰ ਬ੍ਰਹਮ ਗਿਆਨੀ ਜਿਹੜੇ ਹੁੰਦੇ ਨੇ ਬੜੇ ਬੜੇ ਮਹਾਬਲੀ ਯੋਧੇ, ਉਹਨਾਂ ਦੀ ਗੱਲ ਕਰਦੇ ਨੇ। ਜਾਂ ਫਿਰ ਜਿਹੜੇ ਸ਼ਹੀਦ ਹੁੰਦੇ ਨੇ ਪਹੁੰਚ ਜਾਂਦੇ ਇਹਨਾਂ ਅਵਸਥਾ 'ਚ ਯੋਧੇ ਮਹਾਬਲੀ ਸੂਰਮੇ ਬਾਬਾ ਦੀਪ ਸਿੰਘ ਵਰਗੇ, ਉਹ ਇਹਨਾਂ ਵੀ ਅਵਸਥਾ ਤੋਂ ਹੋਰ ਉੱਤੇ ਚਲੇ ਜਾਂਦੇ ਨੇ। ਉਹਨਾਂ ਦੇ ਵਿੱਚ ਰਾਮ ਜਿਹੜਾ ਪਰਮੇਸ਼ਰ ਹੈ ਨਾ, ਉਹਨਾਂ ਜੀਵਾਂ ਦੇ ਵਿੱਚ ਪ੍ਰਭੂ ਪਰਿਪੂਰਨ ਰਹਿੰਦਾ ਹਮੇਸ਼ਾ, ਉੱਥੇ ਹਿਰਦੇ 'ਚ ਵਸਿਆ ਹੋਇਆ। ਤਿੱਥੈ ਸੀਤੋ ਸੀਤਾ ਮਹਿਮਾ ਮਾਹਿ ਤਾਕੇ ਰੂਪ ਨਾ ਕਥਨੇ ਜਾਹੇ। ਸੋ ਇਸ ਪ੍ਰਕਾਰ ਉੱਥੇ ਸੀਤੋ ਹੀ ਸੀਤਾ ਮਹਿਮਾ ਦੇ ਵਿੱਚ, ਉਹ ਮਹਿਮਾ ਦੇ ਵਿੱਚ ਜਿਹੜਾ ਜੀਵ ਹੁੰਦਾ ਉੱਥੇ ਸਿਮਤਾ ਹੀ ਸਿਮਤਾ ਹੁੰਦਾ, ਭਾਵ ਇੱਕ ਮਿਕ ਲੀਨ ਹੋ ਜਾਂਦੇ ਨੇ। ਉੱਥੇ ਜਿਹੜੇ ਨੇ ਸਾਰੇ ਜਾਣੇ ਉਹਨਾਂ ਦੀ ਰੱਬ ਦੇ ਪਿਆਰਿਆਂ ਦੀ ਮਹਿਮਾ ਹੀ ਕਰਨ ਲੱਗੇ ਹੁੰਦੇ ਨੇ। ਅਵਤਾਰ ਵੀ ਉੱਥੇ ਫਿਰ ਮਹਿਮਾ ਕਰਦੇ ਸਾਰੇ ਜਾਣੇ। ਤਾਕੇ ਰੂਪ ਨਾ ਕਥਨੇ ਜਾਹੇ ਨਾ ਉਹੇ ਮਰਹਿ ਨਾ ਠਾਗੇ ਜਾਹੇ। ਉਹਨਾਂ ਦੇ ਰੂਪ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ। ਸੋ ਜਿਨ੍ਹਾਂ ਦੇ ਹਿਰਦੇ 'ਚ ਸਰਬ ਵਿਆਪਕ ਰਾਮ ਪਰਮੇਸ਼ਰ ਵਸਦਾ, ਤਾਂ ਅਕਾਲ ਪੁਰਖ ਵਾਹਿਗੁਰੂ, ਉਹ ਨਾ ਕਿਸੇ ਕੋਲੋਂ ਮਰਦੇ ਨੇ ਨਾ ਹੀ ਕਿਸੇ ਕੋਲੋਂ ਠੱਗੇ ਜਾਂਦੇ ਨੇ। ਤਾਕੇ ਰੂਪ ਨਾ ਕਥਨੇ ਜਾਹੇ ਨਾ ਹੋਏ ਮਨ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ। ਤਿੱਥੈ ਭਗਤ ਵਸਹਿ ਕੇ ਲੋਆ ਕਰਹਿ ਆਨੰਦ ਸੱਚਾ ਮਨ ਸੋਏ। ਉੱਥੇ ਕਈ ਲੋਕਾਂ ਦੇ ਭਗਤ ਵਸਦੇ ਨੇ। ਉਹਨਾਂ ਭਗਤਾਂ ਦੇ ਹਿਰਦਿਆਂ ਵਿੱਚ ਸੱਚਾ ਵਾਹਿਗੁਰੂ ਵਸਦਾ ਹੈ ਤੇ ਉਹ ਆਤਮਿਕ ਆਨੰਦ ਮਾਣਦੇ ਹਨ। ਉੱਥੇ ਸੱਚਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ। ਉਹ ਆਕਾਰ ਰਹਿਤ ਪਰਮਾਤਮਾ ਨੂੰ ਸੱਚਖੰਡ ਵਿੱਚ ਵਸਦਾ, ਜਿਹੜਾ ਜਿਹਨੂੰ ਆਪਾਂ ਕਹਿੰਦੇ ਨਾ ਆਕਾਰ ਤੋਂ ਰਹਿਤ ਨਿਰਾਕਾਰ ਪਰਮਾਤਮਾ।
ਉਹ ਅਕਾਲ ਪੁਰਖ ਵਾਹਿਗੁਰੂ ਸੱਚਖੰਡ ਦੇ ਵਿੱਚ ਬਿਰਾਜਮਾਨ ਨੇ। ਉਹ ਸਾਰੀ ਸ੍ਰਿਸ਼ਟੀ ਨੂੰ ਰਚ ਕੇ ਵੇਖਦਾ ਤੇ ਆਪਣੀ ਮਿਹਰ ਦੀ ਨਜ਼ਰ ਨਾਲ ਸਭ ਨੂੰ ਨਿਹਾਲ ਕਰਦਾ। ਉਹਦੀ ਕਿਰਪਾ ਨਾਲ ਆਪਾਂ ਸਾਰੇ ਤੁਰੇ ਫਿਰਦੇ ਹਾਂ। ਤਿੱਥੈ ਖੰਡ ਮੰਡਲ ਵਰ ਭੰਡ, ਜੇ ਕੋ ਕਥੈ ਤਾਂ ਅੰਤ ਨਾ ਅੰਤ। ਉੱਥੇ ਸੱਚਖੰਡ ਵਿੱਚ ਖੰਡ ਮੰਡਲ ਤੇ ਬ੍ਰਹਿਮੰਡ ਹਨ। ਉਸ ਤੋਂ ਬਾਹਰ ਕੋਈ ਖੰਡ ਮੰਡਲ ਨਹੀਂ ਹੈ। ਜੇ ਕੋਈ ਜੀਵ ਵਾਹਿਗੁਰੂ ਦੇ ਰਚੇ ਖੰਡਾਂ ਮੰਡਲਾਂ ਤੇ ਬ੍ਰਹਿਮੰਡਾਂ ਦਾ ਵਰਣਨ ਕਰੇ, ਉਹ ਕਰ ਨਹੀਂ ਸਕਦਾ, ਕਿਉਂਕਿ ਉਹਦੇ ਅੰਤ ਦਾ ਕੋਈ ਅੰਤ ਹੀ ਨਹੀਂ। ਜਿਹੜਾ ਅੰਤ ਪਾਉਣ ਲੱਗਦਾ ਉਹਦਾ ਹੀ ਅੰਤ ਹੋ ਜਾਂਦਾ, ਫਿਰ ਵਿੱਚ ਹੀ ਭਾਵ ਲੀਨ ਹੋ ਜਾਂਦਾ। ਜਿਵੇਂ ਲੂਣ ਦੀ ਡਲੀ ਸਮੁੰਦਰ ਦਾ ਅੰਤ ਪਾਉਣ ਗਈ, ਵਿੱਚੇ ਹੀ ਖੁਰ ਗਈ। ਤਿੱਥੈ ਲੋਅ ਆਕਾਰ, ਜਿਵ ਜਿਵ ਹੁਕਮ ਤਿਵੈ ਤਿਵਕਾਰ। ਲੋਅ ਜਿਵੇਂ ਐੜਾ ਲੱਗਿਆ ਹੋਇਆ, ਲੋ ਨਹੀਂ ਕਹਿਣਾ। ਤਿੱਥੈ ਲੋਅ ਆਕਾਰ, ਜਿਵ ਜਿਵ ਹੁਕਮ ਤਿਵੈ ਤਿਵਕਾਰ। ਸੋ ਇਹ ਜਿਹੜੀ ਆਪਣੀ ਸੰਥਿਆ ਵਾਲੀ ਸੀੜੀ ਆ 7.5 ਘੰਟੇ ਦੀ, ਉਹ ਲੈ ਕੇ ਦੇਖਣੀ ਪਊ DVD ਸਾਰੀ। ਸੋ ਲਿਖ ਕੇ ਸਮਝਾਇਆ ਹੋਇਆ ਪਾਠ ਕਿਵੇਂ ਕਰਨਾ। ਉੱਥੇ ਪ੍ਰਭੂ ਦੇ ਸੱਚਖੰਡ ਧਾਮ ਵਿੱਚ ਸਭ ਲੋਕਾਂ ਦੇ ਆਕਾਰ ਜਿਹੜੇ ਵਜੂਦ ਵਸ ਰਹੇ ਨੇ। ਜਿਸ ਤਰ੍ਹਾਂ ਅਕਾਲ ਪੁਰਖ ਦਾ ਹੁਕਮ ਹੁੰਦਾ ਹੈ, ਉਸੇ ਤਰ੍ਹਾਂ ਹੀ ਉਹ ਕੰਮ ਕਰਦੇ ਨੇ ਵਾਹਿਗੁਰੂ ਦੇ ਹੁਕਮ ਵਿੱਚ ਰਹਿੰਦੇ ਹੋਏ। ਵੇਖੈ ਵਿਗਸੈ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ। ਭਗਤ ਜਨ ਵਾਹਿਗੁਰੂ ਦਾ ਦਰਸ਼ਨ ਕਰਕੇ ਤੇ ਉਹਦੇ ਗੁਣਾਂ ਦੀ ਵਿਚਾਰ ਕਰਕੇ ਆਨੰਦ ਹੁੰਦੇ ਆ। ਮਹਾਰਾਜ ਕਥਨ ਕਰਦੇ ਆ ਕਿ ਉਸ ਸ੍ਰੇਸ਼ਟ ਸਥਾਨ ਸੱਚਖੰਡ ਦਾ ਜਿਹੜਾ ਵਰਣਨ ਕਰਨਾ ਲੋਹੇ ਵਾਂਗੂ ਕਰੜਾ ਹੈ। ਨਾਨਕ ਕਥਨਾ ਕਰੜਾ ਸਾਰ, ਭਾਵ ਬਹੁਤ ਕਠਨ ਹੈ। ਸੋ ਇਸ ਤਰ੍ਹਾਂ ਇਹ ਸਾਰੀਆਂ ਪੌੜੀਆਂ ਸਤਿਗੁਰੂ ਮਹਾਰਾਜ ਦੇ ਅਕਾਲ ਪੁਰਖ ਜੀ ਦੇ ਨਾਮ ਦਾ ਜਿਹੜਾ ਹੈ ਨਾ ਅਭਿਆਸ ਕਰਦਾ ਜਗਿਆਸੂ ਕਹਿੰਦੇ ਨੇ। ਦੱਸਿਆ ਕਿ ਸਹਿਜੇ ਜਿਨ੍ਹਾਂ ਅਵਸਥਾ 'ਚੋਂ ਗੁਜ਼ਰਦਾ ਉਹਨਾਂ ਦਾ ਵਰਣਨ ਕੀਤਾ। ਅਖੀਰ 'ਤੇ ਰੱਬ ਦੇ ਪਿਆਰੇ ਭਗਤ ਜਨ ਪਰਮੇਸ਼ਰ ਦੇ ਸੱਚੇ ਦਰਬਾਰ ਸੱਚਖੰਡ ਉਹਦੀ ਹਜ਼ੂਰੀ ਵਿੱਚ ਪਹੁੰਚ ਜਾਂਦੇ, ਜਿੱਥੇ ਉਹ ਸਦੀਵੀ ਆਨੰਦ ਮਾਣਦੇ ਆ। ਪਿੱਛੇ ਜੋ ਜਗਿਆਸੂ ਦੀ ਸਾਰੀ ਪ੍ਰਾਪਤੀ ਦਾ ਸਾਧਨ ਇੱਕੋ ਨਾਮ ਦੱਸਿਆ। ਨਾਮੀ ਪੁਰਸ਼ ਨੂੰ ਸ਼ੁਭ ਗੁਣਾਂ 'ਤੇ ਹੁਣ ਉੱਚੇ ਆਚਰਣ ਦੀ ਲੋੜ ਵੀ ਹੁੰਦੀ ਹੈ। ਹੁਣ ਅਗਲੀ ਪੌੜੀ ਵੀ ਸਤਿਗੁਰੂ ਨੇ ਇਹਨਾਂ ਸ਼ੁਭ ਗੁਣਾਂ ਨੂੰ ਪੈਦਾ ਕਰਨ ਲਈ ਟਕਸਾਲ ਦਾ ਰੂਪਕ ਬੰਨ੍ਹ ਕੇ ਨਾ ਫਿਰ ਸਾਰਿਆਂ ਨੂੰ ਸਮਝਾਇਆ ਹੋਇਆ। ਜਾਤ ਪਾਹਾਰਾ ਧੀਰਜ ਸੁਨਿਆਰ। ਜਤ ਨਹੀਂ ਕਹਿਣਾ। ਜਤ ਹੁੰਦਾ ਇੰਦਰੀਆਂ ਨੂੰ ਜਿੱਤਣਾ, ਜਤ ਹੁੰਦਾ ਬ੍ਰਹਮਚਰਜ ਦੀ ਭੱਠੀ ਤੇ ਸਬਰ ਸੰਤੋਖ ਰੂਪ ਸੁਨਿਆਰਾ ਹੋਵੇ। ਪਾਹਾਰਾ ਭੱਠੀ ਨੂੰ ਕਹਿੰਦੇ, ਜਾਂ ਕਾਰਖਾਨਾ ਹੁੰਦਾ ਜਿਹੜਾ ਸੁਨਿਆਰੇ ਦਾ। ਅਹਰਣ ਮਤ ਵੇਦ ਹਥਿਆਰ। ਆਪਣੀ ਉੱਜਲ ਬੁੱਧੀ ਨੂੰ ਅਹਰਣ ਤੇ ਗਿਆਨ ਦਾ ਹਥੌੜਾ ਬਣਾਇਆ ਜਾਵੇ। ਵੇਦ ਨਾਮ ਗਿਆਨ ਦਾ ਹਥਿਆਰ ਥੌੜਾ। ਭਾਉ ਖਲਾ ਨਹੀਂ ਕਰਨਾ, ਭਾਉ ਖੱਲਾ ਅਗਨ ਤਪਤਾਓ। ਪ੍ਰਭੂ ਦੇ ਡਰ ਦੀ ਜਿਹੜੀ ਧੌਂਕਣੀ ਹੋਵੇ। ਤਪਾਂ ਦਾ ਸਾਧਨਾ ਇਸ ਭੱਠੀ ਵਿੱਚ ਅੱਗ ਬਾਲੇ। ਧੌਂਕਣੀ ਹੁੰਦੀ ਹੈ ਚਮੜੇ ਦੀ ਬਣੀ ਹੋਈ, ਕਿਉਂਕਿ ਜੇ ਖੱਲਾਂ ਪਾਠ ਕਰਦੇ ਹਾਂ ਬਹੁਵਾਚਕ ਹੋ ਜਾਂਦਾ। ਖੱਲਾ ਇੱਕੋ ਹੀ ਹੁੰਦੀ ਧੌਂਕਣੀ ਸੁਨਿਆਰੇ ਕੋਲ ਛੋਟੀ ਜੀ। ਭਾਂਡਾ ਭਾਉ ਅੰਮ੍ਰਿਤੋ ਤਿਤ ਢਾਲ, ਘੜੀਐ ਸ਼ਬਦ ਸੱਚੀ ਟਕਸਾਲ। ਪ੍ਰੇਮ ਦਾ ਭਾਂਡਾ ਹੋਵੇ ਤੇ ਇਸ ਭਾਂਡੇ ਵਿੱਚ ਪ੍ਰਭੂ ਦੇ ਨਾਮ ਦਾ ਅੰਮ੍ਰਿਤ ਪਾਇਆ ਜਾਵੇ। ਅੰਮ੍ਰਿਤ ਤਿਤ ਢਾਲ। ਇਸ ਤਰ੍ਹਾਂ ਸੱਚੀ ਟਕਸਾਲ ਵਿੱਚ ਪਰਮਾਤਮਾ ਦੇ ਸ਼ਬਦ ਉਪਦੇਸ਼ ਨੂੰ ਫਿਰ ਘੜਿਆ ਜਾਂਦਾ। ਜਿਨ ਕਉ ਨਦਰ ਕਰਮ ਤਿਨ ਕਾਰ, ਨਾਨਕ ਨਦਰੀ ਨਦਰ ਨਿਹਾਲ। ਇਹ ਕਾਰ ਉਹ ਭਗਤ ਜਨ ਕਰਦੇ ਆ ਜਿਨ੍ਹਾਂ ਉੱਤੇ ਉਸ ਅਕਾਲ ਪੁਰਖ ਦੀ ਮਿਹਰ ਤੇ ਬਖਸ਼ਿਸ਼ ਦੀ ਦ੍ਰਿਸ਼ਟੀ ਹੁੰਦੀ ਹੈ। ਜਿਨ ਕਉ ਨਦਰ ਕਰਮ ਤਿਨ ਕਾਰ। ਇਸ ਤਰ੍ਹਾਂ ਫਰਮਾਉਂਦੇ ਸਤਿਗੁਰੂ ਮਹਾਰਾਜ ਜੀ, ਨਾਨਕ ਨਦਰੀ ਨਦਰ ਨਿਹਾਲ, ਕਿ ਜਿਨ੍ਹਾਂ ਭਲੇ ਪੁਰਸ਼ਾਂ ਨੇ ਇਹੋ ਜਿਹੀ ਟਕਸਾਲ ਵਿੱਚ ਪਰਮੇਸ਼ਰ ਦਾ ਸ਼ਬਦ ਘੜਿਆ, ਜਪਿਆ, ਸਿੱਖਿਆ, ਉਹ ਪ੍ਰਭੂ ਦੀ ਕਿਰਪਾ ਦ੍ਰਿਸ਼ਟੀ ਨਾਲ ਨਿਹਾਲ ਹੋ ਗਏ ਨੇ। ਸੋ ਇਹ ਅਖੀਰ 'ਤੇ ਹੁਣ ਸ਼ਲੋਕ ਉਚਾਰਨ ਕੀਤਾ। ਇਹ ਸ਼ਲੋਕ ਸਾਰੇ ਜਪਜੀ ਸਾਹਿਬ ਦਾ ਉਪਸੰਹਾਰ, ਭਾਵ ਸਾਰੀ ਬਾਣੀ ਦਾ ਸਿਧਾਂਤ, ਸਾਰ ਸਿਧਾਂਤ ਦੱਸਿਆ। ਜਗਤ ਦਾ ਗੁਰੂ ਤੇ ਮਾਤਾ ਪਿਤਾ ਕੌਣ ਹੈ? ਜਗਤ ਦਾ। ਤੇ ਅਸਲ ਵਿੱਚ ਫਿਰ ਇਹਦੇ ਕਈ ਅਰਥ ਨੇ, 6-7 ਅਰਥ ਕੀਤੇ ਹੋਏ ਆਪਾਂ ਇਹ ਸਾਰੇ ਸ਼ਲੋਕ ਦੇ। ਜੋ ਅੰਮ੍ਰਿਤ ਬਾਣੀ ਸੀੜੀ 12 ਸੀੜੀਆਂ ਦਾ ਪਹਿਲਾ ਸੈੱਟ ਆ ਆਪਣੇ, ਉਹਦੇ ਵਿੱਚ ਇਹਦੇ ਅਰਥ ਨੇ। ਉਸ ਤੋਂ ਘੱਟ ਫਿਰ ਜਿਹੜੀ ਗੁਰਪ੍ਰਸਾਦ ਵਾਲੀ ਲੜੀਵਾਰ ਕਥਾ ਉਹਦੇ 'ਚ ਨੇ, ਜਾਂ ਇਹ ਫਿਰ ਆਮ ਸੰਗਤ ਜਿਹੜੀ ਬਿਲਕੁਲ ਨਵੇਂ ਨੇ ਅੰਮ੍ਰਿਤ ਛਕ ਕੇ, ਤਾਂ ਉਹਨਾਂ ਨੂੰ ਪਤਾ ਨਹੀਂ ਦਾ ਅਰਥ ਕੀ ਨੇ, ਜਾਂ ਰੋਜ਼ ਜਿੰਨਾ ਪਾਠ ਕਰਨਾ ਉਹ ਸੁਣ ਕੇ ਤੋਂ ਲਾਭ ਉਠਾਉਣਗੇ।
ਤਾਂ ਕਿ ਨਾਲ ਸਿੰਗਲ ਪੰਕਤੀ ਅਰਥ ਯਾਦ ਰਹਿਣ, ਮਨ ਟਿਕਿਆ ਰਵੇ। ਸ਼ਲੋਕ, ਉਸ ਲੋਕ ਦੀ ਪ੍ਰਾਪਤੀ ਕਰਵਾਉਣਾ ਸ਼ਲੋਕ। ਪਾਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ। ਸੋ ਇਸ ਸ੍ਰਿਸ਼ਟੀ ਦੇ ਜੀਵਾਂ ਦਾ ਪਾਵਨ ਜਿਹੜੀ ਹਵਾ ਗੁਰੂ ਹੈ। ਸੋ ਸਵਾਸਾਂ ਤੋਂ ਬਿਨਾਂ ਤਾਂ ਕੁਛ ਵੀ ਨਹੀਂ ਹੈ ਨਾ। ਪਾਵਨ ਗੁਰੂ, ਪਾਵਨ ਇਸੇ ਪ੍ਰਕਾਰ ਤੇ ਪਾਣੀ ਪਿਤਾ, ਧਰਤੀ ਵੱਡੀ ਮਾਤਾ ਹੈ ਜਿਹਦੀ ਗੋਦ ਵਿੱਚ ਸਾਰੇ ਜੀਵ ਜਿਹੜੇ ਆ ਵਸਦੇ ਨੇ ਹਮੇਸ਼ਾ। ਮਹੱਤ ਹੁੰਦਾ ਵੱਡੀ। ਦਿਵਸ ਰਾਤ ਦੋਏ ਦਾਈ ਦਾਇਆ ਖੇਲੈ ਸਗਲ ਜਗਤ। ਦਿਨ ਤੇ ਰਾਤ ਜੀਵਾਂ ਦੇ ਖਿਡਾਵੀ ਤੇ ਖਿਡਾਵਾ ਬਣੇ ਹੋਏ ਆ, ਜਿਨ੍ਹਾਂ ਦੇ ਹੱਥਾਂ ਵਿੱਚ ਸਾਰੇ ਖੇਡਦੇ ਆ। ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ। ਜੀਵਾਂ ਦੀਆਂ ਚੰਗਿਆਈਆਂ ਤੇ ਬੁਰਾਈਆਂ ਧਰਮਰਾਜ ਦੇ ਦਰਬਾਰ ਵਿੱਚ ਚਿੱਤਰਗੁਪਤ ਪੜ੍ਹ ਕੇ ਸੁਣਾਉਂਦੇ ਨੇ। ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ। ਆਪੋ ਆਪਣੇ ਕੀਤੇ ਕਰਮਾਂ ਅਨੁਸਾਰ ਕੋਈ ਜੀਵ ਤਾਂ ਵਾਹਿਗੁਰੂ ਦੇ ਨੇੜੇ ਹੋ ਜਾਂਦੇ ਆ, ਚੰਗੇ ਕਰਮਾਂ ਕਰਕੇ, ਪੁੰਨ ਕਰਮਾਂ ਕਰਕੇ, ਭਲੇ ਕਰਮਾਂ ਕਰਕੇ, ਤੇ ਕੋਈ ਦੂਰ ਸੁੱਟਿਆ ਜਾਂਦਾ ਜਿਹੜਾ ਬਾਹਲੇ ਮਾੜੇ ਕਰਮ ਕਰਦਾ, ਨਰਕਾਂ ਸੁੱਟ ਦਿੰਦੇ ਆ ਉਹਨੂੰ। ਸਤਿਗੁਰੂ ਮਹਾਰਾਜ ਕਹਿੰਦੇ ਸਭ ਤੋਂ ਸ੍ਰੇਸ਼ਟ ਕਰਮ ਹੁਣ ਕੀ ਹੈ? ਇੱਕ ਓਂਕਾਰ ਸਤਿਨਾਮ ਤੋਂ ਸ਼ੁਰੂ ਹੋਏ ਸੀ ਆਪਾਂ, ਕਹਿੰਦੇ ਬਸ ਇਹੀ ਸਭ ਤੋਂ ਸ੍ਰੇਸ਼ਟ ਕਰਮ ਹੈ, ਨਾਮ ਜਪਣਾ। ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ। ਹੁਣ ਜਿਨ੍ਹਾਂ ਜੀਵਾਂ ਨੇ, ਗੁਰਮੁਖਾਂ ਨੇ ਪ੍ਰਭੂ ਦੇ ਨਾਮ ਨੂੰ ਸਿਮਰਿਆ, ਪਰਮੇਸ਼ਰ ਦਾ ਨਾਮ ਸਿਮਰਨ ਕੀਤਾ, ਉਹ ਬੜੀ ਮਿਹਨਤ ਕਰਕੇ ਆਪਣੀ ਕਮਾਈ ਸਫਲੀ ਕਰ ਗਏ ਨੇ। ਮਸਕਤ ਭਾਵ ਮਿਹਨਤ। ਕਿੰਨੀ ਦੁਨੀਆ ਜਿਹੜੀ ਹੁੰਦੀ ਹੈ। ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਮਹਾਰਾਜ ਕਥਨ ਕਰਦੇ ਆ ਕਿ ਨਾਮ ਸਿਮਰਨ ਵਾਲਿਆਂ ਦੇ ਮੁਖ ਉਜਲੇ ਹੁੰਦੇ ਨੇ, ਤੇ ਉਹਨਾਂ ਦੀ ਸੰਗਤ ਕਰਕੇ ਹੋਰ ਕਿੰਨੀ ਦੁਨੀਆ ਜਨਮ ਮਰਨ ਦੇ ਗੇੜ ਤੋਂ ਛੁੱਟ